ਵਰਿਆਮ ਸਿੰਘ ਸੰਧੂ ਦੀ ਪੁਸਤਕ ਚੌਥੀ ਕੂਟ ਦੀ ਕਹਾਣੀ ਹੈ 9-12-10। ਛਿੰਨੋ ਸੁਣਿਆ ਸੱਜਣ ਨਾਲ ਸਾਕ ਭਕਨੀਏ ਢਿੱਲੀ ਨੂੰ ਕਰਨ ਨੂੰ ਮੰਨਦੇ ਨੇ। ਜਸਵੰਤ ਆਪਣੇ ਦੋਸਤ ਸਤਨਾਮ ਵੱਲ ਵੇਖ ਕੇ ਮੁਸਕਰਾਇਆ। ਉਹਦੇ ਬੋਲਾਂ ਵਿਚਲੀ ਟੇਢ ਛਿੰਨੋ ਨੇ ਸਮਝੀ ਨਾ। ਡੰਗਰਾਂ ਹੇਠੋਂ ਗੋਹਾ ਖਿੱਚਦੀ ਦੇ ਹੱਥ ਰੁਕ ਗਏ। ਵੇ ਕਾਹਨੂੰ ਵੀਰਾ, ਅਸੀਂ ਤਾਂ ਬਥੇਰੇ ਤਰਲੇ ਮਿੰਨਤਾਂ ਕੀਤੇ, ਅੱਗੋਂ ਆਖਦੇ ਨੇ ਤੁਹਾਡਾ ਮੁੰਡਾ ਕਮਲਾ ਹੈ। ਛਿੰਨੋ ਨੇ ਹੌਕਾ ਲਿਆ। ਉਹਨੂੰ ਸੱਜਣ ਦੇ ਭਰ ਜਵਾਨੀ 'ਚ ਗੁਜ਼ਰ ਜਾਣ ਦਾ ਅਫਸੋਸ ਸੀ ਤੇ ਢਿੱਲੀ ਨੂੰ ਸਾਕ ਨੇਪਰੇ ਨਾ ਚੜ੍ਹਨ ਦਾ ਵੀ। ਅਣਿਆ ਸਾਡਾ ਵੀ ਤਾਂ ਜੀਅ ਕਰਦਾ ਹੈ ਸਾਡੀ ਅੰਸ਼ ਬੰਸ ਹੋਵੇ, ਸਾਡੇ ਮਰਨ ਪਿੱਛੋਂ ਸਾਡਾ ਵੀ ਕੋਈ ਨਾਂ ਲੈਣ ਵਾਲਾ ਹੋਵੇ। ਉੱਧਰ ਕਰਮਾਂ ਮਾਰੀ ਧੀ ਦੇ ਘਰ ਵੀ ਕੋਈ ਔਲਾਦ ਨਹੀਂ ਹੁੰਦੀ। ਮੈਂ ਆਨੀ ਹਾਂ ਉਹਦੇ ਘਰ ਹੀ ਬਾਬਾ ਸ਼ਾਹ ਮਦਾਰ ਲੱਖਾਂ ਦਾ ਦਾਤਾ ਕੋਈ ਨਿੱਕਾ ਨਿਆਣਾ ਦੇ ਦੇਵੇ। ਉਹਨੇ ਆਪਣੀ ਇਸ ਮੰਗ ਵਿੱਚ ਆਪ ਹੀ ਥੋੜ੍ਹੀ ਜਿਹੀ ਛੋਟ ਦੇ ਦਿੱਤੀ। ਇੱਕ ਵਾਰ ਦੇ ਕੇ ਬੇਸ਼ੱਕ ਲੈ ਲਵੇ, ਪਰ ਦੇਵੇ ਤਾਂ ਸਹੀ। ਉਹਦੀ ਗੱਲ ਸੁਣ ਕੇ ਜਸਵੰਤ ਤੇ ਸਤਨਾਮ ਦੋਵੇਂ ਹੱਸ ਪਏ। ਚੰਗੀ ਸੁਖਣਾ ਸੁਖਦੀ ਪਈਆਂ, ਜਸਵੰਤ ਨੇ ਆਖਿਆ ਤਾਂ ਛਿੰਨੋ ਛਿੱਥਾ ਜਿਹਾ ਹਾਸਾ ਹੱਸਦੀ। ਵੇ ਹੋਰ ਫੇਰ, ਆਖ ਕੇ ਆਪਣੇ ਕੰਮ ਲੱਗ ਪਈ। ਕੁਛ ਯਾਦ ਆ ਜਾਣ ਤੇ ਕੰਮ ਕਰਦੀ ਕਰਦੀ ਉਹ ਇੱਕ ਵਾਰ ਫੇਰ ਰੁਕੀ ਤੇ ਜਸਵੰਤ ਨੂੰ ਆਖਣ ਲੱਗੀ, ਅਣਿਆ ਅਸੀਂ ਤਾਂ ਅਗਲਿਆਂ ਨੂੰ ਇਹ ਵੀ ਆਖਿਆ ਸੀ ਕਿ ਜੇ ਢਿੱਲੀ ਨੂੰ ਨਹੀਂ ਤਾਂ ਛੋਟੇ ਨਿੰਦਰ ਨੂੰ ਹੀ ਸਾਕ ਕਰ ਦਿਓ। ਮੂੰਹ ਮੱਥੇ ਲੱਗਦਾ ਹੈ, ਸੋਹਣਾ ਜਵਾਨ ਹੈ, ਪਰ ਇਹ ਔਂਤਰਾ ਪੈਰ ਹੀ ਨਹੀਂ ਲਾਉਂਦਾ। ਕਿਹੜੀ ਕੋਈ ਇਹਦੀ ਮਾਂ ਹੀ ਫਿਲਮਾਂ ਵਾਲੀ। ਆਂਦਾ ਹੈ ਜੇ ਵਿਆਹ ਕਰਾਉਣਾ ਤਾਂ ਉਹਦੇ ਨਾਲ ਹੀ ਕਰਾਉਣਾ। ਇਹਨੂੰ ਆਕਸੂ ਮੰਨ ਜਾਵੇ। ਅਣਿਆ ਸਾਡੀ ਵੀ ਰੀਝ ਆ। ਨਿੰਦਰ ਇਸ ਵੇਲੇ ਡੰਗਰਾਂ ਨੂੰ ਵਾਰੀ-ਵਾਰੀ ਖੋਲ੍ਹ ਕੇ ਨਲਕੇ ਉੱਤੇ ਲੱਗੀ ਮੋਟਰ ਤੋਂ ਪਾਣੀ ਪਿਆ ਰਿਹਾ ਸੀ। ਛਿੰਨੋ ਦੀ ਗੱਲ ਸੁਣ ਕੇ ਇੱਕਦਮ ਗੁੱਸੇ 'ਚ ਉੱਬਲ ਪਿਆ। ਤੈਨੂੰ ਦਿੰਦਾ ਪੰਘੂੜੇ 'ਚ ਪਾ ਕੇ ਟੀਟੂ ਹੋਣੀ ਖੇਡਣ ਨੂੰ, ਕਰਦੀ ਕੀ ਆ? ਮੈਂ ਜੱਟ ਸਰਦਾਰ, ਏਡਾ ਖਾਨਦਾਨੀ, ਮੈਂ ਕਰਾਊਂ ਮਜ਼੍ਹਬੀਆਂ ਦੀ ਕੁੜੀ ਨਾਲ ਵਿਆਹ? ਮੈਨੂੰ ਤੂੰ ਮੇਰੇ ਉੱਤੇ ਹੀ ਛੱਡ ਦੇ। ਆਪਣੇ ਸੋਹਣੇ ਪੁੱਤ ਢਿੱਲੀ ਦਾ ਹੀ ਕਰਾ ਵਿਆਹ ਉੱਥੇ। ਪਰ ਢਿੱਲੀ ਨੂੰ ਕਿਹੜਾ ਸਾਕ ਦਊ ਸ਼ਦਾਈ ਨੂੰ? ਮੱਝ ਨੂੰ ਕਿੱਲੇ ਨਾਲ ਬੰਨ੍ਹ ਕੇ ਉਹ ਖੁਦ ਸਿਆਣਾ ਬਣ ਕੇ ਢਿੱਲੀ ਦੀ ਸਿਆਣਪ ਬਾਰੇ ਦੱਸਣ ਲੱਗਾ। ਚਾਚਾ, ਜਿਸ ਦਿਨ ਗੁਰਸਰ ਦਾ ਮੇਲਾ ਸੀ, ਮੈਂ ਪੁੱਛਿਆ ਢਿੱਲੀ ਅੱਜ ਕੀ ਵਾਰ ਹੈ? ਤਾਂ ਅੱਗੋਂ ਮੈਨੂੰ ਆਖਦਾ ਹੈ ਸ਼ੁਦਾਈ। ਓਏ ਅੱਜ ਵਾਰ ਨਹੀਂ, ਅੱਜ ਤਾਂ ਮੇਲਾ ਹੈ। ਹੋਰ ਸੁਣ, ਮੇਲੇ 'ਚ ਤਖਾਣਾ ਦੇ ਦੀਪ ਨਾਲ ਝਗੜ ਪਿਆ। ਰਾਤ ਨੂੰ ਘਰ ਆ ਕੇ ਆਖੇ ਮੈਂ ਦੀਪ ਦੀਆਂ ਚਾਰੇ ਲੱਤਾਂ ਵੱਢ ਦੇਣੀਆਂ। ਉੱਧਰ ਭੈਣ ਸਾਡੀ ਵੇਖ ਲਓ, ਜਿਹਦੇ ਲਈ ਇਹ ਔਲਾਦ ਮੰਗਦੀ ਹੈ, ਪ੍ਰਾਹੁਣੇ ਨਾਲ ਮੇਲੇ 'ਤੇ ਆਈ ਸੀ। ਮੈਂ ਆਖਿਆ ਭੈਣ ਮੱਥਾ ਟੇਕਦਾ, ਤਾਂ ਅੱਗੋਂ ਸੀਸ ਦੇਣ ਦੀ ਥਾਂ ਆਖਣ ਲੱਗੀ ਵੀਰਾ ਮੱਥਾ ਟੇਕਦੀਆਂ। ਇਹ ਤਾਂ ਸਾਰਾ ਟੱਬਰ ਹੀ ਸ਼ੁਦਾਈਆਂ ਦਾ ਹੈ। ਨਿੰਦਰ ਬੜਾ ਦਾਨਾ ਬਣ ਕੇ ਪੇਸ਼ ਹੋ ਰਿਹਾ ਸੀ। ਛਿੰਨੋ ਹਿਰ ਕੇ ਬੋਲੀ, ਵੇ ਵੀਰਾ, ਇਹਨਾਂ ਸਾਰਿਆਂ ਰਲ ਮਿਲ ਕੇ ਮੈਨੂੰ ਤਾਂ ਸ਼ੁਦੈਣ ਕੀਤਾ ਹੋਇਆ। ਉੱਧਰ ਮੇਰਾ ਜਵਾਨ ਤੇ ਕਮਾਊ ਪੁੱਤ ਧੋਖਾ ਦੇ ਗਿਆ। ਢਿੱਲੀ ਉਹ ਸਿੱਧਰਾ ਹੈ, ਇਹ ਵੀ ਘਰਾਂ ਤੋਂ ਹਿਲਦਾ ਜਾਂਦਾ। ਭਰਾ ਦੀ ਮੌਤ ਦਾ ਢਿੱਲੀ ਤੇ ਨਿੰਦਰ ਨੂੰ ਕੋਈ ਘੱਟ ਦੁੱਖ ਨਹੀਂ ਸੀ, ਪਰ ਸੱਜਣ ਦੀ ਮੌਤ ਪਿੱਛੋਂ ਜਦੋਂ ਘਰ 'ਚ ਗੱਲ ਚੱਲੀ ਕਿ ਸੱਜਣ ਵਾਲਾ ਸਾਕ ਢਿੱਲੀ ਲਈ ਮੰਗ ਲਿਆ ਜਾਵੇ, ਤਾਂ ਢਿੱਲੀ ਅੰਦਰ ਵੀ ਚਿਰਾਗ ਜਗ ਪਏ। ਉਹਦੀ ਰੌਸ਼ਨੀ ਨਿੰਦਰ ਦੇ ਮਨ ਤੱਕ ਵੀ ਪਹੁੰਚ ਗਈ। ਉਹ ਭਾਵੇਂ ਇਸ ਤਾਕ ਦਾ ਉਮੀਦਵਾਰ ਨਹੀਂ ਸੀ, ਤਦ ਵੀ ਉਹਨੂੰ ਆਪਣੇ ਘਰ 'ਚ ਆਪਣੀ ਭਾਬੀ ਦੀ ਉਡੀਕ ਸੀ। ਘਰ 'ਚ ਠੁਮਕ ਠੁਮਕ ਤੁਰੀ ਫਿਰਦੀ ਭਾਬੀ ਦੀ ਕਲਪਨਾ ਕਰਕੇ ਹੀ ਉਹਨੂੰ ਜਸਵੰਤ ਕੋਲੇ ਵਾਧੂ ਪਿਆ ਗਾਡਰ ਮੰਗ ਲਿਆ ਸੀ, ਤਾਂ ਕਿ ਪੱਕੀ ਕੋਠੜੀ ਦੇ ਪਿੱਛੇ ਮੀਂਹਾਂ 'ਚ ਢਹਿ ਗਏ ਕੱਚੇ ਕੋਠੇ ਨੂੰ ਛੱਤ ਲਿਆ ਜਾਵੇ। ਵਿਆਹ ਤੋਂ ਪਿੱਛੋਂ ਇੱਕ ਵੱਖਰੇ ਕਮਰੇ ਦੀ ਲੋੜ ਤਾਂ ਪੈਣੀ ਹੀ ਸੀ, ਪਰ ਜਦੋਂ ਅਗਲਿਆਂ ਨੇ ਮੁੰਡਾ ਕਮਲਾ ਆਖ ਕੇ ਸਾਕ ਤੋਂ ਨਾ ਕਰਤੀ, ਤਾਂ ਢਿੱਲੀ ਦਾ ਦਿਲ ਤਾਂ ਬੁੱਝਣਾ ਹੀ ਸੀ। ਨਿੰਦਰ ਦੇ ਮੂੰਹੋਂ ਵੀ ਸੁਭਾਵਕ ਹੀ ਨਿਕਲ ਗਿਆ, ਸਾਨੂੰ ਭਰਾ ਮਰਨ ਦਾ ਫਿਰ ਕੀ ਫਾਇਦਾ ਹੋਇਆ? ਕੰਮ ਧੰਦੇ ਤੋਂ ਵਿਹਲੀ ਹੋਈ ਤਾਂ ਨਲਕੇ ਤੋਂ ਮੂੰਹ ਹੱਥ ਧੋ ਕੇ ਛਿੰਨੋ ਫੇਰ ਇੱਧਰ ਪਰਤੀ ਤੇ ਮੈਲੀ ਚੁੰਨੀ ਨਾਲ ਆਪਣਾ ਝੁਰੜੀਆਂ ਵਾਲਾ ਸੌਲਾ ਮੂੰਹ ਪੂੰਝਦੀ ਹੋਈ ਆਖਣ ਲੱਗੀ, ਵੇ ਵੀਰਾ, ਇਹਨੂੰ ਆਕਸੂ ਮੰਨ ਜਾਏ ਸ਼ੁਦਾਈ ਨੂੰ। ਭਾਜੀ ਤੂੰ ਹੀ ਆਕਸੂ, ਭਲਾ ਇਹਦੇ ਢਿੱਡ 'ਚ ਕੋਈ ਮੱਤ ਪਵੇ। ਉਹ ਜਸਵੰਤ ਤੇ ਸਤਨਾਮ ਦੋਹਾਂ ਨੂੰ ਇੱਕ ਤਰ੍ਹਾਂ ਬੇਨਤੀ ਕਰ ਰਹੀ ਸੀ। ਚੱਲ ਚੱਲ ਬੁੱਢੜੀਏ ਘਰ ਨੂੰ, ਨਾਲੇ ਖਬਰਦਾਰ ਮੈਨੂੰ ਸ਼ੁਦਾਈ ਆਖਿਆ ਤਾਂ ਮੈਂ ਤਾਂ 100 ਦਾਈ ਆਂ। ਨਿੰਦਰ ਆਪਣੀ ਸਿਆਣਪ ਉੱਤੇ ਮਾਣ ਨਾਲ ਮੁਸਕਰਾਇਆ। ਭਕਨੇ ਵਾਲਿਆਂ ਕੋਲ ਅਜੇ ਇਹਦੀ ਸਿਆਣਪ ਦੀ ਖਬਰ ਪਹੁੰਚੀ ਨਹੀਂ ਲੱਗਦੀ। ਸਤਨਾਮ ਨੇ ਜਸਵੰਤ ਦੀਆਂ ਹੱਸਦੀਆਂ ਅੱਖਾਂ ਨਾਲ ਅੱਖਾਂ ਮਿਲਾਈਆਂ। ਚਾਚਾ ਜੀ, ਭਕਨੇ ਵਾਲਿਆਂ ਨੂੰ ਮਾਰੋ ਗੋਲੀ। ਤੁਸੀਂ ਹੁਣ ਜਿਹੜਾ ਵਾਅਦਾ ਕੀਤਾ ਹੈ ਸਿਰੇ ਚੜ੍ਹਾ ਦਿਓ।
ਸਿਰੀ ਦੇਵੀ ਵਾਲਾ ਸਾਕ ਹੋ ਜਾਏ। ਤੁਹਾਨੂੰ ਲੈ ਕੇ ਦਊਂ ਲਾਲ ਮਰੂਤੀ ਤੇ ਚਾਚੇ ਜਸਵੰਤ ਨੂੰ ਫੋਰਡ ਟਰੈਕਟਰ ਵਿਚੋਲਗਿਰੀ ਦਾ। ਚਾਚੀਆਂ ਦੋਹਾਂ ਨੂੰ ਸ਼ਨੀਲ ਦੇ ਲਾਲ ਰੰਗ ਦੇ ਸੂਟ। ਨਿੰਦਰ ਸਤਨਾਮ ਨੂੰ ਲਾਲਚ ਦੇ ਰਿਹਾ ਸੀ। ਰਾਤੀ ਜਸਵੰਤ ਨੇ ਉਹਨੂੰ ਆਸ ਬਣਵਾ ਦਿੱਤੀ ਸੀ। ਤੇਰਾ ਇਹ ਚਾਚਾ ਸਤਨਾਮ ਸਹੁੰ ਸ਼ਹਿਰ ਰਹਿੰਦਾ ਹੈ। ਇਹ ਉਹਦੇ ਮਾਪਿਆਂ ਨੂੰ ਵੀ ਜਾਣਦਾ ਹੈ ਤੇ ਉਹ ਅਕਸਰ ਇਹਨਾਂ ਦੇ ਸ਼ਹਿਰ ਆਉਂਦੀ ਵੀ ਰਹਿੰਦੀ ਹੈ। ਇਹ ਉਹਦੇ ਘਰਦਿਆਂ ਨਾਲ ਤੇਰੇ ਸਾਕ ਦੀ ਗੱਲ ਤੋਰ ਸਕਦਾ ਹੈ। ਜਿਹਦੇ ਸਾਕ ਦੀ ਗੱਲ ਤੋਰਨੀ ਸੀ ਉਹ ਸੀ ਫਿਲਮ ਐਕਟਰੈਸ ਸਿਰੀ ਦੇਵੀ। ਕੁਝ ਮਹੀਨੇ ਹੋਏ ਜਦੋਂ ਨਿੰਦਰ ਨੇ ਪਹਿਲੀ ਵਾਰ ਕਿਸੇ ਨਾਲ ਸ਼ਹਿਰ ਜਾ ਕੇ ਇਸ ਐਕਟਰੈਸ ਦੀ ਕੋਈ ਫਿਲਮ ਵੇਖੀ ਸੀ। ਉਦੋਂ ਤੋਂ ਹੀ ਚਮਕਦਾਰ ਅੱਖਾਂ ਤੇ ਗੋਲ ਗਦਰਾਏ ਸਰੀਰ ਵਾਲੀ ਇਸ ਮੁਟਿਆਰ ਉੱਤੇ ਕੁਰਬਾਨ ਹੋ ਗਿਆ ਸੀ। ਫਿਲਮ ਤਾਂ ਅੱਗੇ ਵੀ ਕਦੀ ਕਦੀ ਉਹ ਜਸਵੰਤ ਕੇ ਟੀਵੀ 'ਤੇ ਵੇਖ ਲਿਆ ਕਰਦਾ ਸੀ, ਪਰ ਪੂਰੇ ਸਕਰੀਨ 'ਤੇ ਵੇਖੀ ਫਿਲਮ ਨੇ ਉਹਨੂੰ ਪੂਰਾ ਹੀ ਮੱਲ ਲਿਆ ਸੀ। ਪਿੰਡ 'ਚ ਅੱਗੇ ਵੀ ਮੁੰਡੇ ਖੁੰਡੇ ਰਲ ਕੇ ਕਿਰਾਏ ਉੱਤੇ ਵੀ VCR ਲੈ ਆਉਂਦੇ ਸਨ, ਪਰ ਹੁਣ ਉਹ ਉਚੇਚੇ ਤੌਰ 'ਤੇ ਧਿਆਨ ਰੱਖਦਾ ਤੇ ਸੂਹ ਕੱਢ ਕੇ ਅਗਲੇ ਦੇ ਘਰ ਜਾ ਵੜਦਾ। ਅੱਖਾਂ ਟੀਵੀ ਦੀ ਸਕਰੀਨ ਉੱਤੇ ਗੱਡ ਕੇ ਉਹ ਸਾਹ ਘੁੱਟੀ ਫਿਲਮ ਦੇ ਨਾਲ ਨਾਲ ਉੱਡਦਾ ਰਹਿੰਦਾ। ਕਦੀ ਉੱਚੀ ਉੱਚੀ ਹੱਸ ਪੈਂਦਾ, ਕਦੀ ਲੰਮੇ ਲੰਮੇ ਹੌਕੇ ਲੈਂਦਾ, ਅੱਥਰੂ ਪੂੰਝਦਾ ਰਹਿੰਦਾ। ਫਿਰ ਕਈ ਦਿਨ ਖੇਤਾਂ ਦੇ ਵੱਟਾਂ ਬੰਨਿਆਂ ਉੱਤੇ ਘੁੰਮਦਾ ਰਹਿੰਦਾ। ਖਿਆਲਾਂ 'ਚ ਕਿਸੇ ਫਿਲਮ ਦਾ ਹੀਰੋ ਬਣ ਜਾਂਦਾ। ਸਿਰੀ ਦੇਵੀ ਦੀ ਬਾਂਹ ਖਿੱਚ ਕੇ ਉਹਦੇ ਲੱਕ ਨੂੰ ਹੱਥ ਪਾ ਕੇ ਆਪਣੇ ਕਲੇਜੇ ਨਾਲ ਘੁੱਟਣ ਲੱਗਦਾ ਤਾਂ ਖਿੜ ਕੇ ਹੱਸਦੀ ਹੋਈ ਛਨਨ ਛਨਨ ਛਨ ਛਨ ਕਰਕੇ ਪੰਜੇਬਾਂ ਛਣਕਾਉਂਦੀ ਉਹਦੀ ਬੁੱਕਲ 'ਚੋਂ ਛੋਪੜੇ ਜਿਹੇ ਨਿਕਲ ਕੇ ਦੌੜ ਜਾਂਦੀ ਤੇ ਕਿਸੇ ਰੁੱਖ ਦੇ ਉੱਲੇ ਜਾਂ ਤੂੜੀ ਦੇ ਮੂਸਲ ਪਿੱਛੇ ਲੁਕ ਜਾਂਦੀ। ਉਹ ਅੱਖਾਂ ਝਮਕਦਾ, ਡੌਰ ਭਰ ਹੋਇਆ ਆਸੇ ਪਾਸੇ ਵੇਖਦਾ। ਇੱਥੇ ਤਾਂ ਕੁਝ ਵੀ ਨਹੀਂ ਸੀ, ਕਿੱਥੇ ਗਈ ਉਹ? ਆਸੇ ਪਾਸੇ ਝੋਨੇ ਦੇ ਖੇਤਾਂ ਦੀ ਹਰਿਆਵਲ, ਬੰਬੀ ਦਾ ਚਾਂਦੀ ਰੰਗਾ ਪਾਣੀ ਧਾਰ ਬੰਨ੍ਹ ਕੇ ਚੁਬੱਚੇ 'ਚ ਪੈ ਰਿਹਾ। ਉਹ ਤਾਂ ਉਹ ਸੀ, ਪਾਣੀ ਦੀ ਧਾਰ ਹੇਠਾਂ ਨਹਾਉਂਦੀ, ਮਸ਼ਹੂਰੀ ਵਾਲੇ ਸਾਬਣ ਨਾਲ ਮੂੰਹ ਨੂੰ ਝੱਗੋ ਝੱਗ ਕਰਦੀ, ਕੱਪੜੇ ਭਿੱਜ ਕੇ ਜਿਸਮ ਦੀਆਂ ਗੁਲਾਈਆਂ ਨਾਲ ਚਿਪਕੇ ਹੋਈ। ਨਿੰਦਰ ਨੂੰ ਆਪਣੇ ਵੱਲ ਆਉਂਦੇ ਵੇਖ ਕੇ ਉਹ ਚੁਬੱਚੇ ਦੇ ਬੰਨੇ 'ਤੇ ਲੱਤਾਂ ਲਮਕਾ ਕੇ ਬਹਿ ਗਈ। ਬਾਹਾਂ ਛਾਤੀਆਂ 'ਤੇ ਘੁੱਟ ਲਈਆਂ, ਕਾਲੇ ਕੇਸ ਮੋਢਿਆਂ 'ਤੇ ਖਿਲ ਰਹੇ ਸਨ ਤੇ ਚਿਹਰੇ ਉੱਤੇ ਪਾਣੀ ਦੀਆਂ ਬੂੰਦਾਂ ਦੇ ਨਾਲ ਨਾਲ ਉਹਦੇ ਨੱਕ 'ਚ ਪਿਆ ਚਾਂਦੀ ਰੰਗਾ ਕੋਕਾ ਸ਼ੀਸ਼ੇ ਵਾਂਗ ਲਿਸ਼ਕਦਾ ਪਿਆ ਸੀ। ਲਿਸ਼ਕ ਉਹਦੀਆਂ ਅੱਖਾਂ 'ਚ ਪਈ ਤਾਂ ਉਹ ਅੱਖਾਂ ਬੰਦ ਕਰਕੇ ਉਂਗਲਾਂ ਦੇ ਪੋਟਿਆਂ ਨਾਲ ਹੌਲੀ ਹੌਲੀ ਅੱਖਾਂ ਨੂੰ ਸਹਿਲਾਉਣ ਲੱਗਾ। ਜਸਵੰਤ ਤੋਂ ਛੋਟੇ ਜਸਪਾਲ ਨੇ ਵੇਖਿਆ ਨਿੰਦਰ ਅੱਖਾਂ ਮਿੱਟੀ 'ਚ ਬੱਚੇ ਦੇ ਉੱਤੇ ਲੱਤਾਂ ਲਮਕਾ ਕੇ ਬੈਠਾ ਸੀ ਤੇ ਪਾਣੀ ਦੀ ਧਾਰ ਡਿੱਗਣ ਨਾਲ ਉੜਦੀਆਂ ਛਿੱਟਾਂ ਕਾਰਨ ਉਹਦੇ ਕੱਪੜੇ ਭਿੱਜੇ ਪਏ ਸਨ। ਕੋਈ ਪੱਠੇ ਨਹੀਂ ਵੱਢੇ ਅਜੇ ਤੱਕ? ਜਸਪਾਲ ਨੇ ਪੁੱਛਿਆ ਤਾਂ ਵੇਰਵਾ ਦੇਣ ਲੱਗਾ। ਉਹ ਆਈ ਸੀ ਨਾ ਹੁਣੇ ਹੀ ਇੱਥੇ, ਮੈਨੂੰ ਆਖਦੀ ਸੀ ਖਲੋ ਜਾ, ਮੈਂ ਗਿੱਲੇ ਲੀੜੇ ਬਦਲ ਆਵਾਂ। ਹੁਣ ਕਿੱਥੇ ਹੈ? ਜਸਪਾਲ ਮੁਸਕਰਾਇਆ। ਉਹ ਵੇਖ ਜਾਂਦੀ, ਲਾਲ ਮਰੂਤੀ 'ਚ ਬੈਠੀ। ਨਿੰਦਰ ਨੇ ਦੂਰ GT ਰੋਡ ਉੱਤੇ ਜਾਂਦੀ ਕਿਸੇ ਕਾਰ ਵੱਲ ਇਸ਼ਾਰਾ ਕੀਤਾ। ਉੱਠ ਤਾਂ, ਪੱਠੇ ਵੱਢ। ਮਾਮਾ ਲਾਲ ਮਰੂਤੀ ਦਾ, ਜਸਪਾਲ ਨੇ ਲਾਡ ਨਾਲ ਝਿੜਕਿਆ। ਅਗਲੇ ਕੁਝ ਦਿਨਾਂ 'ਚ ਇਹ ਗੱਲ ਛੋਟੇ ਜਿਹੇ ਸਾਰੇ ਪਿੰਡ 'ਚ ਫੈਲ ਗਈ। ਹੱਟੀ ਭੱਠੀ ਤੇ ਗਲੀ ਦੇ ਮੋੜ ਤੇ ਜਾਂ ਵੱਟ ਬੰਨੇ ਉੱਤੇ ਜਿਹੜਾ ਵੀ ਉਹਨੂੰ ਮਿਲਦਾ ਉਹ ਸਿਰੀ ਦੇਵੀ ਬਾਰੇ ਜ਼ਰੂਰ ਪੁੱਛਦਾ। ਉਹ ਅੱਗੋਂ ਬੜੇ ਉਤਸ਼ਾਹ ਨਾਲ ਦੱਸਦਾ, ਮੈਨੂੰ ਆਖਦੀ ਸੀ ਤੈਨੂੰ ਆਪਣੀ ਅਗਲੀ ਫਿਲਮ 'ਚ ਹੀਰੋ ਲੈਣਾ ਆਪਣੇ ਨਾਲ। ਮੈਂ ਆਖਿਆ ਜਰਾ ਝੋਨੇ ਝੰਬ ਲਈਏ, ਕੱਪੜਾ ਲੱਤਾ ਸਵਾ ਲਈਏ ਚੱਜ ਚਾਰ ਦਾ। ਇਹਨਾਂ ਕੱਪੜਿਆਂ 'ਚ ਸਾਰੇ ਪਿੰਡ ਦਾ ਮੁਸ਼ਕ ਚੁੱਕੀ ਮੈਂ ਆਪਣੀ ਬਿੱਲੋ ਰਾਣੀ ਕੋਲ ਕਿੱਥੇ ਜਾਵਾਂ? ਉਹ ਖਿੜਖਿੜਾ ਹੱਸਦਾ। ਇੱਕ ਦਿਨ ਆਟੇ ਦੀ ਚੱਕੀ ਉੱਤੇ ਘਰ ਲਈ 2 ਕਿਲੋ ਆਟਾ ਲੈਣ ਗਿਆ ਤਾਂ ਮਿਸਤਰੀ ਬਚਨ ਸਿੰਘ ਨੇ ਛੇੜਿਆ, ਓਏ ਐਕਟਰਾ, ਕੱਲ ਤੂੰ ਕਿੱਥੇ ਸੀ? ਉਹ ਸਾਰੇ ਪਿੰਡ 'ਚ ਤੈਨੂੰ ਲੱਭ ਲੱਭ ਕਮਲੀ ਹੋ ਗਈ। ਸਾਡੀ ਚੱਕੀ 'ਤੇ ਆ ਕੇ ਮੈਨੂੰ ਪੁੱਛਣ ਲੱਗੇ, ਆਖੇ ਉਹ ਪਤਾ ਨਹੀਂ ਕਿੱਧਰ ਛੁਪਣ ਹੋ ਗਿਆ ਮੇਰਾ ਨਿੰਗਰ ਚੰਦ। ਮੈਂ ਉਹਦੇ ਪਿੱਛੇ ਪਿੱਛੇ ਤੇ ਉਹ ਅੱਗੇ ਅੱਗੇ ਲੱਭਦਾ ਹੀ ਨਹੀਂ। ਮੈਂ ਤਾਂ ਵਿਆਹ ਕਰਨਾ ਉਹਦੇ ਨਾਲ। ਨਿੰਦਰ ਨੇ ਇੱਕ ਪਲ ਲਈ ਤਾਂ ਅਣਮੰਨੇ ਮਨ ਨਾਲ ਮਿਸਤਰੀ ਦੇ ਮੂੰਹ ਵੱਲ ਵੇਖਿਆ, ਪਰ ਛੇਤੀ ਉਹਦੀਆਂ ਅੱਖਾਂ 'ਚ ਲਿਸ਼ਕ ਆ ਗਈ। ਆਹੋ ਤਾਇਆ, ਵਿਆਹ ਦੀ ਤਾਂ ਪੱਕ ਹੈ ਆਪਣੀ। ਮੈਂ ਹੀ ਉਹਨੂੰ ਆਖਿਆ ਜਰਾ ਵਿਹਲੇ ਜੇ ਦਿਨ ਆ ਜਾਣ। ਆਟੇ ਵਾਲਾ ਲਿਫਾਫਾ ਲੈ ਕੇ ਤੁਰਿਆ ਤਾਂ ਅੱਗੇ ਖੁੰਡਾਂ ਉੱਤੇ ਅਤਰਾ ਨਿਹੰਗ ਤੇ ਕੁੱਬਾ ਫੌਜੀ ਬੈਠੇ ਸਨ। ਨਿੰਦਰ ਤੋਂ ਖੁਸ਼ੀ ਪਚਾਈ ਨਾ ਗਈ। ਬਾਬਾ ਫੌਜੀਆ, ਭਾਈ ਬਚਨ ਸਿੰਘ ਦੀ ਚੱਕੀ ਉੱਤੇ ਕੱਲ ਆਪ ਆਈ ਸੀ। ਉਹਨੂੰ ਆਖ ਗਈ ਹੈ ਜਿੰਨਾ ਆਟਾ ਇਹਨਾਂ ਨੂੰ ਚਾਹੀਦਾ ਹੋਵੇ ਚੁਕਾ ਦਿਆ ਕਰ ਬੋਰੀਆਂ ਭਰ ਭਰ ਕੇ। ਪੈਸਿਆਂ ਦਾ ਮੈਂ ਜਾਣਾ ਜਾਂ ਤੂੰ? ਚੁੱਕੀ ਦਾ ਕੰਜਰਾ ਹਾ ਮੋਮੀ ਜਿਹਾ ਲਿਫਾਫਾ ਉਹਨੇ, ਡੂਢ ਸੇਰ ਦਾ। ਫੌਜੀ ਦੇ ਜਵਾਬ ਵਿੱਚ ਉਹਨੇ ਨਿਰਣਾ ਦਿੱਤਾ, ਲੈ ਇਹਨਾਂ ਵਾਸਤੇ ਆਪਣਾ ਘਰ ਥੋੜ੍ਹਾ ਲੁਟਾ ਲੈਣਾ। ਇਹਨਾਂ ਤੋਂ ਉਹਦੀ ਮੁਰਾਦ ਆਪਣੇ ਘਰਦਿਆਂ ਤੋਂ ਸੀ ਤੇ ਆਪਣੇ ਘਰ ਬਾਰੇ ਉਸ ਦੱਸਿਆ, ਮੇਰਾ ਤੇ ਮੇਰੀ ਬਿੱਲੋ ਦਾ ਇੱਕੋ ਹੀ ਘਰ ਹੈ। ਮੈਂ ਉਹਦੇ ਪੈਸੇ ਖਰਚਾਉਂ ਤਾਂ ਮੇਰੇ ਪੈਸੇ ਉੱਜੜਨਗੇ।
ਅਤਰਾ ਨਿਹੰਗ ਪਹਿਲਾਂ ਤਾਂ ਹੱਸਿਆ, ਫਿਰ ਉਹਨੂੰ ਖਾਮ-ਖਾ ਗੁੱਸਾ ਆ ਗਿਆ। ਇਹ ਸ਼ੁਦਾਈ ਨਾ ਹੋਵੇ ਤਾਂ ਚੜਤ, ਤੇਰੇ ਨਾਲ ਵਿਆਹ ਕਿਵੇਂ ਕਰਵਾ ਲੂ? ਉਹ ਉੱਚੀ ਜਾਤ ਦੀ, ਤੂੰ ਮਜ਼ਬੀ। ਅਤਰੇ ਦੇ ਭਾਣੇ ਵਿਆਹ ਹੋਣ 'ਚ ਕੇਵਲ ਜਾਤ ਪਾਤ ਦਾ ਅੜਿੱਕਾ ਹੀ ਸਭ ਤੋਂ ਵੱਡੀ ਗੱਲ ਸੀ। ਬਾਕੀ ਸਭ ਗੁਣਾਂ ਲੱਛਣਾਂ ਵੱਲੋਂ ਤਾਂ ਜਿਵੇਂ ਜੋੜੀ ਬੜੀ ਢੁਕਵੀਂ ਸੀ। ਅਗਲੇ ਦਿਨ ਹੀ ਜਸਵੰਤ ਨਾਲ ਪੱਠੇ ਕੁਤਰਾਉਂਦਿਆਂ ਉਹਨੇ ਅਤਰੇ ਨਿਹੰਗ ਦਾ ਨਾਂ ਲੈ ਕੇ ਗਾਲ ਕੱਢੀ। ਇਹਦੇ ਕੱਛੇ 'ਚ 100 ਜੂਆਂ। ਸੰਗਰਾਂਦ ਵਾਲੇ ਦਿਨ ਕੜਾਹ ਵਰਤਾਉਂਦਾ ਸੀ। ਮੈਂ ਆਖਿਆ, ਪਹਿਲਾਂ ਹੱਥ ਧੋ ਕੇ ਆ। ਚਾਚਾ, ਇਹਦਾ ਮੇਰੇ ਜਿਹੇ ਸਰਦਾਰ ਨਾਲ ਭਲਾ ਕੀ ਮੁਕਾਬਲਾ? ਮੈਂ ਮਿੰਟੂ ਦਿਓਲ, ਜੱਟ ਪਾਤਸ਼ਾਹ। ਟੋਕਰੀ 'ਚ ਪੱਠੇ ਪਾਉਂਦਿਆਂ ਉਹਨੇ ਹੌਲੀ ਜਿਹੀ ਰਹੱਸ ਉਦਘਾਟਨ ਕੀਤਾ। ਚਾਚਾ, ਤੈਨੂੰ ਨਹੀਂ ਪਤਾ? ਇਹ ਬੜੀਆਂ ਡੂੰਘੀਆਂ ਗੱਲਾਂ ਨੇ। ਜਿਹੜਾ ਫਿਲਮ ਐਕਟਰ ਧਰਮਿੰਦਰ ਹੈ ਨਾ, ਉਹਨੇ ਜਸਵੰਤ ਦੀਆਂ ਅੱਖਾਂ 'ਚ ਅੱਖਾਂ ਗੱਡ ਲਈਆਂ। ਅਸਲ 'ਚ ਉਹ ਮੇਰਾ ਪਿਓ ਆ। ਮਾਂ ਹੈ ਮੇਰੀ ਹੇਮਾ ਮਾਲਿਨੀ। ਹੇਲਾ ਮਾਲਿਨੀ ਨਹੀਂ, ਹੇਮਾ ਮਾਲਿਨੀ, ਜਸਵੰਤ ਨੇ ਦਰੁਸਤੀ ਕੀਤੀ। ਅਸਲ 'ਚ ਉਹਦੇ ਖਜ਼ਾਨੇ 'ਚ ਬਹੁਤ ਸਾਰੀਆਂ ਗੱਲਾਂ ਉਹਦੀ ਕਲਪਨਾ ਦੀ ਉਪਜ ਹੁੰਦੀਆਂ ਤੇ ਬਹੁਤ ਸਾਰੀਆਂ ਲੋਕਾਂ ਤੋਂ ਸੁਣਾ ਕੇ ਉਹਨੇ ਆਪਣੀਆਂ ਬਣਾ ਲਈਆਂ ਸਨ। ਆਹੋ, ਹੇਮਾ ਮਾਲਿਨੀ, ਉਹ ਮੇਰੀ ਮਾਂ ਏ। ਉਹਨੇ ਬੜੇ ਡੂੰਘੇ ਰਾਜ਼ ਦੀ ਗੱਲ ਦੱਸੀ ਤੇ ਜਸਵੰਤ ਦੀਆਂ ਅੱਖਾਂ ਵੱਲ ਵੇਖਦਾ ਹੋਇਆ ਉਹਦਾ ਪ੍ਰਤੀਕਰਮ ਉਡੀਕਣ ਲੱਗਾ। ਜਸਵੰਤ ਮੁੱਛਾਂ 'ਚ ਹੱਸਿਆ। ਮੈਨੂੰ ਪਤਾ ਹੈ, ਜਾ ਤੂੰ ਪਹਿਲਾਂ ਡੰਗਰਾਂ ਨੂੰ ਪੱਠੇ ਪਾ, ਮੂੰਹ ਹੱਥ ਧੋ ਕੇ ਵਿਹਲਾ ਹੋ, ਫਿਰ ਤੇਰੀ ਸਾਰੀ ਕਹਾਣੀ ਸੁਣਦੇ ਹਾਂ। ਸ਼ਾਮ ਨੂੰ ਜਦੋਂ ਜਸਵੰਤ ਦੀ ਪਤਨੀ ਨੇ ਬਾਟੀ 'ਚ ਦਾਲ ਪਾ ਕੇ ਰੋਟੀਆਂ ਨਿੰਦਰ ਦੇ ਹੱਥ ਉੱਤੇ ਰੱਖੀਆਂ ਤਾਂ ਜਸਵੰਤ ਨੇ ਹਾਸੇ ਨਾਲ ਆਖਿਆ, ਹੌਲੀ ਜੀ ਪਿਆਰ ਨਾਲ ਰੋਟੀ ਫੜਾ ਦਿਓਲ ਜੱਟ ਨੂੰ, ਹੇਮਾ ਮਾਲਿਨੀ ਦੇ ਲਾਡਲੇ ਨੂੰ। ਅਗਲੇ ਕੁਝ ਦਿਨਾਂ 'ਚ ਉਹਨੇ ਆਪਣੇ ਬਿਆਨ 'ਚ ਸੋਧ ਕਰ ਲਈ। ਉਹਨੂੰ ਕਿਸੇ ਨੇ ਦੱਸਤਾ ਸੀ ਕਿ ਜਦੋਂ ਦਾ ਉਹ ਪੈਦਾ ਹੋਇਆ ਹੈ, ਉਦੋਂ ਤਾਂ ਅਜੇ ਧਰਮਿੰਦਰ ਦਾ ਹੇਮਾ ਮਾਲਿਨੀ ਨਾਲ ਵਿਆਹ ਵੀ ਨਹੀਂ ਸੀ ਹੋਇਆ। ਹੁਣ ਉਹ ਧਰਮਿੰਦਰ ਦੇ 2 ਪੁੱਤਰਾਂ ਸਨੀ ਦਿਓਲ ਤੇ ਬੋਬੀ ਦਿਓਲ ਹੋਰਾਂ ਦਾ ਤੀਜਾ ਤੇ ਵਿਚਕਾਰਲਾ ਭਰਾ ਸੀ ਤੇ ਉਹਨਾਂ ਦੀ ਮਾਂ ਉਹਦੀ ਮਾਂ ਸੀ। ਇੱਕ ਦਿਨ ਆਖਣ ਲੱਗਾ, ਸਨੀ ਭਰਾ ਆਇਆ ਸੀ ਅੱਜ, ਰੇਲਵੇ ਲਾਈਨ ਉੱਤੇ ਮਿਲਿਆ ਸੀ। ਆਖਦਾ ਸੀ, ਤੂੰ ਫਿਕਰ ਕਿਉਂ ਕਰਦਾ? ਸੱਜਣ ਨੂੰ ਯਾਦ ਕਰਕੇ ਰੋਂਦਾ ਰਹਿੰਦਾ। ਅਸੀਂ ਵੇਖਾਂ ਤੇਰੇ ਸਕੇ ਭਰਾ, ਤੇਰੀਆਂ ਬਾਹਾਂ। ਉਹਦਾ ਚੇਤਨ ਅਵਚੇਤਨ ਇੱਕ ਦੂਜੇ 'ਚ ਘੁਲਦਾ ਮਿਲਦਾ ਰਹਿੰਦਾ। ਰੋਜ਼ ਲੋਕਾਂ ਨਾਲ ਗੱਲਾਂ ਬਾਤਾਂ ਕਰਦਾ ਤੇ ਉਹਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਪਣੀ ਕਹਾਣੀ 'ਚ ਵੱਖ-ਵੱਖ ਰੰਗ ਭਰਦਾ। ਸ਼ਾਮ ਨੂੰ ਕੰਮ ਤੋਂ ਵਿਹਲਾ ਹੁੰਦਾ ਤਾਂ ਜਸਵੰਤ ਹੋਰਾਂ ਦੇ ਟੀਵੀ ਅੱਗੇ ਜਾ ਬੈਠਦਾ। ਖੇਤਾਂ 'ਚ ਕੰਮ ਕਰ ਰਿਹਾ ਹੁੰਦਾ ਤਾਂ ਖੇਤਾਂ ਨੇੜਿਓਂ ਲੰਘਦੀ ਰੇਲਵੇ ਲਾਈਨ ਉੱਤੇ ਜਾਂਦੀ ਗੱਡੀ ਤੇ ਜਾਂਦੇ ਰਾਹੀਆਂ ਵੱਲ ਨੀਝ ਲਾ ਕੇ ਵੇਖਦਾ ਰਹਿੰਦਾ। ਕਦੀ ਖੁਸ਼ ਹੋ ਜਾਂਦਾ, ਕਦੀ ਉਦਾਸ। ਹੁਣੇ ਸੱਜਣ ਦੀਆਂ ਗੱਲਾਂ ਹੋ ਕੇ ਹਟੀਆਂ ਸਨ। ਉਹਨੂੰ ਯਾਦ ਕਰਦਿਆਂ ਨਿੰਦਰ ਨੇ ਉਦਾਸੀ 'ਚ ਭਿੱਜ ਕੇ ਆਖਿਆ, ਸੀਰੀ ਦੇਵੀ ਕੱਲ੍ਹ ਮੇਰੇ ਪਿੱਛੋਂ ਸਾਡੇ ਘਰ ਭਾਪੇ ਕੋਲ ਆਈ ਸੀ। ਕੀ ਕਰਨ ਆਈ ਸੀ? ਐਤਕੀਂ ਸਤਨਾਮ ਨੇ ਪੁੱਛਿਆ। ਅਕਸਰ ਉਹਨੇ ਵਿਚੋਲਗਿਰੀ ਕਰਨੀ ਸੀ, ਸੱਜਣ ਦਾ ਹਿਰਖ ਕਰਨਾ। ਕੀ ਆਂਦੀ ਸੀ? ਆਖਦੀ ਸੀ, ਪਾਪਾ ਜੀ, ਵੱਡੇ ਭਾਜੀ ਵੱਲੋਂ ਤਾਂ ਬੜਾ ਮਾੜਾ ਹੋਇਆ। ਉਹ ਤਾਂ ਘਰ ਦਾ ਬੰਨ ਸੀ, ਕਮਾਊ ਪੁੱਤ, ਹੌਸਲਾ ਰੱਖੋ, ਹੁਣ ਭਾਣਾ ਮੰਨਣਾ ਹੀ ਪੈਣਾ। ਉਹ ਇੰਨੀ ਗੰਭੀਰਤਾ ਨਾਲ ਦੱਸ ਰਿਹਾ ਸੀ ਕਿ ਨਾ ਚਾਹੁੰਦਿਆਂ ਵੀ ਜਸਵੰਤ ਤੇ ਸਤਨਾਮ ਦਾ ਹਾਸਾ ਨਿਕਲ ਗਿਆ। ਉਹਨਾਂ ਨੂੰ ਹੱਸਦਾ ਵੇਖ ਕੇ ਨਿੰਦਰ ਆਪ ਵੀ ਹੱਸ ਪਿਆ। ਅੱਛਾ ਜਸਵੰਤ ਸਿਆਂ, ਯਾਰ ਇਹ ਤਾਂ ਦੱਸ ਕਿ ਉਹ ਕਿੰਨਾ ਕੁ ਪੜ੍ਹਿਆ ਲਿਖਿਆ ਹੈ, ਕਿੱਥੇ ਪੜ੍ਹਿਆ ਤੇ ਜ਼ਮੀਨ ਜਾਇਦਾਦ ਕਿੰਨੀ ਹੈ ਇਹਦੀ? ਅਕਸਰ ਅਗਲਿਆਂ ਨਾਲ ਇਹਦੇ ਰਿਸ਼ਤੇ ਦੀ ਗੱਲ ਤੋਰਨੀ ਆ ਤੇ ਅਗਲੇ ਮੁੰਡੇ ਬਾਰੇ ਸਾਰੀ ਪੁੱਛ-ਗਿੱਛ ਤਾਂ ਕਰਨਗੇ ਹੀ। ਸਤਨਾਮ ਗੰਭੀਰ ਹੋ ਕੇ ਜਸਵੰਤ ਤੋਂ ਹੋਰ ਵਿਸਥਾਰ ਜਾਣਨਾ ਚਾਹੁੰਦਾ ਸੀ। ਆਪਣਾ ਪੁੱਤਰ ਨਿੰਦਰ ਸੋਂ ਬਹੁਤ ਪੜ੍ਹਿਆ ਲਿਖਿਆ ਤੇ ਸਿਆਣਾ ਮੁੰਡਾ ਹੈ, ਉਨੀ ਗੰਭੀਰਤਾ ਨਾਲ ਜਸਵੰਤ ਜਵਾਬ ਦੇ ਰਿਹਾ ਸੀ। ਪਿਛਲੇ ਦਿਨੀਂ ਡੰਗਰਾਂ ਵਾਲੇ ਕੋਠੇ 'ਚ ਬੱਲਬ ਲਾਉਣ ਲੱਗਿਆ ਇਹਨੂੰ ਮਾੜਾ ਜਿਹਾ ਕਰੰਟ ਲੱਗਾ। ਇਹ ਝਟਕਾ ਲੱਗਣ ਨਾਲ ਜ਼ਮੀਨ 'ਤੇ ਡਿੱਗ ਪਿਆ। ਅਸੀਂ ਫੜ ਕੇ ਉਠਾਇਆ ਤੇ ਇਹਨੇ ਲੱਖ ਰੁਪਏ ਦੀ ਗੱਲ ਆਖੀ। ਆਖਣ ਲੱਗਾ, ਚਾਚਾ, ਮੈਂ ਹੀ ਘਰ 'ਚੋਂ ਪੜ੍ਹਿਆ ਲਿਖਿਆ ਤੇ ਸਿਆਣਾ ਬੰਦਾ ਸੀ। ਮੈਂ ਹੀ ਮਰ ਜਾਂਦਾ ਤਾਂ ਘਰ ਤਬਾਹ ਹੋ ਜਾਣਾ ਸੀ। ਮੁਸਕੜੀਆਂ 'ਚ ਹੱਸਦਿਆਂ ਹੋਇਆਂ ਉਹਨੇ ਹੋਰ ਜੋੜਿਆ, ਇਹੋ ਜਿਹੇ ਪੜ੍ਹੇ ਲਿਖੇ ਤੇ ਸਿਆਣੇ ਮੁੰਡੇ ਕਿਤੇ ਘਰ-ਘਰ ਲੱਭਦੇ ਨੇ। ਜਿੰਨਾ ਚਿਰ ਜਸਵੰਤ ਉਸ ਬਾਰੇ ਜਾਣਕਾਰੀ ਦਿੰਦਾ ਰਿਹਾ ਤੇ ਉਹਨੂੰ ਪੜ੍ਹਿਆ ਲਿਖਿਆ ਸਿੱਧ ਕਰਦਾ ਰਿਹਾ, ਉਹਨਾਂ ਚਿਰ ਉਹ ਆਪਣੇ ਬਚਪਨ ਦੇ ਉਹਨਾਂ ਪਲਾਂ ਵਿੱਚ ਗਵਾਚਾ ਰਿਹਾ ਜਦੋਂ 6-7 ਸਾਲ ਦੀ ਉਮਰ 'ਚ ਨੰਬਰਦਾਰਾਂ ਦੇ ਡੰਗਰਾਂ ਨੂੰ ਚਾਰਨ ਬਾਹਰ ਵੱਟਾਂ ਬੰਨਿਆਂ ਉੱਤੇ ਲਿਜਾਇਆ ਕਰਦਾ ਸੀ। ਜਦੋਂ ਡੰਗਰ ਛੱਪੜ 'ਚ ਵੜ ਜਾਂਦੇ ਤਾਂ ਉਹ ਸਦਾ ਛੱਪੜ ਕੰਢੇ ਬਣੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਗੇਟ ਨਾਲ ਮੋਢਾ ਲਾ ਕੇ ਟੇਢਾ ਹੋ ਕੇ ਖੜੋ ਜਾਂਦਾ। ਨਲਕੇ ਉੱਤੇ ਪਾਣੀ ਪੀਂਦੇ ਤੇ ਫੱਟੀਆਂ ਪੋਚਦੇ ਮੁੰਡਿਆਂ ਨੂੰ ਨੀਝ ਨਾਲ ਵੇਖਦਾ। ਕਿੱਕਰਾਂ ਹੇਠਾਂ ਮਾਸਟਰ ਤੇ ਮਾਸਟਰਨੀਆਂ ਜਮਾਤਾਂ ਲੈ ਕੇ ਬੈਠੇ ਹੁੰਦੇ। ਹੌਲੀ-ਹੌਲੀ ਖਿਸਕਦਾ ਹੋਇਆ ਨਲਕੇ ਕੋਲ ਚਲਾ ਜਾਂਦਾ ਤੇ ਫਿਰ ਲੰਮੀ ਗੁੱਤ ਤੇ ਬਿੱਲੀਆਂ ਅੱਖਾਂ ਵਾਲੀ ਭੈਣ ਜੀ ਗੁਰਮੀਤ ਵੱਲ ਇੱਕ ਟੱਕ ਨਿਗਾਹ ਟਿਕਾ ਕੇ ਵੇਖਦਾ ਰਹਿੰਦਾ।
ਇੱਕ ਦਿਨ ਗੁਰਮੀਤ ਭੈਣ ਜੀ ਵੱਲ ਵੇਖਦਾ ਵੇਖਦਾ ਉਹ ਖਿਚੀਂਦਾ ਗਿਆ ਤੇ ਉਹਨੂੰ ਪਤਾ ਵੀ ਨਾ ਲੱਗਾ ਕਿ ਕਦੋਂ ਕਿੱਕਰਾਂ ਦੀ ਛਾਵੇਂ ਚਲਾ ਗਿਆ। ਭੈਣ ਜੀ, ਮੁੰਡਾ ਤਾਂ ਤੁਹਾਡੇ ਤੋਂ ਅੱਖਾਂ ਹੀ ਨਹੀਂ ਚੁੱਕਦਾ, ਮਾਸਟਰ ਨੇ ਸ਼ਰਾਰਤ ਨਾਲ ਆਖਿਆ। ਗੁਰਮੀਤ ਭੈਣ ਜੀ ਨੇ ਉਸ ਵੱਲ ਵੇਖਿਆ ਤੇ ਇਸ਼ਾਰੇ ਨਾਲ ਉਹਨੂੰ ਆਪਣੇ ਕੋਲ ਸੱਦਿਆ। ਉਹ ਢੁੱਕ ਕੇ ਉਹਦੀ ਕੁਰਸੀ ਦੀ ਬਾਹੀ ਨਾਲ ਲੱਗ ਗਿਆ। ਕਾਕਾ, ਤੇਰਾ ਪੜ੍ਹਨ ਨੂੰ ਜੀ ਕਰਦਾ? ਗੁਰਮੀਤ ਨੇ ਉਹਦੀਆਂ ਦੋਵਾਂ ਗੱਲਾਂ ਨੂੰ ਆਪਣੇ ਹੱਥਾਂ ਨਾਲ ਘੁੱਟਦਿਆਂ ਪੁੱਛਿਆ। ਕਿੰਨੀ ਮੋਹ ਲੈਣ ਵਾਲੀ ਖੁਸ਼ਬੂ ਆ ਰਹੀ ਸੀ ਗੁਰਮੀਤ ਭੈਣ ਜੀ ਕੋਲੋਂ। ਨਿੰਦਰ ਨੇ ਉਹਦੀਆਂ ਮੋਟੀਆਂ ਬਿੱਲੀਆਂ ਅੱਖਾਂ 'ਚੋਂ ਬੜੀ ਆਸ ਨਾਲ ਵੇਖਦਿਆਂ ਹਾਂ ਵਿੱਚ ਸਿਰ ਹਿਲਾਇਆ। ਗੁਰਮੀਤ ਦੇ ਨੱਕ 'ਚ ਚਾਂਦੀ ਰੰਗਾ ਕੋਕਾ ਲਿਸ਼ਕ ਰਿਹਾ ਸੀ। ਉਹ ਖੁਸ਼ਬੂ ਹੋਇਆ ਸੁਪਨੇ ਵਿੱਚ ਗਵਾਚਾ ਹੋਇਆ ਸੀ ਜਦੋਂ ਉਹਨੂੰ ਦੂਰੋਂ ਘੈਂਟ ਦੀ ਆਵਾਜ਼ ਸੁਣਾਈ ਦਿੱਤੀ। ਓਏ ਖੋਤੇ ਦਿਆ ਖੁਰਾ, ਆਪਣੀ ਮਾਂ ਨੂੰ ਸਾਂਭ, ਇੱਧਰ ਆ ਕੇ। ਉਹ ਮੱਝ ਨੂੰ ਆਪਣੀ ਫਸਲ 'ਚੋਂ ਮੋੜ ਰਿਹਾ ਸੀ। ਲਾਉਂਦਾ ਤੇਰੇ ਕੰਨਾਂ ਮੁੱਢ ਤੂੰ। ਤਰਬਕ ਕੇ ਸੁਪਨੇ 'ਚ ਜਾਗਦਿਆਂ ਉਹ ਮੱਝ ਮੋੜਨ ਦੌੜ ਉੱਠਿਆ ਸੀ। ਤਾਰੇ ਘੈਂਟ ਨੇ ਇੱਕ ਨਿੱਕੀ ਜਿਹੀ ਚਪੇੜ ਉਹਦੇ ਮਾਰੀ ਵੀ। ਚਪੇੜ ਜ਼ੋਰਦਾਰ ਨਹੀਂ ਸੀ ਤੇ ਉਹਦੇ 'ਚ ਥੋੜਾ ਲਾਡ ਵੀ ਸੀ, ਪਰ ਫਿਰ ਵੀ ਤਾਰੇ ਘੈਂਟ ਦੇ ਹੱਥਾਂ ਦੀ ਛੋਹ ਹੇਠਾਂ ਗੁਰਮੀਤ ਦੇ ਕੋਲੇ ਹੱਥਾਂ ਦੀ ਛੋਹ ਦੱਬੀ ਗਈ। ਦੂਰੋਂ ਨੇੜੇ ਪਰਤਦਿਆਂ ਨਿੰਦਰ ਨੇ ਸਤਨਾਮ ਨੂੰ ਆਪਣੀ ਪੜ੍ਹਾਈ ਬਾਰੇ ਸੂਚਿਤ ਕੀਤਾ। ਪੜ੍ਹਿਆ ਤਾਂ ਮੈਂ ਚਾਚਾ BA ਪਾਸ ਹਾਂ। 13 ਪੜ੍ਹੀਆਂ ਸਕੂਲਾਂ 'ਚੋਂ ਤੇ 10 ਪੜ੍ਹੀਆਂ ਕਾਲਜ 'ਚੋਂ। ਦੋਵੇਂ ਉਹਦੇ ਇਸ ਜਵਾਬ ਉੱਤੇ ਹੱਸਣ ਹੀ ਵਾਲੇ ਸਨ ਕਿ ਉਹਨੇ ਆਪਣੀ ਜ਼ਮੀਨ ਜਾਇਦਾਦ ਦਾ ਵੀ ਵੇਰਵਾ ਦੇਣਾ ਸ਼ੁਰੂ ਕਰ ਦਿੱਤਾ। ਜ਼ਮੀਨ ਤਾਂ ਜਿਹੜੀ 300-400 ਕਿੱਲਾ ਪਿੰਡ ਵਾਲੀ ਆ, ਉਹ ਤਾਂ ਡੈਡੀ ਧਰਮਿੰਦਰ ਨੇ ਆਖ ਦਿੱਤਾ ਕਿ ਤੇਰੇ ਨਾਂ ਹੀ ਆ। ਤੂੰ ਹੀ ਵੇਚ ਵੱਟ, ਤੂੰ ਹੀ ਖਾ ਖਰਚ। ਦੂਜੇ ਮੁੰਡਿਆਂ ਦਾ ਪਿੰਡ ਆ ਕੇ ਰਹਿਣਾ ਨਹੀਂ, ਉਹ ਤਾਂ ਹੁਣ ਬੰਬਈ ਟਿਕਣਗੇ। ਵੱਡੀ ਬੀਬੀ ਪ੍ਰਕਾਸ਼ ਕੌਰ ਨੇ ਆਖਿਆ ਹੈ, ਪੁੱਤ ਗਹਿਣਿਆਂ ਕੱਪੜਿਆਂ ਦਾ ਘਾਟਾ ਨਹੀਂ, ਟਰੰਕਾਂ ਦੇ ਟਰੰਕ ਤੇ ਸੰਦੂਕਾਂ ਦੇ ਸੰਦੂਕ ਭਰੇ ਪਏ ਨੇ। ਹੋਰ ਤਾਂ ਹੋਰ ਛੋਟੀ ਬੀਬੀ ਹੇਮਾ ਮਾਲਿਨੀ ਨੇ ਵੀ ਆਖਿਆ, ਤੇਰੀਆਂ 2 ਭੈਣਾਂ ਨੇ, ਇਹਨਾਂ ਲਈ ਚੰਗੇ ਸਾਕ ਲੱਭ, ਇਹਨਾਂ ਨੂੰ ਮੰਗ ਵਿਆਹ, ਘਰੋਂ ਘਰੀ ਤੋਰ, ਪਿੱਛੋਂ ਸਾਰਾ ਕੁਝ ਤੇਰਾ ਹੀ ਹੈ। ਐਸ਼ ਕਰੀ ਪੁੱਤ, ਮੈਂ ਕਿਤੇ ਸਾਰੀ ਉਮਰ ਬਹਿ ਰਹਿਣਾ ਇੱਥੇ। ਅਗਲੇ ਦਿਨਾਂ ਵਿੱਚ ਉਹਨੇ ਆਪ ਹੀ ਸਾਰੇ ਪਿੰਡ ਵਿੱਚ ਸੂਚਨਾ ਦੇ ਦਿੱਤੀ ਕਿ ਸ੍ਰੀ ਦੇਵੀ ਦੇ ਘਰ ਵਾਲਿਆਂ ਨੇ ਉਚੇਚਾ ਬੰਦਾ ਇੱਥੇ ਮੈਨੂੰ ਵੇਖਣ ਤੇ ਪਸੰਦ ਕਰਨ ਲਈ ਭੇਜਿਆ ਸੀ। ਉਹਨੂੰ ਤਾਂ ਮੈਨੂੰ ਵੇਖ ਕੇ ਚਾਹ ਚੜ ਗਿਆ। ਉਹ ਆਖਦਾ ਸੀ, ਏਡਾ ਸੋਹਣਾ ਬਣਦਾ ਤਣਦਾ ਹੀਰੇ ਵਰਗਾ ਜਵਾਨ ਕਿਤੇ ਕਰਮਾਂ ਵਾਲਿਆਂ ਨੂੰ ਹੀ ਲੱਭਦਾ ਹੈ। ਇਹਨਾਂ ਸੁਪਨਿਆਂ 'ਚ ਗਵਾਚਾ ਨਿੰਦਰ ਮੋਢੇ ਉੱਤੇ ਕਹੀ ਰੱਖੀ ਖਲੋ ਖਲ ਤੁਰਿਆ ਜਾ ਰਿਹਾ ਸੀ। ਅੱਗੋਂ ਪਿੰਡ ਵੱਲੋਂ ਆਉਂਦੀ ਉਹਨਾਂ ਦੇ ਨਾਲ ਦੀ ਗਲੀ 'ਚ ਰਹਿੰਦੀ ਉਹਦੀ ਬਰਾਦਰੀ ਦੀ ਤੇ ਉਹਦੀ ਹਮ ਉਮਰ ਕੁੜੀ ਧੰਤੋ ਉਹਨੂੰ ਨੇੜੇ ਆਇਆ ਵੇਖ ਕੇ ਖਲੋ ਗਈ। ਵੇ ਨਿੰਦਰਾ, ਸੁਣਿਆ ਤੇਰਾ ਕਿਸੇ ਫਿਲਮਾਂ 'ਚ ਨੱਚਣ ਗਾਉਣ ਵਾਲੀ ਨਾਲ ਵਿਆਹ ਹੋਣ ਵਾਲਾ ਹੈ। ਇਹ ਕਿਹੜੀ ਲੁਕੀ ਛਿਪੀ ਗੱਲ ਹੈ, ਸਾਰੇ ਜੱਗ ਜਹਾਨ ਨੂੰ ਪਤਾ ਹੈ। ਵੇ ਕਿਤੇ ਮਿਲੀ ਗਿਲੀ ਵੀ ਹੋ, ਕਿਧਰੇ ਵੇਖੀ ਚਾਖੀ ਹੋ ਕਿ ਉਂਜੀ ਆਵਾਜ਼ 'ਚ ਤਲਵਾਰਾਂ ਚਲਾਉਣਾ। ਮਿਲੀ ਗਿਲੀ ਛੱਡ ਕੇ ਨਿੱਕੇ ਹੁੰਦਿਆਂ ਇਕੱਠੇ ਖੇਡਦੇ ਰਹੇ ਹਾਂ, ਪਿੱਲ ਗੋਲੀ ਤੇ ਨੱਕਾਪੂਰ। ਉਹ ਸਹਿਬਨ ਹੀ ਕਹਿ ਗਿਆ। ਨਿੱਕੇ ਹੁੰਦੇ ਆਂਢ ਗੁਆਂਢ ਦੇ ਮੁੰਡੇ ਕੁੜੀਆਂ ਰਲ ਕੇ ਖੇਡਿਆ ਕਰਦੇ ਸਨ। ਧੰਤੋ ਤੇ ਨਿੰਦਰ ਵੀ ਉਹਨਾਂ 'ਚ ਹੁੰਦੇ ਸਨ। ਧੰਤੋ ਤਕੜੀ ਤੇ ਧੱਕੜ ਸੀ, ਹਾਰਦੀ ਦਿਸਦੀ ਤਾਂ ਸਾਰੀ ਖੇਡ ਵਿਗਾੜ ਦਿੰਦੀ। ਨਿੰਦਰ ਨੂੰ ਉਹਦਾ ਇਹ ਵਤੀਰਾ ਪਸੰਦ ਨਹੀਂ ਸੀ ਹੁੰਦਾ। ਉਸ ਨਾਲ ਖੇਡਣ ਤੋਂ ਝਿਜਕਦਾ। ਵੇ ਸਾਡੇ ਨਾਲ ਤਾਂ ਖੇਡਦਾ ਨਹੀਂ ਸੀ ਹੁੰਦਾ, ਤੂੰ ਰੋਂਦਲ ਹੈ, ਰੋਂਦ ਮਾਰਦੀ ਹੁੰਦੀ ਸੀ। ਉਹਦੀ ਗੱਲ ਸੁਣ ਕੇ ਧੰਤੋ ਕਪਾਹ ਦੇ ਫੁੱਟਾਂ ਵਾਂਗ ਖਿੜ ਗਈ ਤੇ ਆਸੇ-ਪਾਸੇ ਵੇਖ ਕੇ ਨਿੰਦਰ ਦੀ ਹਿੱਕ ਉੱਤੇ ਪੋਲਾ ਜਿਹਾ ਧੱਫਾ ਮਾਰਿਆ। ਗੱਲਾਂ ਕਿੰਨੀਆਂ ਆਉਂਦੀਆਂ ਟੁੱਟ ਪੈਣੇ ਨੂੰ। ਹਿੱਕ ਤੇ ਹੱਥ ਲੱਗਦਿਆਂ ਨਿੰਦਰ ਨੂੰ ਜਾਪਿਆ ਉਹਦਾ ਦਿਲ ਬੁੜਕ ਕੇ ਉਹਦੀ ਛਾਤੀ 'ਚੋਂ ਬਾਹਰ ਆ ਡਿੱਗੇਗਾ। ਧੰਤੋ ਦਾ ਹਾਸਾ ਵੀ ਇੱਕ ਪਲ ਲਈ ਉਹਨੂੰ ਸ੍ਰੀ ਦੇਵੀ ਵਰਗਾ ਲੱਗਾ। ਵੇ ਵੀਰ ਬਣ ਕੇ ਥੋੜਾ ਜਿਹਾ ਸਾਗ ਤੋੜ ਲੈਂਦੇ। ਧੰਤੋ ਕਣਕ ਚੁੱਗੀ ਸਰੋਂ ਦੀਆਂ ਕੂਲੀਆਂ ਗੰਦਲਾਂ ਵੇਖ ਕੇ ਲਲਚਾ ਗਈ ਸੀ। ਇੱਕ ਛਿਣ ਤਾਂ ਨਿੰਦਰ ਨੇ ਸੋਚਿਆ ਕਿ ਉਹਨੂੰ ਆਖੇ, ਤੂੰ ਵੱਟ ਤੇ ਬੈਠ, ਮੈਂ ਆਪ ਤੇਰੇ ਲਈ ਸਾਗ ਤੋੜ ਕੇ ਲਿਆਉਂਦਾ। ਪਰ ਦੂਜੇ ਛਿਣ ਉਹਨੂੰ ਖਿਆਲ ਆ ਗਿਆ, ਜੇ ਚਾਚਾ ਆ ਗਿਆ ਤਾਂ। ਚਾਚਾ ਮੈਂ ਸਕੂਟਰ ਉੱਤੇ ਬੱਸਾਂ ਦੇ ਅੱਡੇ ਵੱਲ ਜਾਂਦਾ ਵੇਖਿਆ, ਤੋੜ ਲੈ ਫਿਰ। ਉਹਨੇ ਸਾਰਾ ਖੇਤ ਉਹਦੇ ਹਵਾਲੇ ਕਰ ਦਿੱਤਾ ਤੇ ਆਪ ਪਾਣੀ ਦਾ ਕਿਆਰਾ ਛੇਤੀ ਮੋੜ ਕੇ ਵਾਪਸ ਧੰਤੋ ਕੋਲ ਪਰਤ ਆਉਣ ਲਈ ਅੱਗੇ ਵਧਿਆ। ਕਿਆਰਾ ਮੋੜ ਕੇ ਕਾਹਲੇ ਕਦਮੀ ਪਰਤ ਹੀ ਰਿਹਾ ਸੀ ਕਿ ਉਹਨੇ ਪਿੰਡ ਵੱਲੋਂ ਆਉਂਦੇ ਸਕੂਟਰ ਦੀ ਆਵਾਜ਼ ਸੁਣੀ। ਜਸਵੰਤ ਨੂੰ ਆਉਂਦਾ ਵੇਖ ਕੇ ਸਾਗ ਦੇ ਤੋੜੇ 2 ਰੁੱਗ ਵੱਟ ਉੱਤੇ ਹੀ ਰੱਖ ਕੇ ਧੰਤੋ ਚੁੱਪਕੇ ਜਿਹੇ ਅਗਲੇ ਖੇਤਾਂ ਨੂੰ ਤੁਰ ਗਈ। ਜਸਵੰਤ ਨੇ ਵੇਖ ਲਿਆ ਸੀ। ਉਹ ਕੁੜੀ ਕੀ ਕਰਦੀ ਸੀ ਪਹਿਲੀਆਂ 'ਚ? ਕੁਝ ਨਹੀਂ ਹੋਈ। ਜਸਵੰਤ ਨੇ ਵੱਟ ਉੱਤੇ ਪਿਆ ਸਾਗ ਵੇਖਿਆ। ਆ ਕੀ ਹੈ? ਇਹ ਤਾਂ ਮੈਂ ਰਖਾਇਆ ਉਹਦੇ ਕੋਲੋਂ। ਮੈਂ ਉਹਨੂੰ ਆਖਿਆ, ਵਗ ਜਾ ਇੱਥੋਂ।
ਤੈਨੂੰ ਕਿਹਨੇ ਸਾਗ ਤੋੜਨ ਲਈ ਆਖਿਆ? ਤੈਨੂੰ ਕੀ ਪਤਾ ਜੱਟ ਕਿਵੇਂ ਔਖਾ ਹੋ ਕੇ ਦਿਨ ਰਾਤਾਂ ਭੰਨ ਕੇ ਫਸਲਾਂ ਨੂੰ ਪਾਲਦਾ। ਹੋਰ ਮੌਕਾ ਹੁੰਦਾ ਤਾਂ ਸ਼ਾਇਦ ਜਸਵੰਤ ਉਹਦੇ ਵੱਲੋਂ ਇੰਜ ਪੈਂਤੜਾ ਬਦਲਣ ਉੱਤੇ ਮੁਸਕਰਾ ਪੈਂਦਾ, ਪਰ ਹੁਣ ਉਹਨੇ ਕੌੜਾ ਜਿਹਾ ਮੂੰਹ ਬਣਾ ਕੇ ਆਖਿਆ, ਜੇ ਇਸ ਤਰ੍ਹਾਂ ਤੂੰ ਕੁੜੀਆਂ ਨਾਲ ਹੋਰ ਠਰਕ ਭੋਰਦਾ ਰਿਹਾ, ਏਦਾਂ ਹੀ ਫਸਲ ਨੂੰ ਉਜਾੜਾ ਪਾਉਂਦਾ ਰਿਹਾ, ਤਾਂ ਮੈਂ ਸਤਨਾਮ ਨੂੰ ਆਖ ਦੇਣਾ ਕਿ ਤੈਨੂੰ ਸਾਕ ਨਾ ਕਰਵਾਏ। ਕੰਜਰਾ, ਵਫਾਦਾਰੀ ਦੀ ਕੋਈ ਚੀਜ਼ ਹੁੰਦੀ ਆ, ਤੂੰ ਉਹਦੇ ਨਾਲ ਵੀ ਧੋਖਾ ਕਰਦਾ ਹੈ ਤੇ ਸਾਡੇ ਨਾਲ ਵੀ। ਧੰਤੋ ਦਾ ਹੱਥ ਲੱਗਣ ਤੇ ਜਿਹੜਾ ਦਿਲ ਤੇਜ਼ੀ ਨਾਲ ਬੁੜਕ ਕੇ ਬਾਹਰ ਡਿੱਗਣ ਨੂੰ ਫਿਰਦਾ ਸੀ, ਉਹ ਝੱਗ ਵਾਂਗ ਅੰਦਰ ਹੀ ਅੰਦਰ ਬੈਠ ਗਿਆ। ਉਹਨੂੰ ਤਾਂ ਸਿਰੀ ਦੇਵੀ ਚਾਹੀਦੀ ਸੀ, ਉਹਨੇ ਧੰਤੋ ਤੋਂ ਕੀ ਲੈਣਾ ਸੀ। ਅਗਲੇ ਦਿਨ ਜਦੋਂ ਧੰਤੋ ਉਹਦੇ ਵੱਲ ਆਉਂਦੀ ਦਿਸੀ ਤਾਂ ਉਹ ਨਜ਼ਰਾਂ ਚੁਰਾ ਕੇ ਦੂਜੀ ਵੱਟੇ ਪੈ ਗਿਆ। ਉਹਦੀ ਨਜ਼ਰ ਤਾਂ ਜਿੱਥੇ ਮਿਲੀ ਸੀ ਬਸ ਉੱਥੇ ਮਿਲੀ ਹੋਈ ਸੀ। ਹੁਣ ਤਾਂ ਉਹ ਰੋਜ਼ ਸਤਨਾਮ ਨੂੰ ਉਡੀਕਦਾ ਸੀ ਕਦੋਂ ਰਿਸ਼ਤੇ ਦੇ ਪੱਕੇ ਹੋਣ ਦਾ ਸੁਨੇਹਾ ਲੈ ਕੇ ਆਵੇ। ਸਤਨਾਮ ਆਇਆ ਤਾਂ ਉਹਨੂੰ ਚਾਅ ਚੜ੍ਹ ਗਿਆ। ਉਸ ਨਾਲ ਉਹਦੇ ਕੁਝ ਲੇਖਕ ਤੇ ਪ੍ਰੋਫੈਸਰ ਦੋਸਤ ਵੀ ਸਨ। ਸਤਨਾਮ ਆਪਣੇ ਦੋਸਤ ਨੂੰ ਨਿੰਦਰ ਨਾਲ ਮਿਲਾਉਣਾ ਚਾਹੁੰਦਾ ਸੀ। ਚਾਹ ਪਾਣੀ ਤੋਂ ਵਿਹਲੇ ਹੋ ਕੇ ਉਹਨਾਂ ਨੇ ਉਹਨੂੰ ਆਪਣੇ ਕੋਲ ਹੀ ਬੁਲਾ ਲਿਆ, ਨੁਮਾਇਸ਼ ਦੀ ਵਸਤੂ ਵਾਂਗ। ਗੱਲ ਸ਼ੁਰੂ ਕਰਨ ਲਈ ਸਤਨਾਮ ਨੇ ਆਖਿਆ, ਉਹ ਯਾਰ, ਸ੍ਰੀ ਦੇਵੀ ਦੇ ਘਰ ਵਾਲਿਆਂ ਨਾਲ ਤਾਂ ਮੇਰਾ ਅਜੇ ਮੇਲ ਨਹੀਂ ਹੋ ਸਕਿਆ। ਉਂਝ ਉਹ ਆਪ ਮੈਨੂੰ ਮਿਲੀ ਸੀ, ਤੇਰੇ ਬਾਰੇ ਦੱਸਿਆ ਤਾਂ ਬੜੀ ਖੁਸ਼ ਹੋਈ। ਕਹਿੰਦੀ ਸੀ ਮੈਂ ਤਾਂ ਆਪ ਤਿਆਰ ਹਾਂ, ਪਰ ਮੇਰੇ ਮਾਪਿਆਂ ਨਾਲ ਤਾਂ ਗੱਲ ਕਰਨੀ ਜ਼ਰੂਰੀ ਹੈ। ਨਿੰਦਰ ਦੇ ਵਿਚਾਰ ਜਾਣਨ ਤੋਂ ਪਹਿਲਾਂ ਹੀ ਕਿਸੇ ਹੋਰ ਨੇ ਪੇਸ਼ਕਸ਼ ਕਰਤੀ, ਜੇ ਸ਼੍ਰੀ ਦੇਵੀ ਨਾਲ ਗੱਲ ਸਿਰੇ ਨਹੀਂ ਲੱਗਦੀ ਤਾਂ ਛੱਡ ਉਹਨੂੰ, ਤੇਰੇ ਲਈ ਤਾਂ ਮਾਧੁਰੀ ਦੀਕਸ਼ਿਤ ਤਰਲੇ ਲੈਂਦੀ ਫਿਰਦੀ ਹੈ। ਉਹ ਆਖਦੀ ਹੈ, ਨਿੰਦਰ ਅੱਜ ਹਾਂ ਕਰੇ, ਮੈਂ ਕੱਲ ਵਿਆਹ ਕਰਾਉਣ ਨੂੰ ਤਿਆਰ ਹਾਂ। ਤਿਆਰ ਉਂਝ ਜੂਹੀ ਚਾਵਲਾ ਵੀ ਹੈ, ਇਹ ਕੋਈ ਘੱਟ ਸੋਹਣੀਆਂ ਤਾਂ ਨਹੀਂ, ਬਸ ਤੂੰ ਇੱਕ ਵਾਰ ਹਾਂ ਕਰ। ਨਿੰਦਰ ਨੇ ਕੋਈ ਜਵਾਬ ਨਹੀਂ ਦਿੱਤਾ, ਚੁੱਪਚਾਪ ਸੁਣਦਾ ਰਿਹਾ। ਆਖਣ ਵਾਲੇ ਨੇ ਆਪਣੀ ਪੇਸ਼ਕਸ਼ ਦੁਹਰਾਈ, ਮਾਧੁਰੀ ਤੇ ਜੂਹੀ ਤੇਰੇ ਨਾਲ ਇਕੱਠੀਆਂ ਵਿਆਹ ਕਰਾਉਣ ਨੂੰ ਰਾਜੀ ਹੈ। ਉਹ ਆਖਦੀਆਂ ਨੇ ਇਹੋ ਜਿਹਾ ਮੁੰਡਾ ਮਿਲਦਾ ਹੋਵੇ ਤਾਂ ਸੌਕਣ ਦਾ ਸੱਲ ਵੀ ਝੱਲਿਆ ਜਾ ਸਕਦਾ। ਸ਼ੁਗਲ ਵਜੋਂ ਦੂਸਰੇ ਸਾਥੀਆਂ ਨੇ ਵੀ ਜਦੋਂ ਇਹ ਪੇਸ਼ਕਸ਼ ਨੂੰ ਮੰਨ ਜਾਣ ਲਈ ਉਹਨੂੰ ਆਖਿਆ ਤਾਂ ਕਹਿਣ ਲੱਗਾ, ਜੇ ਦੋਹਾਂ ਨਾਲ ਹੀ ਵਿਆਹ ਕਰਾਉਣਾ ਹੈ ਤਾਂ ਤਿੰਨਾਂ ਨਾਲ ਕਰਾ ਦਿਓ। ਮਾਧੁਰੀ ਤੇ ਜੂਹੀ ਜੇ ਜ਼ਿੱਦ ਕਰਦੀਆਂ ਨੇ ਤਾਂ ਉਹਨਾਂ ਨਾਲ ਵੀ ਕਰਵਾ ਲੈਂਦੇ ਆ। ਇਹ ਘਰ ਦਾ ਰੋਟੀ ਟੁੱਕ ਤੇ ਸਾਂਭ ਸੰਭਾਈ ਕਰ ਦਿਆ ਕਰਨਗੀਆਂ ਤੇ ਸ੍ਰੀ ਦੇਵੀ ਰਹੂ ਮੇਰੀ ਘਰ 'ਚ ਮੇਰੇ ਨਾਲ ਪਟਰਾਣੀ ਬਣ ਕੇ, ਕਿਸੇ ਨੇ ਆਖਿਆ ਤੇ ਮਹਿਫਿਲ 'ਚ ਠਹਾਕਾ ਗੂੰਜਿਆ। ਨਿੰਦਰ ਨੇ ਅੱਖਾਂ ਸਿਕੋੜੀਆਂ, ਗੈਰ ਗੰਭੀਰ ਮੁਦਰਾ 'ਚ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਮੱਥਾ ਟਕੋਰਿਆ ਤੇ ਫੈਸਲਾਕੁਨ ਅੰਦਾਜ਼ 'ਚ ਆਖਿਆ, ਨਹੀਂ ਜੀ, ਇਹ ਨਹੀਂ ਹੋ ਸਕਣਾ ਕਦੇ ਵੀ। ਉਹਨੇ ਫਿਰ ਮੱਥੇ ਨੂੰ ਉਂਗਲੀ ਨਾਲ ਟਕੋਰਿਆ ਤੇ ਗੱਲ ਜਾਰੀ ਰੱਖੀ, ਉਹ ਇੱਥੇ ਹਰ ਵੇਲੇ ਲਾਲ ਚੂੜਾ ਤੇ ਝਾਂਜਰਾਂ ਪਾ ਕੇ ਨੱਚਦੀ ਰਹਿੰਦੀ ਆ ਤੇ ਉਹਦੀਆਂ ਅੱਡੀਆਂ ਦੀ ਧਮਕ ਇੱਥੇ ਪੈਂਦੀ ਹੈ। ਉਹਨੇ ਦਿਲ ਉੱਤੇ ਹੱਥ ਰੱਖਿਆ, ਤੇ ਇਹ ਇੰਜਣਾਂ ਨੂੰ ਧੱਕ ਧੱਕ ਕਰਦਾ ਰਹਿੰਦਾ ਹਰ ਵੇਲੇ ਜਦੋਂ ਉਹਦੀਆਂ ਅੱਡੀਆਂ ਵੱਜਦੀਆਂ ਨੇ। ਉਹ ਕਦੀ ਤਾਂ ਜੀ ਕਰਦਾ ਤਿੱਖੀ ਚੁੰਝ ਵਾਲੇ ਕਾਚੂ ਨਾਲ ਮੱਥਾ ਚੀਰ ਸੁੱਟਾਂ, ਖਰਬੂਜੇ ਦੀ ਫਾੜੀ ਵਾਂਗ, ਤੇ ਉਹਨੂੰ ਬੀ ਵਾਂਗੂ ਕੱਢ ਕੇ ਬਾਹਰ ਸੁੱਟਦਿਆਂ, ਕਲੇਜੇ ਦਾ ਰੁੱਗ ਭਰ ਕੇ ਬਾਹਰ ਢੇਰੀ ਕਰਦਿਆਂ। ਉਹ ਪਲ ਦੀ ਪਲ ਚੁੱਪ ਕੀਤਾ ਤੇ ਡੂੰਘਾ ਹੌਕਾ ਲਿਆ। ਫਿਰ ਪਹਿਲਾਂ ਰੱਜ ਕੇ ਰੋਵਾਂ, ਫਿਰ ਰੱਜ ਕੇ ਸੌਵਾਂ। ਚਾਚਾ ਬਦਾਮ 'ਚੋਂ ਗਿਰੀ ਨਿਕਲ ਗਈ ਤਾਂ ਪਿੱਛੇ ਬਚੂਗਾ ਕੀ? ਗੱਲ ਮੁਕਾ ਕੇ ਉਹ ਖਿੜਖਿੜਾ ਕੇ ਹੱਸਿਆ। ਉਹਦੇ ਅੰਦਰ ਤਾਂ ਕੋਈ ਸ਼ਾਇਰ ਬੋਲਦਾ ਪਿਆ ਸੀ। ਕਿਸੇ ਨੇ ਚੰਗੀ ਸਲਾਹ ਦਿੱਤੀ ਵੀ ਉੱਧਰ ਗੱਲ ਚਲਾਉਣ ਤੋਂ ਪਹਿਲਾਂ ਇਹਦੇ ਘਰਦਿਆਂ ਨਾਲ ਵੀ ਗੱਲ ਕਰ ਲੈਣੀ ਸੀ, ਹੋ ਸਕਦਾ ਇਹਦੇ ਘਰ ਦੇ ਹੀ ਨਾ ਮੰਨਣ। ਅੰਤਰਜਾਤੀ ਵਿਆਹ ਦਾ ਮਸਲਾ ਜੋ ਹੋਇਆ, ਕੌਣ? ਛਿੰਨੋ ਤੇ ਬਾਬਾ ਨਹਿਤਾ? ਜਸਵੰਤ ਨੇ ਪੁੱਛਿਆ ਤਾਂ ਨਿੰਦਰ ਵਿੱਚੋਂ ਹੀ ਬੋਲ ਪਿਆ, ਛਿੰਨੋ ਤੇ ਨਹਿਤਾ ਮੇਰੇ ਮਾਂ ਪਿਓ ਥੋੜ੍ਹੇ ਨੇ, ਨਿਰੇ ਬੋ ਦੀਆਂ ਪੰਡਾਂ। ਮੇਰੇ ਮਾਂ ਪਿਓ ਤਾਂ ਨੇ ਧਰਮਿੰਦਰ ਤੇ ਬੀਬੀ ਪ੍ਰਕਾਸ਼ ਕੌਰ। ਇੱਥੇ ਕਿਵੇਂ ਆ ਗਿਆ ਤੂੰ? ਉਸ ਸਵਾਲ ਦਾ ਜਵਾਬ ਦੇਣੋਂ ਰੁਕ ਗਿਆ, ਕਿਉਂਕਿ ਜਸਵੰਤ ਤੋਂ ਛੋਟਾ ਜਸਪਾਲ ਗਲਾਸਾਂ 'ਚ ਸ਼ਰਾਬ ਪਾ ਰਿਹਾ ਸੀ ਤੇ ਸਭ ਦਾ ਧਿਆਨ ਆਪੋ ਆਪਣੇ ਗਲਾਸਾਂ ਵੱਲ ਸੀ। ਬੋਤਲ ਮੇਜ਼ 'ਤੇ ਰੱਖਦਿਆਂ ਜਸਪਾਲ ਨੇ ਦੱਸਿਆ, ਇੱਕ ਦਿਨ ਛਿੰਨੋ ਮੈਨੂੰ ਆਖਣ ਲੱਗੀ, ਵੇ ਜਸਪਾਲ, ਇਹਨੂੰ ਆਖੋ ਵਿਆਹ ਕਰਵਾ ਲਏ। ਮੈਂ ਤਾਂ ਆਖਨੀ ਆ ਉਹ ਜਾਣੇ ਚੱਲ ਉੱਥੇ ਹੀ ਕਰ ਲਵੇ ਜਿੱਥੇ ਇਹ ਆਂਦਾ, ਪਰ ਵਿਆਹ ਹੁਣ ਕਰਵਾਈ ਹੀ ਲਵੇ। ਵਿਆਹ ਤਾਂ ਆਪਣਾ ਧੁਰੋਂ ਹੋਇਆ ਪਿਆ ਹੈ, ਛਿੰਨੋ ਸ਼ੁਦੈਣ ਨੇ ਕੀ ਕਰਾਉਣਾ? ਅੱਛਾ ਚਾਚਾ, ਮੈਨੂੰ ਇੱਕ ਗੱਲ ਦੱਸ, ਜਦੋਂ ਤੈਨੂੰ ਮਿਲੀ ਸੀ ਤਾਂ ਉਹਨੇ ਮੇਰੇ ਨਾਲ ਛੋਟੇ ਹੁੰਦਿਆਂ ਦੀ ਕੋਈ ਆਪਣੀ ਗੱਲ ਨਹੀਂ ਸੁਣਾਈ? ਨਿੰਦਰ ਨੇ ਸਤਨਾਮ ਕੋਲੋਂ ਜਾਣਨਾ ਚਾਹਿਆ। ਛੋਟੇ ਹੁੰਦਿਆਂ ਕਿਵੇਂ? ਲੈ, ਛੋਟੇ ਹੁੰਦਿਆਂ ਇਕੱਠੇ ਹੀ ਰਹੇ ਹਾਂ। ਕਿਵੇਂ ਯਾਰ? ਤੂੰ ਸਾਰੀ ਗੱਲ ਸੁਣਾ। ਸਾਰੇ ਗਲਾਸਾਂ 'ਚੋਂ ਚੁਸਕੀਆਂ ਭਰਨ ਲੱਗੇ ਤੇ ਉਹਨੇ ਆਪਣਾ ਬਿਰਤਾਂਤ ਸ਼ੁਰੂ ਕਰ ਲਿਆ। ਮੇਰੇ ਕੋਲ ਕਾਲੀ ਕਾਰ ਹੁੰਦੀ ਸੀ, ਲੰਮੀ ਜਿਹੀ, ਹੁਣ ਵੀ ਹੈਗੀ ਆ ਕੋਲ। ਛੋਟੇ ਹੁੰਦਿਆਂ ਮੈਂ ਉਹਦੇ 'ਚ ਬਹਿ ਕੇ ਸਕੂਲ ਪੜ੍ਹਨ ਜਾਣਾ, 6-7 ਸਾਲਾਂ ਦਾ।
ਨੀਲੀ ਨਿੱਕਰ, ਚਿੱਟੀ ਕਮੀਜ਼, ਲਾਲ ਟਾਈ, ਜੰਜੀਰੀ ਵਾਲੇ ਬੂਟ, ਜਰਾਬਾਂ ਪਾ ਕੇ ਕਾਰ ਰੋਜ਼ ਸ੍ਰੀ ਦੇਵੀ ਦੇ ਘਰ ਅੱਗੋਂ ਲੰਘਦੀ ਸੀ। ਇਹਨੇ ਰੋਜ਼ ਹੀ ਦਰਵਾਜ਼ੇ 'ਚ ਖੜੋਤੀ ਹੋਣਾ। ਦਰਵਾਜ਼ਾ ਐਂ ਵਾਹਵਾ ਆਪਣੇ ਦਰਵਾਜ਼ੇ ਵਾਂਗੂ ਵੱਡਾ ਸੀ। ਲੱਦੀ ਲਦਾਈ ਟਰਾਲੀ ਜਿਹਦੇ ਵਿੱਚੋਂ ਦੀ ਲੰਘ ਜੇ। ਇਹਨੇ ਕਾਲੀ ਫਰਾਕ ਪਾਈ ਹੋਣੀ, ਬੜਾ ਗੋਲ ਜਿਹਾ ਮੂੰਹ ਸੀ ਇਹਦਾ, ਗੋਰਾ ਗੋਰਾ ਤੇ ਗੁਲਾਬੀ, ਬਿੱਲੀਆਂ ਬਿੱਲੀਆਂ ਅੱਖਾਂ। ਇੱਕ ਦਿਨ ਹਾਰ ਕੇ ਮੈਂ ਡਰਾਈਵਰ ਨੂੰ ਆਖਿਆ ਕਾਰ ਰੋਕ ਲੈ। ਇਹ ਮੈਨੂੰ ਵੇਖ ਕੇ ਕਰਨ ਲੱਗੀ 1 2 3 4 5 6 9 12 10। ਮੈਂ ਕਾਰ ਚੋਂ ਬਾਹਰ ਨਿਕਲ ਆਇਆ ਤੇ ਮੈਂ ਵੀ ਆਖਿਆ 4 5 6 9 12 10। ਵਾਹਵਾ ਦਿਨ ਇਹ ਚੱਲਦਾ ਰਿਹਾ। ਇਹਦੀ ਬੀਬੀ ਆਖਣ ਲੱਗੀ ਇਹ ਕਹਾਣੀ ਕੀ ਹੈ? ਸਾਡੀ ਕੁੜੀ ਵੀ 9 12 10 ਆਖਣ ਲੱਗ ਪਈ ਹੈ ਤੇ ਇਹ ਮੁੰਡਾ ਵੀ 9 12 10 ਕਰਨ ਲੱਗ ਪਿਆ। ਜਦੋਂ ਇਹਦੀ ਬੀਬੀ ਨੇ ਹਾਰ ਕੇ ਭਾਪੇ ਧਰਮਿੰਦਰ ਨਾਲ ਗੱਲ ਕੀਤੀ ਤਾਂ ਭਾਪੇ ਦਾ ਮੱਥਾ ਠਣਕਿਆ। ਉਹ ਸੋਚਾਂ 'ਚ ਪੈ ਗਿਆ। ਸੋਚ ਸੋਚ ਕੇ ਉਹ ਇਹਦੀ ਬੀਬੀ ਨੂੰ ਆਖਣ ਲੱਗਾ ਭੈਣ ਜੀ ਗੱਲ ਤਾਂ ਇਹ ਖਤਰਨਾਕ ਹੋ ਗਈ। ਇਹ ਤਾਂ ਨਿਆਣਿਆਂ ਨੇ ਦੁੱਖ ਲਾ ਲਿਆ ਆਪਣੇ ਆਪ ਨੂੰ। ਇਹਨਾਂ ਨੂੰ 9 12 10 ਹੋ ਗਿਆ। ਪਰ ਤੁਸੀਂ ਫਿਕਰ ਨਾ ਕਰੋ, ਹੁਣ ਤੋਂ ਇਹ ਗੁੱਡੀ ਸਾਡੀ ਹੋ ਗਈ। ਤੁਸੀਂ ਇਹ ਸਾਨੂੰ ਹੀ ਦੇ ਦਿਓ, ਬੜੀ ਸੌਖੀ ਰੱਖਾਂਗੇ ਇਹਨੂੰ। ਇਹ ਮੁੰਡਾ ਵੀ ਮੇਰਾ ਰੋਜ਼ ਤੁਹਾਡੇ ਘਰ ਨੂੰ ਭੱਜਦਾ ਹੈ, ਆਖੇ ਮੈਂ ਸ੍ਰੀ ਦੇਵੀ ਤੋਂ ਦੂਜੀ ਦੀ ਪੰਜਾਬੀ ਦੀ ਕਿਤਾਬ ਲੈਣ ਚੱਲਿਆ। ਉੱਥੇ ਆਪੇ ਕਿਤਾਬਾਂ ਦਿੰਦੇ ਰਹਿਣਗੇ, ਨਾਲੇ ਇਕੱਠੇ ਪੜ੍ਹਨਗੇ। ਜਸਵੰਤ ਤੇ ਸਤਨਾਮ ਹੋਰੀ ਬੜੇ ਗੌਰ ਨਾਲ ਉਹਨੂੰ ਸੁਣ ਰਹੇ ਸੀ। ਉਹਨਾਂ ਚੱਲ ਰਿਹਾ ਟੀਵੀ ਬੰਦ ਕਰਵਾਤਾ। ਨਿੰਦਰ ਦੀਆਂ ਗੱਲਾਂ ਹੀ ਉਹਨਾਂ ਲਈ ਮਨੋਰੰਜਨ ਦਾ ਪ੍ਰੋਗਰਾਮ ਸੀ। ਨਿੰਦਰ ਤਵਿਆਂ ਵਾਲੇ ਵਾਜੇ ਵਾਂਗ ਵੱਜੀ ਜਾ ਰਿਹਾ ਸੀ। ਪਾਪਾ ਉਹਨੂੰ ਘਰ ਲੈ ਆਇਆ। ਅਸੀਂ ਇਕੱਠੇ ਸਕੂਲ ਜਾਂਦੇ, ਬਾਂਹ 'ਚ ਬਾਂਹ ਪਾ ਕੇ ਕਾਰ ਦੀ ਪਿਛਲੀ ਸੀਟ 'ਤੇ ਬਹਿੰਦੇ। ਉੱਥੇ ਸਕੂਲ 'ਚ ਗੁਰਮੀਤ ਭੈਣ ਜੀ ਨੇ ਸਾਡਾ ਵਿਆਹ ਕਰਤਾ। ਰਾਤ ਨੂੰ ਬੀਬੀ ਦੇ ਇੱਕ ਪਾਸੇ ਉਹ ਸੌਂ ਜਾਂਦੀ, ਇੱਕ ਪਾਸੇ ਮੈਂ। ਬੀਬੀ ਸੌਂ ਜਾਂਦੀ ਤੇ ਮੈਂ ਬੀਬੀ ਦੇ ਉੱਤੋਂ ਦੀ ਪੋਲੀ ਜਿਹੀ ਲੱਤ ਲੰਘਾ ਕੇ ਉਹਦੇ ਪੈਰ ਦੇ ਅੰਗੂਠੇ ਨੂੰ ਆਪਣੇ ਪੈਰ ਦੇ ਅੰਗੂਠੇ ਨਾਲ ਨੱਪ ਲੈਂਦਾ। ਲਓ ਜੀ, ਉੱਥੋਂ ਹੀ ਮੈਂ ਹਵਾਈ ਸਕੂਲੇ ਪੜ੍ਹਨੇ ਪੈ ਗਿਆ। ਅੱਡਾ ਵੀ ਹਵਾਈ ਜਹਾਜ਼ਾਂ ਵਾਲਾ ਲਾਗੇ ਸੀ। ਆ ਜਿਵੇਂ ਇੱਥੋਂ ਮਾਲ ਗੱਡੀ ਲੰਘਣ ਡਈ ਹੈ, ਇੰਝ ਹੀ ਰੋਜ਼ ਹਵਾਈ ਜਹਾਜ਼ ਉੱਡਣੇ। ਮੈਂ ਆਖਣਾ ਡੈਡੀ ਮੈਨੂੰ ਹਵਾਈ ਜਹਾਜ਼ ਲੈ ਕੇ ਦੇ। ਡੈਡੀ ਆਂਦਾ ਉਹ ਯਾਰ ਤੈਨੂੰ ਕੁੜੀ ਤਾਂ ਮੈਂ ਲਿਆਤੀ, ਹੁਣ ਤੈਨੂੰ ਮੈਂ ਹਵਾਈ ਜਹਾਜ਼ ਕਿੱਥੋਂ ਲੈ ਦਿਆਂ। ਮੈਂ ਆਖਿਆ ਕੁੜੀ ਆਵੇ ਤਾਂ ਪਿੱਛੋਂ ਹਵਾਈ ਜਹਾਜ਼ ਆਉਣਾ ਹੁੰਦਾ, ਉਹਨੂੰ ਹੂਟੇ ਨਹੀਂ ਦਿਵਾਉਣੇ ਹੁੰਦੇ। ਮੈਂ ਤਾਂ ਜਹਾਜ਼ ਲੈਣਾ, ਭਾਵੇਂ ਪਹਿਲੀ ਵੇਚ ਕੇ ਲੈ ਦਿਓ ਤੇ ਭਾਵੇਂ ਕਿਸ ਤਰ੍ਹਾਂ ਲੈ ਦਿਓ, ਲੈਣਾ ਜਹਾਜ਼ ਹੀ ਆ, ਹੋਰ ਕੁਝ ਨਹੀਂ। ਉਹ ਆਂਦਾ ਪੁੱਤ ਚੱਲ ਐਂ ਕਰਦੇ ਆ, ਤੈਨੂੰ ਮੇਲੇ 'ਚੋਂ ਲੈ ਦਿੰਦੇ ਆ, ਹੱਟੀ 'ਤੇ ਵਿਕਦਾ। ਮੈਂ ਆਖਿਆ ਪਾਪਾ ਆਪਾਂ ਦੁਨੀਆ ਦਾ ਮੇਲਾ ਵੇਖਣ ਆਏ ਆ, ਪਿੰਡ ਦਾ ਨਹੀਂ। ਜਹਾਜ਼ ਲੈਣਾ ਮੈਂ ਤਾਂ, ਤੇ ਲੈਣਾ ਵੀ ਉਹ ਜਿਹਦੇ ਵਿੱਚ ਮੈਨੂੰ ਬਾਹਰਲੇ ਮੁਲਕਾਂ 'ਚ ਫਿਰਾ ਤੁਰਾ ਕੇ ਲਿਆਇਆ ਸੈਨ, ਲੰਡਨ ਤੇ ਕੈਨੇਡਾ। ਜਿੰਨਾ ਚਿਰ ਜਹਾਜ਼ ਨਹੀਂ ਲੈ ਕੇ ਦਿੰਦਾ ਸਕੂਲੇ ਮੈਂ ਵੀ ਨਹੀਂ ਜਾਂਦਾ। ਉਹ ਘਰ ਆ ਕੇ ਬੀਬੀ ਨੂੰ ਆਂਦਾ ਭਲੀਏ ਲੋਕੇ ਪੈ ਗਿਆ ਰੱਟਾ, ਹੁਣ ਤਾਂ ਮੁੰਡਾ ਜਿੱਦੀ ਬੜੀ ਕਰਦਾ, ਕੀ ਕਰੀਏ। ਉਹਨੇ ਆਖਿਆ ਜਿਹੜਾ 400 ਕਰੋੜ ਰੁਪਈਆ ਬੈਂਕ 'ਚ ਜਮ੍ਹਾਂ ਕਰਵਾਇਆ ਹੈ ਉਹ ਕਢਾਓ ਹੁਣ, ਧੀਆਂ ਪੁੱਤਾਂ ਨਾਲੋਂ ਕੀ ਚੰਗਾ। ਲਓ ਜੀ ਜਹਾਜ਼ ਲੈ ਲਿਆ, ਪਿਓ ਨੇ ਚਲਾਉਣਾ ਤੇ ਮੈਂ ਸ੍ਰੀ ਦੇਵੀ ਦੇ ਨਾਲ ਬਹਿਣਾ। ਫਿਰ ਮੈਂ ਆਪ ਹੀ ਜਹਾਜ਼ ਉਡਾਉਣ ਲੱਗ ਪਿਆ। ਉੱਧਰੋਂ ਸਵਾਰੀਆਂ ਇੰਨੀਆਂ ਪੈਣ ਡੈ ਪਈਆਂ ਕਿ ਕੋਈ ਸੁਰ ਹਿਸਾਬ ਹੀ ਨਾ ਰਿਹਾ। 50 40 ਹਜ਼ਾਰ ਦੀ ਟਿਕਟ। ਮੈਂ ਰਾਜੇਸਾਂਸੀ ਤੋਂ ਚਲਾਉਣਾ ਲੰਡਨ, ਤੇ ਲੰਡਨ ਤੋਂ ਸਿੱਧਾ ਬੰਬਈ ਆਪਣੇ ਘਰ। ਇੰਨੀ ਖੱਟੀ ਹੋਈ ਕਿ ਮੈਂ 3-4 ਮਹੀਨਿਆਂ 'ਚ ਹੀ ਭਾਪੇ ਦੇ ਪੈਸੇ ਮੋੜ ਤੇ ਉਹਨੂੰ ਆਖਿਆ ਲੈ ਪਈ ਹੁਣ ਜਹਾਜ਼ ਮੇਰਾ। ਉਹ ਜਹਾਜ਼ ਹੁਣ ਮੇਰੇ ਨਾਂ ਉੱਤੇ ਹੀ ਆ। ਗੱਲ ਕਿਉਂਕਿ ਹੋਰ ਦੀ ਹੋਰ ਪਾਸੇ ਹੋ ਤੁਰੀ ਸੀ, ਇਸ ਲਈ ਕਿਸੇ ਨੇ ਉਹਨੂੰ ਟਿਕਾਣੇ ਸਿਰ ਆਉਣ ਲਈ ਕਿਹਾ। ਯਾਰ ਤੂੰ ਸ੍ਰੀ ਦੇਵੀ ਦੀ ਗੱਲ ਸੁਣਾ। ਉੱਥੇ ਹੀ ਆਉਣ ਲੱਗਾ ਮੈਂ ਉਹਨੂੰ ਆਖਿਆ ਹੁਣ ਤਾਂ ਤੇਰੇ ਲਈ ਜਹਾਜ਼ ਵੀ ਲੈ ਤਾ ਕੁਪੱਤ ਪਾ ਕੇ, ਹੁਣ ਆਪਾਂ ਇਕੱਠੇ ਰਿਹਾ ਕਰਾਂਗੇ। ਇਕੱਠੇ ਤਾਂ ਅੱਗੇ ਹੀ ਰਹਿੰਦੇ ਸੀ ਤੁਸੀਂ, ਕਿਸੇ ਨੇ ਨਿਨਵਾ ਲਿਆ। ਅੱਗੇ ਤਾਂ ਬੀਬੀ ਦੇ ਕਮਰੇ 'ਚ ਸੌਂਦਾ ਸੀ, ਹੁਣ ਮੈਂ ਆਖਿਆ ਆਪਾਂ ਆਪਣੇ ਕਮਰੇ 'ਚ ਸੌਂਇਆ ਕਰੀਏ ਪਲੰਗ 'ਤੇ ਚੜ੍ਹ ਕੇ। ਪਰ ਸਰਦਾਰ ਜੀ ਉੱਥੇ ਹੀ ਪੰਗਾ ਪੈ ਗਿਆ। ਭਾਪੇ ਨੂੰ ਪਤਾ ਲੱਗਾ ਤਾਂ ਉਹਨੂੰ ਚੜ੍ਹ ਲਾਲੀਆਂ ਗਈਆਂ। ਮੈਂ ਤਾਂ ਜੀ ਡਰਦਾ ਡੰਗਰਾਂ ਵਾਲੇ ਅੰਦਰ ਲੁੱਕ ਗਿਆ। ਪਾਪਾ ਸ਼ੂਟਿੰਗ 'ਤੇ ਚਲਾ ਗਿਆ ਤਾਂ ਬੀਬੀ ਨੇ ਫੋਨ ਕਰਕੇ ਗੁਰਮੀਤ ਭੈਣ ਜੀ ਨੂੰ ਸੱਦ ਲਿਆ। ਮੈਨੂੰ ਗੁਰਮੀਤ ਭੈਣ ਜੀ ਆਪਣੇ ਘਰ ਲੈ ਗਈ। ਉਹਨੇ ਉੱਥੇ ਬੜਾ ਪਿਆਰ ਕਰਨਾ, ਪੁੱਤਾਂ ਵਾਂਗ ਨਹਾਉਣਾ, ਕੁਰਸੀ ਕੋਲ ਬਿਠਾ ਕੇ ਪੜ੍ਹਾਉਣਾ, ਦੁੱਧ ਪਿਆਉਣਾ, ਸਬਕ ਸੁਣਨਾ, ਤਾਂ ਮੈਂ ਕਰੀ ਜਾਣਾ 9 12 10। ਹਾਰ ਕੇ ਉਹ ਮੈਨੂੰ ਘਰ ਛੱਡ ਗਈ। ਪਾਪੇ ਅੱਗੇ ਪੇਸ਼ੀ ਹੋਈ ਤਾਂ ਉਹਨੇ ਲਾ ਲਿਆ ਛਿੱਤਰ, ਤਾੜ ਮੇਰੇ ਸਿਰ 'ਚ ਮਾਰੀ ਜਾਵੇ ਤੇ ਆਖੇ
ਜੰਮ ਮੁੱਕਿਆ ਨਹੀਂ ਤੇ ਆਂਦੇ ਵੱਖਰੇ ਕਮਰੇ 'ਚ ਸੌਣਾ। ਤੈਨੂੰ ਸਵਾਉਂ ਹੁਣ ਮੈਂ ਉਸੇ ਕੱਚੇ ਕੋਠੇ 'ਚ ਜਿਹੜਾ ਬਾਬੇ ਨੈਤੇ ਦਾ ਮੀਂਹ 'ਚ ਢਹਿ ਗਿਆ। ਭੱਜ ਕੇ ਬੀਬੀ ਨੇ ਛਡਾਇਆ। ਗੁੱਸੇ 'ਚ ਘਰਕਦਾ ਹੋਇਆ ਆਖਣ ਲੱਗਾ, ਤੂੰ ਇੰਨੇ ਦਿਨ ਰਿਹਾ ਕਿੱਥੇ ਆ ਓਏ? ਉਹ ਤੇਰੀ ਮਾਂ ਲੱਗਦੀ ਸੀ ਜਿਹਦੇ ਕੋਲ ਬੈਠਾ ਰਿਹਾ ਜਾ ਕੇ। ਗੁੱਸਾ ਮੈਨੂੰ ਵੀ ਬੜਾ ਸੀ। ਮੈਂ ਆਖਤਾ, ਆਹੋ ਮਾਂ ਹੀ ਲੱਗਦੀ ਹੈ। ਉਹਨੇ ਫਿਰ ਮੈਨੂੰ ਵਾਲਾਂ ਤੋਂ ਫੜ ਕੇ ਕੁੱਟਣਾ ਸ਼ੁਰੂ ਕਰਤਾ। ਆਖੇ, ਜੇ ਤੂੰ ਮਾਵਾਂ ਨਵੀਆਂ ਬਣਾਈ ਫਿਰਦਾ ਹੈ ਤਾਂ ਪਿਓ ਵੀ ਹੁਣ ਨਵਾਂ ਹੀ ਬਣਾਈ। ਬੀਬੀ ਨੇ ਘੁੱਟ ਕੇ ਮੈਨੂੰ ਹਿੱਕ ਨਾਲ ਲਾ ਲਿਆ ਤੇ ਗੁੱਸੇ 'ਚ ਉਹਨੂੰ ਆਖਣ ਲੱਗੀ, ਹਾਏ ਮੁੰਡੇ ਨੂੰ ਮਾਰੀ ਸੁੱਟਣਾ ਜੇ ਕਿਤੇ ਥਾਂ ਕੁ ਥਾਂ ਤੇ ਸੱਟ ਲੱਗ ਗਈ। ਪਾਪਾ ਗੁੱਸੇ 'ਚ ਬੋਲੀ ਗਿਆ, ਇਹ ਨਿਆਣੀ ਤੇਰੇ ਪਿੱਛੇ ਤੈਨੂੰ ਲੱਭ ਲੱਭ ਕੇ ਰੋਂਦੀ ਰੋਂਦੀ ਕਮਲੀ ਹੋਈ ਫਿਰਦੀ ਰਹੀ ਤੇ ਤੂੰ ਜਾ ਕੇ ਉਸ ਮਾਂ ਕੋਲ ਬੈਠਾ ਰਿਹਾ। ਹੁਣ ਦੱਸ ਕਿਸ ਤਰ੍ਹਾਂ ਕਰਨੀ ਹੋ? ਕੋਠੇ ਵੱਲ ਤਾਂ ਉੜਦੇ ਗੁੱਡਿਆਂ ਵੱਲ ਨਾ ਵੇਖ ਪਈ। ਮੈਂ ਵੀ ਕੋਠੇ ਤੇ ਚੜ੍ਹ ਕੇ ਗੁੱਡੇ ਉਡਾਣੇ ਨੇ। ਤੇਰੇ ਗੁੱਡੇ ਕੱਟੇ ਗਏ ਤੇ ਡੋਰ ਲੁੱਟੀ ਗਈ ਸਮਝ। ਜਿਹੜੀ ਰੋਟੀ ਖਾਣੀ ਉਹ ਖਾ ਲੈ ਅੱਜ ਦੀ ਦਿਹਾੜੀ। ਜਿੰਨਾ ਰੱਜਣਾ ਹੀ ਰੱਜ ਲੈ। ਸਵੇਰੇ ਤੋਂ ਪਿੱਛੋਂ ਤੂੰ ਮੇਰੇ ਮੱਥੇ ਨਹੀਂ ਲੱਗਣਾ। ਇਹਨਾਂ ਦੂਜੇ ਦੋਹਾਂ ਮੁੰਡਿਆਂ ਵੱਲ ਤਾਂ ਵੇਖ, ਸੰਨੀ ਤੇ ਬੋਬੀ ਵੱਲ। ਇਹਨਾਂ 'ਚੋਂ ਕਿਸੇ ਨੇ ਐਕਟਰ ਬਣ ਜਾਣਾ ਤੇ ਕਿਸੇ ਨੇ ਡਾਇਰੈਕਟਰ। ਤੂੰ ਹੁਣ ਕਿਤੇ ਹੋਰ ਹੀ ਡਾਇਰੈਕਟਰ ਬਣੇਗਾ। ਤੇਰੇ ਤੋਂ ਪੱਠੇ ਵਧਾਉਂ ਜੱਟਾਂ ਦੇ। ਤੈਨੂੰ ਬ੍ਰੈਡ ਨਹੀਂ ਪਚਦੀ, ਨਾ ਹੀ ਦੁੱਧ ਪਚਦਾ। ਅਗਲੇ ਦਿਨ ਜਦੋਂ ਬਾਬਾ ਬੋਲਿਆ, ਉਸ ਵੇਲੇ ਮੈਨੂੰ ਸਿਕਿਉਰਿਟੀ ਵਾਲਿਆਂ ਜਗਾ ਲਿਆ ਤੇ ਲਿਆ ਕੇ ਮੈਨੂੰ ਰੇਲ ਦੇ ਡੱਬੇ 'ਚ ਸੁੱਟਤਾ। ਰੇਲ ਉੱਥੋਂ ਚੱਲੀ ਤੇ ਅੰਮ੍ਰਿਤਸਰ ਆ ਲੱਗੀ। ਮੈਂ ਅੰਮ੍ਰਿਤਸਰ ਉਤਰ ਗਿਆ। ਇੱਥੇ ਦੁੱਧ ਪੀਤਾ, ਰੋਟੀ ਖਾਧੀ, ਰਾਤ ਰਿਹਾ। ਅਗਲੇ ਦਿਨ ਮੈਂ ਅਟਾਰੀ ਵਾਲੀ ਗੱਡੀ 'ਚ ਬਹਿ ਗਿਆ। ਇੱਥੇ ਉਤਰਿਆ ਤਾਂ ਬਚਨ ਲੋਹਾਰ ਨੇ ਮੈਨੂੰ ਵੇਖ ਲਿਆ। ਬਾਬਾ ਨੈਤਾ ਉਦੋਂ ਰੇਲਵਾਈਆਂ 'ਚ ਕੰਮ ਕਰਦਾ ਸੀ। ਬਚਨ ਨੇ ਨੈਤੇ ਨੂੰ ਆਖਿਆ, ਬਾਬਾ ਮੁੰਡਾ ਵਾਵਾ ਹੀ ਕਿਸੇ ਚੰਗੇ ਘਰ ਦਾ, ਇਹਨੂੰ ਰੱਖ ਲੈ। ਹੁਣ ਡੰਗਰ ਚਰਵਾ ਜੱਟਾਂ ਦੇ, ਵੱਡਾ ਹੋਊ ਤਾਂ ਆਥੜੀ ਕਰਵਾਈ। ਬਾਬਾ ਮੈਨੂੰ ਘਰ ਲੈ ਆਇਆ। ਜਿਹੜੇ ਮੇਰੇ ਕੋਲ 30-65 ਹਜ਼ਾਰ ਰੁਪਈਆ ਸੀ ਉਹ ਵੀ ਕੱਢ ਲਿਆ। ਸੋਨੇ ਦੀ ਘੜੀ, ਕੜਾ ਤੇ ਛਾਪ ਵੀ ਲਾ ਲਏ। ਕਿਤਾਬਾਂ ਮੇਰੀਆਂ ਹੌਲੀ ਹੌਲੀ ਪਾਟ ਗਈਆਂ। ਬਸ ਤਾਂ ਮੇਰਾ ਕਿੱਲੀ ਤੇ ਟੰਗਾ ਹੀ ਰਹਿ ਗਿਆ ਤੇ ਮੈਂ ਨੰਬਰਦਾਰਾਂ ਦੇ ਡੰਗਰ ਚਾਰਨ ਤੇ ਲੱਗ ਗਿਆ। ਉਹਨੇ ਸਾਰੀ ਕਹਾਣੀ ਖਤਮ ਕਰਕੇ ਲੰਮਾ ਹੌਕਾ ਲਿਆ। ਸਾਰੇ ਉਸ ਵੱਲ ਤਰਸ, ਹਮਦਰਦੀ ਤੇ ਪ੍ਰਸ਼ੰਸਾ ਦੇ ਰਲੇ ਮਿਲੇ ਭਾਵਾਂ ਨਾਲ ਤੱਕ ਰਹੇ ਸਨ। ਇੱਕ ਜਣੇ ਨੇ ਉਸ ਵੱਲੋਂ ਕਮਾਲ ਦੇ ਸੁਪਨੇ ਸਿਰਜਣ ਤੇ ਉਹਨਾਂ ਨੂੰ ਦਿਲਚਸਪ ਤਰਤੀਬ 'ਚ ਪੇਸ਼ ਕਰਨ ਦੀ ਵਡਿਆਈ ਕੀਤੀ ਤਾਂ ਪਹਿਲਾਂ ਹੀ ਖਪਿਆ ਖਿਜਿਆ ਬੈਠਾ ਕਾਮਰੇਡ ਗੁਰਨਾਮ ਬੋਲ ਪਿਆ, ਕਾਹਦੇ ਸੁਪਨੇ, ਕਾਹਦੀ ਤਰਤੀਬ? ਵਿਚਾਰਾ ਖੰਡਿਤ ਤੇ ਬੇਤਰਤੀਬਾ ਮਨੁੱਖ। ਤੁਸੀਂ ਤਮਾਸ਼ਬੀਨ ਬਣ ਕੇ ਉਹਨੂੰ ਮਜ਼ਾਕ ਬਣਾ ਧਰਿਆ। ਤੁਹਾਡੀ ਇਹੋ ਜਿਹੀ ਪ੍ਰਸ਼ੰਸਾ ਨੇ ਉਹਨੂੰ ਹੋਰ ਕਮਲਾ ਕਰ ਦੇਣਾ। ਇਹ ਹੱਸਣ ਦੀ ਥਾਂ ਨਹੀਂ, ਸਮਝਣ ਦੀ ਥਾਂ ਹੈ। ਪਰ ਇਹਨੂੰ ਤੁਸੀਂ ਤਾਂ ਹੀ ਸਮਝੋਗੇ ਜੇ ਆਪਣੇ ਆਪ ਨੂੰ ਸਮਝੋ। ਆਪਾਂ ਵੀ ਸਾਰੇ ਸੁਪਨੇ ਲੈਂਦੇ ਹਾਂ, ਆਪਾਂ ਵੀ ਸਾਰੇ ਅੰਦਰੋਂ ਬੇਤਰਤੀਬੇ ਹਾਂ, ਆਪਾਂ ਵੀ ਸਾਰੇ ਪਾਗਲ ਹਾਂ। ਫਰਕ ਸਿਰਫ ਇੰਨਾ ਹੈ ਕਿ ਸਾਡੇ ਪਾਗਲਪਨ ਤੇ ਸਿਆਣਪ ਵਿੱਚ ਅਸੀਂ ਇੱਕ ਨਿੱਕਾ ਜਿਹਾ ਪਰਦਾ ਤਾਣ ਲੈਣ ਦੇ ਸਮਰੱਥ ਹਾਂ ਤੇ ਇਹਦਾ ਉਹ ਪਰਦਾ ਪਾਟ ਗਿਆ। ਇਹਦਾ ਉਹ ਪਾਟਾ ਪਰਦਾ ਸੀਣ ਦੀ ਕੋਸ਼ਿਸ਼ ਕਰੋ ਅਕਲਮੰਦੋ। ਉਹ ਗਲਾਸ 'ਚ ਬਚੀ ਬਾਕੀ ਸ਼ਰਾਬ ਗੁੱਸੇ 'ਚ ਇੱਕੋ ਸਾਹ ਹੀ ਪੀ ਗਿਆ। ਗੁਰਨਾਮ ਦੀ ਝਿੜਕ ਸੁਣ ਕੇ ਸਾਰੇ ਜਣੇ ਚੁੱਪ ਕਰ ਗਏ, ਪਰ ਨਿੰਦਰ ਨੂੰ ਉਹਦੀਆਂ ਗੱਲਾਂ ਸਮਝ ਨਹੀਂ ਆਈਆਂ। ਇੱਥੇ ਆ ਕੇ ਫਿਰ ਐਂ ਹੀ ਲੰਘੀ ਜ਼ਿੰਦਗੀ। ਪਹਿਲਾਂ ਡੰਗਰ ਚਾਰੇ, ਫਿਰ ਆਥੜੀ ਕੀਤੀ। ਪਹਿਲੇ 5-4 ਸਾਲ ਨੰਬਰਦਾਰਾਂ ਨਾਲ ਲਾਏ, ਹੁਣ ਕਈ ਸਾਲਾਂ ਤੋਂ ਚਾਚੇ ਹੋਰਾਂ ਨਾਲ ਆ। ਨੰਬਰਦਾਰਾਂ ਨਾਲ ਸਾਂ ਜਦੋਂ ਮੈਂ ਪਹਿਲੀ ਫਿਲਮ ਵੇਖੀ। ਜਸਪਾਲ ਨੇ ਨਵਾਂ ਹਾੜਾ ਪਾਉਂਦਿਆਂ ਆਖਿਆ, ਬਸ ਉਸੇ ਫਿਲਮ ਤੋਂ ਹੀ ਬੇੜਾ ਗਰਕ ਹੋਇਆ। ਪਹਿਲਾਂ ਚੰਗਾ ਭਲਾ ਹੁੰਦਾ ਸੀ, ਉਹ ਤੋਂ ਬਾਅਦ ਹੀ ਘਰਾਂ ਤੋਂ ਚੱਲਿਆ। ਦੱਸ ਹੋਏ ਫਿਲਮ 'ਚ ਕੀ ਵੇਖਿਆ ਫਿਰ? ਮੈਂ ਫਿਲਮਾਂ ਵੇਖ ਕੇ ਸੋਚਿਆ ਕਿ ਗਰੀਬ ਕਿਵੇਂ ਅਮੀਰ ਹੋ ਜਾਂਦੇ ਆ ਤੇ ਅਮੀਰ ਗਰੀਬ ਕਿੰਝ ਹੁੰਦੇ ਨੇ। ਬਚਪਨ 'ਚ ਵਿਛੜੇ ਹੋਏ ਵੱਡੇ ਹੋ ਕੇ ਕਿਵੇਂ ਮਿਲ ਜਾਂਦੇ ਨੇ। ਜਨਾਨੀ ਤੇ ਬੰਦਾ ਆਪਸ 'ਚ ਪਿਆਰ ਕਿਵੇਂ ਕਰਦੇ ਨੇ। ਸੋਹਣੀਆਂ ਤੇ ਵੱਡੀਆਂ ਵੱਡੀਆਂ ਕੋਠੀਆਂ ਕਿਹੋ ਜਿਹੀਆਂ ਹੁੰਦੀਆਂ। ਕੁੜੀਆਂ ਨੱਚਦੀਆਂ ਕਿਵੇਂ ਨੇ। ਬੱਚੇ ਮਾਂ ਪਿਓ ਨੂੰ ਤੇ ਮਾਂ ਪਿਓ ਬੱਚਿਆਂ ਨੂੰ ਕਿਵੇਂ ਪਿਆਰ ਕਰਦੇ ਨੇ। ਇੰਝ ਹੀ ਮੈਨੂੰ ਵੀ ਪਿਆਰ ਹੋ ਗਿਆ। ਬਸ ਹੁਣ ਉਹਦੀ ਗੱਲ ਸਤਨਾਮ ਨੇ ਮੂੰਹੋਂ ਬੋਚ ਲਈ। ਬਸ ਹੁਣ ਤੂੰ ਫਿਕਰ ਨਾ ਕਰ, ਅਸੀਂ ਤੈਨੂੰ ਪਹਿਲਾਂ ਜਾਣ ਕੇ ਨਹੀਂ ਸੀ ਦੱਸਿਆ। ਸਤਨਾਮ ਨੇ ਗੁਰਨਾਮ ਨੂੰ ਚੜਾਉਣ ਲਈ ਕਿਹਾ, ਸਿਰੀ ਦੇਵੀ ਦੇ ਅੰਕਲ ਆਏ ਹੋਏ ਨੇ ਸਾਡੇ ਨਾਲ। ਉਹਨੇ ਸਭ ਤੋਂ ਵੱਡੀ ਉਮਰ ਦੇ ਮਹਿਮਾਨ ਵੱਲ ਇਸ਼ਾਰਾ ਕੀਤਾ। ਮੱਠੇ ਮੱਠੇ ਨਸ਼ੇ ਦੇ ਸਰੂਰ ਵਿੱਚ ਜਦੋਂ ਉਹ ਕਾਰ ਉੱਤੇ ਸਵਾਰ ਹੋਣ ਲੱਗੇ ਤਾਂ ਸਿਰੀ ਦੇਵੀ ਦੇ ਨਵੇਂ ਬਣੇ ਅੰਕਲ ਨੇ 20 ਦਾ ਨੋਟ ਪਰਸ 'ਚੋਂ ਕੱਢਦਿਆਂ ਦੂਜੇ ਸਾਥੀਆਂ ਤੋਂ 1 ਰੁਪਏ ਦਾ ਨੋਟ ਮੰਗ ਪੂਰੇ 21 ਰੁਪਏ ਨਿੰਦਰ ਦੇ ਹੱਥ ਉੱਤੇ ਸ਼ਗਨ ਵਜੋਂ ਰੱਖੇ ਤੇ ਉਹਦੇ ਸਿਰ ਉੱਤੇ ਪਿਆਰ ਦਿੱਤਾ।
ਨਿੰਦਰ ਨੇ ਝੁੱਕ ਕੇ ਉਹਦੇ ਗੋਡਿਆਂ ਨੂੰ ਹੱਥ ਲਾਇਆ ਤਾਂ ਬੁੜਬੁੜਾਉਂਦਾ ਹੋਇਆ ਕਾਮਰੇਡ ਗੁਰਨਾਮ ਇਹਨਾਂ ਸਿਆਣਿਆਂ ਦੀ ਅਕਲ ਨੂੰ ਕੋਸਣ ਲੱਗਾ। ਗੱਲ ਤਾਂ ਹੁਣ ਲਗਭਗ ਪੱਕੀ ਹੋ ਗਈ ਸੀ। ਜਦੋਂ ਕੁੜੀ ਦਾ ਚਾਚਾ ਆ ਕੇ ਰੁਪਈਆ ਤਲੀ ਤੇ ਧਰ ਗਿਆ ਤਾਂ ਪਿੱਛੇ ਕੀ ਰਹਿ ਗਿਆ। ਅਗਲੇ ਦਿਨ ਉਹਨੇ ਜਸਵੰਤ ਤੋਂ ਆਪਣੀ ਮਾਸਿਕ ਤਨਖਾਹ ਦੇ ਜਮ੍ਹਾਂ ਪੈਸੇ ਲੈ ਕੇ ਨਵੀਂ ਪੈਂਟ ਕਮੀਜ਼ ਬਣਵਾਈ, ਨਾਭੀ ਪੱਗ ਖਰੀਦ ਲਈ, ਪੈਰਾਂ ਲਈ ਬੂਟ ਜਰਾਬਾਂ। ਸਵੇਰੇ ਘਰੋਂ ਕੰਮ ਉੱਤੇ ਆਉਣ ਲੱਗਾ ਉਹ ਇਹ ਕੱਪੜੇ ਪਾ ਕੇ ਗਲੀਆਂ 'ਚੋਂ ਲੰਘਦਾ, ਪੂਰਾ ਸਰਦਾਰ ਸਾਹਿਬ ਬਣ ਕੇ। ਕੰਮ ਵੇਲੇ ਕੱਪੜੇ ਬਦਲ ਲੈਂਦਾ, ਸ਼ਾਮੀ ਪੱਠੇ ਦੱਥੇ ਤੋਂ ਵਿਹਲਾ ਹੋ ਕੇ ਫਿਰ ਕੱਪੜੇ ਪਹਿਨਦਾ ਤੇ ਪਿੰਡ ਦਾ ਚੱਕਰ ਲਾਉਂਦਾ। ਉਹਦੀ ਚਾਹ ਚੱਡੀ ਭੂੰਜੇ ਨਾ ਲੱਗਦੀ, ਛੇਤੀ ਸਿਰੀ ਦੇਵੀ ਉਹਦੀ ਬੁੱਕਲ 'ਚ ਆਉਣ ਵਾਲੀ ਸੀ। ਪਰ ਇਸ ਧੰਤੋ ਦਾ ਉਹ ਕੀ ਕਰਦਾ। ਕੁਝ ਦਿਨਾਂ ਬਾਅਦ ਉਹਨੂੰ ਇਕੱਲਾ ਪੱਠੇ ਵੱਢਦੇ ਵੇਖ ਕੇ ਉਹ ਆਪਣੀ ਦਾਤਰੀ ਤੇ ਪੱਲੀ ਵੱਟ ਉੱਤੇ ਰੱਖ ਕੇ ਉਹਨੂੰ ਪੁੱਛਣ ਲੱਗੀ, ਵੇ ਸੁਣਿਆ ਰੋੜੀ ਰੁਪਈਆ ਦੇ ਗਏ ਨੇ ਤੈਨੂੰ? ਨਿੰਦਰ ਨੇ ਵੱਢਿਆ ਹੋਇਆ ਪੱਠਿਆਂ ਦਾ ਰੁੱਗ ਢੇਰੀ ਤੇ ਰੱਖਿਆ ਤੇ ਉਹਦੇ ਵੱਲ ਵੇਖ ਕੇ ਮੁਸਕਰਾਇਆ। ਤੈਨੂੰ ਕਿਹਨੇ ਦੱਸਿਆ? ਲੈ, ਸਾਰੇ ਪਿੰਡ ਤੇ ਇਲਾਕੇ 'ਚ ਦੁਹਾਈ ਮਚੀ ਪਈ ਆ। ਫਿਰ ਉਹ ਲਾਚੜ ਕੇ ਬੋਲੀ, ਸਾਡਾ ਤਾਂ ਨੰਬਰ ਕੱਟਿਆ ਗਿਆ ਨਾ। ਫਿਰ ਉਹਦੇ ਸੌਲੇ ਚਿਹਰੇ ਸਦਕਾ ਉਹਦੇ ਹੱਸਦੇ ਦੰਦ ਹੋਰ ਵੀ ਚਿੱਟੇ ਹੋ ਗਏ। ਨਿੰਦਰ ਨੂੰ ਅੱਗੋਂ ਕੋਈ ਗੱਲ ਨਾ ਸੁੱਝੀ, ਉਹਦੇ ਵੱਲ ਬਿਟ ਵੇਖਦਾ ਰਿਹਾ। ਹੁਣ ਆਪਣੇ ਵਿਆਹ ਉੱਤੇ ਤਾਂ ਸੱਦੇਗਾ ਨਾ? ਧੰਤੋ ਦੇ ਬੋਲੇ ਦੋ ਵਾਕਾਂ ਨੇ ਉਸ ਅੰਦਰ ਚਾਬੀ ਭਰਤੀ ਤੇ ਖਿਡੌਣੇ ਵਾਂਗ ਉਛਲ ਕੇ ਖੜੋ ਗਿਆ। ਪੁੱਛਣਾ ਚਾਹਿਆ, ਤੂੰ ਸੱਚੀ ਵਿਆਹ ਕਰਾਉਣਾ ਸੀ ਮੇਰੇ ਨਾਲ? ਪਰ ਉਹਦੇ ਮੂੰਹ ਨਿਕਲ ਗਿਆ, ਲੈ ਸੱਦਣਾ ਕਿਉਂ ਨਹੀਂ, ਮੇਰੇ ਵਿਆਹ ਉੱਤੇ ਤੂੰ ਹੀ ਤਾਂ ਘੋੜੀਆਂ ਗਾਉਣੀਆਂ ਨੇ। ਉਹ ਖਿੜਖਿੜਾ ਕੇ ਹੱਸੀ ਤੇ ਦਾਤੀ ਚੁੱਕ ਕੇ ਟੱਕ 'ਚ ਬੈਠ ਗਈ। ਗਾਂ ਲਈ ਢੇਰੀ ਕੁ ਪੱਠੇ ਵੱਢ ਲਾਂ, ਆਹ ਵੇਖ ਵੱਡੇ ਪਏ ਤੇਰੇ ਹੀ ਆ। ਉਹ ਆਪ ਉਹਦੀ ਪੱਲੀ ਵਿਛਾਉਣ ਲੱਗ ਪਿਆ। ਜਸਵੰਤ ਹੋਰੀ ਦੋਵੇਂ ਭਰਾ ਅੱਜ ਸ਼ਹਿਰ ਗਏ ਹੋਏ ਸਨ ਤੇ ਚਾਰੇ ਚੱਕ ਜਗੀਰ ਉਸੇ ਦੀ ਸੀ। ਜਦੋਂ ਪੱਠੇ ਚੁੱਕ ਕੇ ਤੁਰ ਗਈ ਤਾਂ ਟੱਕ 'ਚ ਬੈਠਾ ਉਹ ਸੋਚਣ ਲੱਗਾ, ਉਹਨੂੰ ਧੰਤੋ ਤੇ ਸ੍ਰੀ ਦੇਵੀ ਇਕੱਠੀਆਂ ਫਿਲਮ 'ਚ ਨੱਚਦੀਆਂ ਦਿਸੀਆਂ। ਫਿਲਮ ਦੇ ਦ੍ਰਿਸ਼ਾਂ ਵਾਂਗ ਹੀ ਕਦੇ ਧੰਤੋ ਸ੍ਰੀ ਦੇਵੀ ਬਣ ਜਾਂਦੀ, ਕਦੇ ਸ੍ਰੀ ਦੇਵੀ ਧੰਤੋ। ਉਹਨੇ ਮਨ ਹੀ ਮਨ ਆਖਿਆ, ਧੰਤੋ ਹੱਸਦੀ ਤਾਂ ਨਿਰੀ ਸ੍ਰੀ ਦੇਵੀ ਵਾਂਗ ਹੀ ਹੈ। ਉਸੇ ਤਰ੍ਹਾਂ ਚਿੱਟੇ ਲਿਸ਼ ਕਰਦੇ ਦੰਦ, ਕੱਦ ਕਾਠ ਵੀ ਉਹਦੇ ਵਾਂਗ, ਪੂਰੀ ਜਵਾਨ। ਰੰਗ ਥੋੜਾ ਜਿਹਾ ਕਾਲਾ ਹੈ ਤਾਂ ਕੀ ਹੋਇਆ, ਫਿਲਮਾਂ 'ਚ ਆਪੇ ਪਾਊਡਰ ਸ਼ਾਊਡਰ ਲਾ ਕੇ ਗੋਰਾ ਕਰ ਲੈਂਦੇ ਨੇ। ਅੱਖਾਂ ਭਾਵੇਂ ਬਿੱਲੀਆਂ ਨਹੀਂ ਪਰ ਹੈਨ ਗੁਰਮੀਤ ਭੈਣ ਜੀ ਵਰਗੀਆਂ। ਉਹਦਾ ਦਿਲ ਕੀਤਾ ਤੁਰੀ ਜਾਂਦੀ ਧੰਤੋ ਨੂੰ ਉੱਠ ਕੇ ਵੇਖੇ। ਉਹਨੇ ਉੱਠ ਕੇ ਪਿੰਡ ਵੱਲ ਨੂੰ ਜਾਂਦੇ ਰਾਹ ਤੇ ਨਜ਼ਰ ਮਾਰੀ ਤਾਂ ਵੇਖਿਆ ਧੰਤੋ ਪੱਠੇ ਰੱਖ ਕੇ ਗੁਆਂਢੀ ਖੇਤਾਂ ਵਾਲੇ ਕਾਲਜ ਪੜ੍ਹਦੇ ਮੁੰਡੇ ਸੁਰਜੀਤ ਨਾਲ ਹੱਸ ਕੇ ਗੱਲਾਂ ਕਰਨ ਲੱਗੀ ਹੋਈ ਸੀ। ਉਹਨੂੰ ਇਹ ਦ੍ਰਿਸ਼ ਚੰਗਾ ਨਹੀਂ ਲੱਗਾ। ਉਹ ਉਹਨਾਂ ਚਿਰ ਡੌਰ ਭੌਰ ਹੋਇਆ ਉਹਨਾਂ ਦੋਹਾਂ ਵੱਲ ਵੇਖਦਾ ਰਿਹਾ ਜਿੰਨਾ ਚਿਰ ਪੱਠੇ ਸਿਰ ਉੱਤੇ ਰੱਖ ਕੇ ਧੰਤੋ ਪਿੰਡ ਨਾ ਤੁਰ ਪਈ। ਅਗਲੇ ਦਿਨ ਉਹ ਫੇਰ ਧੰਤੋ ਨੂੰ ਉਡੀਕ ਰਿਹਾ ਸੀ। ਉਹਨੂੰ ਆਉਂਦੀ ਵੇਖਿਆ ਤਾਂ ਉਹਦਾ ਦਿਲ ਧੜਕਣ ਲੱਗਾ। ਥੋੜਾ ਜਿਹਾ ਵਲ ਪਾ ਕੇ ਉਹਦੇ ਰਾਹ ਵੱਲ ਗਲਵਾਂਢੀ ਮਿਲਣ ਲਈ ਔਲਿਆ, ਪਰ ਉਹ ਪਾਸਾ ਵੱਟ ਕੇ ਦੂਜੇ ਵੱਟ ਪਰੇ ਸੁਰਜੀਤ ਹੋਰਾਂ ਦੇ ਤੂੜੀ ਦੇ ਮੂਸਲਾਂ ਵੱਲ ਨਿਕਲ ਗਈ। ਉਹਨੂੰ ਇੱਕ ਵਾਰ ਸੁਰਜੀਤ ਦਾ ਝੋਲਾ ਜਿਹਾ ਪਿਆ ਪਰ ਫਿਰ ਉਹਨੂੰ ਦਿਸਿਆ ਨਾ। ਨਿੰਦਰ ਘਬਰਾਇਆ ਤੇ ਪਰੇਸ਼ਾਨ ਉਹਨਾਂ ਚਿਰ ਵੱਟ ਉੱਤੇ ਇੱਧਰ ਉੱਧਰ ਘੁੰਮਦਾ ਰਿਹਾ ਜਿੰਨਾ ਚਿਰ ਉਹ 15-20 ਮਿੰਟਾਂ ਪਿੱਛੋਂ ਤੂੜੀ ਦਾ ਮਗਰਾ ਲੈ ਲੰਘਦੀ ਹੋਈ ਉਹਨੂੰ ਇਹ ਨਾ ਕਹਿ ਗਈ, ਬੀਬਾ ਵੀਰ ਬਣ ਕੇ ਕਿਸੇ ਨੂੰ ਨਾ ਦੱਸੀ। ਉਹ ਤੁਰ ਗਈ ਤਾਂ ਉਹਨੇ ਦੁੱਖ ਨਿਰਾਸ਼ਾ ਤੇ ਗੁੱਸੇ 'ਚ ਹੁੰਗਾਰ ਕੇ ਆਪਣੇ ਆਪ ਨੂੰ ਆਖਿਆ, ਤੂੜੀ ਕਿਹੜਾ ਮੇਰੀ ਗਈ ਆ। ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਵਿਹਲਾ ਹੋ ਕੇ ਉਹਨੇ ਜਸਵੰਤ ਨੂੰ ਆਖਿਆ, ਚਾਚਾ ਜੀ ਆਪਾਂ ਨੂੰ ਇੱਕ ਫਿਲਮ 'ਚ ਕੰਮ ਮਿਲ ਗਿਆ। ਕਿਵੇਂ? ਜਸਵੰਤ ਮੁਸਕਰਾਇਆ। ਉਹ ਭਾਪੇ ਧਰਮਿੰਦਰ ਨੇ ਦਵਾਇਆ। ਉਹਦੇ ਨਾਲ ਕਦੋਂ ਦੀ ਸੁਲ੍ਹਾ ਸਫਾਈ ਹੋ ਗਈ? ਸੰਨੀ ਭਾਜੀ ਨੇ ਉਹਨੂੰ ਜਾ ਕੇ ਦੱਸਿਆ ਸੀ ਕਿ ਸਾਡਾ ਭਰਾ ਅਰਬਾਂ ਖਰਬਾਂ ਦਾ ਮਾਲਕ ਹੋ ਕੇ ਇੱਥੇ ਜੱਟਾਂ ਦੇ ਡੰਗਰਾਂ ਨੂੰ ਪੱਠੇ ਪਾਉਂਦਾ। ਅੱਜ ਬੋਬੀ ਵੀਰ ਵੀ ਆਇਆ ਸੀ। ਉਹ ਆਖਦਾ, ਪਾਪਾ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਤੇਰੀ ਤਸਵੀਰ ਵੇਖ ਕੇ ਤੇ ਤੈਨੂੰ ਯਾਦ ਕਰਕੇ ਰੋਣ ਲੱਗ ਪੈਂਦਾ। ਫਿਲਮ ਦੇ ਰੋਲ ਬਾਰੇ ਤੇ ਮੈਨੂੰ ਪਾਪੇ ਨੇ ਆਖਿਆ ਕਿ ਇਸ ਫਿਲਮ 'ਚ ਤੂੰ ਜਾਂ ਹੀਰੋ ਬਣ ਸਕਦਾ ਹੈ ਤੇ ਜਾਂ ਛਿੱਤਰ ਖਾ ਸਕਦਾ। ਦੱਸ ਕੀ ਕਰਨਾ ਹੈ? ਮੈਂ ਆਖਿਆ, ਹਾਲ ਦੀ ਘੜੀ ਛਿੱਤਰ ਖਾਣ ਵਾਲਾ ਰੋਲ ਹੀ ਕਰੂੰ। ਇਹਦੀ ਵਾਹਵਾ ਪ੍ਰੈਕਟਿਸ ਆ। ਪਰਿਵਾਰ ਦੇ ਸਭ ਵੱਡੇ ਛੋਟੇ ਉਹਦੀ ਗੱਲ ਸੁਣ ਕੇ ਹੱਸ ਪਏ। ਰੋਲ ਇਹ ਆ ਵੀ ਮੇਰੀ ਭੈਣ ਨੂੰ ਇੱਕ ਬਦਮਾਸ਼ ਲੈ ਕੇ ਤੂੜੀ ਦੇ ਮੂਸਲ 'ਚ ਵੜ ਜਾਂਦਾ। ਮੈਂ ਉਹਦੇ ਪਿੱਛੇ ਜਾ ਕੇ ਉਹਨੂੰ ਲਲਕਾਰ ਕੇ ਆਖਦਾ, ਅਰੇ ਕੁੱਤੇ ਸਾਲੇ ਬਾਹਰ ਨਿਕਲ, ਮੇਰੀ ਭੈਣ ਕੋ ਲੈ ਕੇ ਮੂਸਲ 'ਚ ਵੜ ਗਿਆ ਹਰਾਮ ਦਿਆ। ਤੂੰ ਪਿੰਡ ਦੀ ਧੀ ਭੈਣ ਕੋ ਪਿੰਡ ਦੀ ਧੀ ਭੈਣ ਨਹੀਂ ਸਮਝਦਾ। ਵੇਖ ਮੇਰੇ ਚਾਚੇ ਜਸਵੰਤ ਸੋਹਰੀ ਮੇਰੀ ਭੈਣ ਸ਼ੀਰੋ ਕੋ ਸਿਰ ਤੇ ਪਿਆਰ ਦਿੰਦੇ ਆ ਤੇ ਤੂੰ ਅਮਰੀਸ਼ ਪੁਰੀ ਉਸਕੋ ਸਾਗ ਤੋੜ ਕੇ ਨਹੀਂ ਦੇ ਸਕਦਾ। ਫਿਲਮੀ ਮੁਦਰਾ 'ਚ ਆਪਣਾ ਪੂਰਾ ਡਾਇਲਾਗ ਸੁਣਾ ਕੇ ਉਹ ਸਹਿਜ ਹੋਇਆ। ਫਿਰ ਨਾ ਚਾਚਾ ਮੂਸਲ 'ਚੋਂ ਸੁਰਜੀਤ ਨਿਕਲ ਆਇਆ ਤੇ ਤਾੜ ਮੇਰੇ ਸਿਰ 'ਚ ਛਿੱਤਰ ਮਾਰਦਾ ਆਖਣ ਲੱਗਾ, ਕੁਜਾਤੇ
ਸਾਡੇ ਮੂਸਲਾਂ 'ਚ ਝਾਤੀਆਂ ਮਾਰਦਾ। ਮੈਂ ਆਖਿਆ, ਖਬਰਦਾਰ ਜੇ ਮੈਨੂੰ ਕੁਝ ਜਾਤ ਆਖਿਆ। ਮੈਂ ਨਾ ਫਿਰ ਚਾਚਾ ਗਰਨੇਡ ਸੁੱਟ ਕੇ ਸਾਰੀ ਤੂੜੀ ਨੂੰ ਹੀ ਅੱਗ ਲਾਤੀ। ਮੱਚਦੀਆਂ ਲਾਟਾਂ ਵੇਖ ਕੇ ਮੈਂ ਟੀਵੀ ਉੱਤੇ ਰਿਕਾਰਡ ਕਰਾਇਆ ਆਪਣਾ ਗਾਉਣ ਲੱਗ ਪਿਆ। ਨਿੰਦਰ ਨਿੱਠ ਕੇ ਜ਼ਮੀਨ ਤੇ ਬਹਿ ਗਿਆ ਤੇ ਟੀਵੀ ਉੱਤੇ ਦਰਦ ਵਿਛੋੜੇ ਦੇ ਗੀਤ ਗਾਉਣ ਵਾਲੇ ਦੁੱਖਾਂ ਮਾਰੇ ਗਾਇਕਾਂ ਵਾਂਗ ਦੁਖੀ ਜੀ ਹੇਕ ਲਾ ਕੇ ਆਪਣਾ ਗੀਤ ਛੇੜ ਲਿਆ। ਹੱਸਦੀ ਹੱਸਦੀ ਜਾਂਦੀ ਕੁੜੀ ਚਮਕ ਚਮਕ ਕੇ ਬਿਜਲੀ ਬਣ ਗਈ, ਸਾਡੇ ਉੱਤੇ ਡਿੱਗ ਕੇ ਸਾਨੂੰ ਸਾੜਦੀ ਏ, ਦੋਹਾਂ ਹੱਥਾਂ ਨਾਲ ਖਿੱਚ ਕੇ ਸਾਡੇ ਦਿਲ ਨੂੰ ਕੱਪੜੇ ਵਾਂਗੂ ਪਾੜਦੀ ਏ। ਇੱਦਾਂ ਕਰਦੀ ਰਹੀ ਤਾਂ ਇੱਕ ਦਿਨ ਪਛਤਾਵੇਂਗੀ। ਮਿੰਟੂ ਦਿਓਲ ਅਜੇ ਵੀ ਰੋਂਦਾ, ਕਦੀ ਨਾ ਕਦੀ ਤਾਂ ਆਵੇਂਗੀ। ਉਹਦੀ ਆਵਾਜ਼ 'ਚ ਰਸ ਵੀ ਸੀ ਤੇ ਦਰਦ ਵੀ। ਆਪੇ ਜੋੜੇ ਗੀਤ ਦਾ ਟੁੱਟਦਾ ਵਜ਼ਨ ਉਹਨੇ ਲੋੜ ਅਨੁਸਾਰ ਹੇਕ ਲੰਮੀ ਛੋਟੀ ਕਰਕੇ ਆਪ ਹੀ ਠੀਕ ਕਰ ਲਿਆ। ਫਿਰ ਉਹਨੇ ਗੱਲਬਾਤ ਨੂੰ ਅਚਨਚੇਤ ਪਲਟਾ ਮਾਰਿਆ। ਚਾਚਾ ਜੀ, ਚਾਚੇ ਸਤਨਾਮ ਨੂੰ ਆਖ ਕੇ ਇੱਕ ਵਾਰ ਟੀਵੀ ਉੱਤੇ ਟਾਈਮ ਦਵਾ ਦਿਓ, ਫਿਰ ਵੇਖਿਓ ਮੇਰੇ ਹੱਥ। ਮੈਂ 2 ਮਹੀਨਿਆਂ 'ਚ ਹੀ ਦਲੇਰ ਮਹਿੰਦੀ ਦਾ ਚੋਲਾ ਜਿਹਾ ਨਾ ਪਾੜ ਛੱਡਿਆ ਤਾਂ ਆਖਿਓ। ਘਰ ਘਰ ਕੈਸਟਾਂ ਵੱਜਣਗੀਆਂ ਮਿੰਟੂ ਦਿਓਲ ਦੀਆਂ। ਉੱਥੇ ਟੀਵੀ ਤੋਂ ਹੀ ਮੈਨੂੰ ਫਿਲਮਾਂ ਵਾਲਿਆਂ ਬੋਚ ਲੈਣਾ। ਫਿਰ ਵੇਖਿਓ, ਚੱਲ 100 ਫਿਲਮਾਂ 'ਚ ਹੀਰੋ ਆਊਂ ਇਕੱਠਾ ਹੀ। ਸਾਰੇ ਤੂੜੀ ਦੇ ਮੂਸਲ ਗਰਨੇਡ ਚਲਾ ਸਾੜ ਦਊਂ। ਜਸਵੰਤ ਦਾ ਸੁਝਾਅ ਸੀ ਕਿ ਜਦੋਂ ਉਹਦਾ ਪਿਓ ਤੇ 2 ਭਰਾ ਏਡੇ ਵੱਡੇ ਐਕਟਰ ਸੀ, ਉਹਦੀ ਛੋਟੀ ਬੀਬੀ ਤੇ ਹੋਣ ਵਾਲੀ ਪਤਨੀ ਫਿਲਮ ਜਗਤ ਦੀਆਂ ਪ੍ਰਸਿੱਧ ਹੀਰੋਇਨਾਂ ਸਨ ਤੇ ਉਹਨੂੰ ਸਿਰਫ ਟੀਵੀ ਉੱਤੇ ਜਾਣ ਲਈ ਕਿਸੇ ਦੀ ਸਿਫਾਰਿਸ਼ ਦੀ ਕੀ ਲੋੜ ਸੀ। ਤੂੰ ਸਿੱਧਾ ਸ਼੍ਰੀ ਦੇਵੀ ਨੂੰ ਆਖ, ਕਦੀ ਕਦੀ ਆ ਕੇ ਤੈਨੂੰ ਮਿਲਦੀ ਤਾਂ ਰਹਿੰਦੀ ਹੈ। ਸਿੱਧਾ ਹੀਰੋ ਲੈਣ ਬਾਰੇ ਉਹਨੇ ਤੈਨੂੰ ਆਖਿਆ ਤਾਂ ਸੀ। ਅੱਜ ਕੱਲ੍ਹ ਨਹੀਂ ਨਾ ਮਿਲਦੀ। ਉਂਝ ਗੱਲ ਉਹਦੀ ਸਿਆਣੀ ਹੈ। ਕਿਵੇਂ? ਉਹ ਆਖਦੀ ਹੈ, ਕੱਚੇ ਕੁਆਰੇ ਸਾਕਾਂ 'ਚ ਮਿਲਦਿਆਂ ਬੰਦਾ ਕਿਤੇ ਚੰਗਾ ਲੱਗਦਾ। ਸ਼੍ਰੀ ਦੇਵੀ ਨੂੰ ਨਾ ਮਿਲ ਸਕਣ ਦਾ ਤੇ ਉਸ ਕੋਲ ਕੋਈ ਤਰਕ ਸੀ, ਪਰ ਧਨ ਤੋਂ ਭਲਾ ਕਿਉਂ ਨਹੀਂ ਸੀ ਆਉਂਦੀ। ਉਹਨੂੰ ਉਹ ਬੁਲਾਵੇ ਜਾਂ ਨਾ ਬੁਲਾਵੇ, ਪਰ ਉਹਨੂੰ ਵੇਖ ਕੇ ਉਹਦੇ ਮਨ 'ਚ ਇੱਕ ਠੰਡ ਜਿਹੀ ਪੈ ਜਾਂਦੀ ਸੀ। ਅੱਜ ਕੱਲ੍ਹ ਉਹਦੀ ਮਾਂ ਹੀ ਗਾਂ ਲਈ ਕੱਖ ਪੱਠਾ ਲੈਣ ਲਈ ਖੇਤਾਂ ਵੱਲ ਆਉਂਦੀ ਜਾਂਦੀ ਦਿਸਦੀ। ਇੱਕ ਦਿਨ ਮੌਕਾ ਪਾ ਕੇ ਉਹਦੇ ਘਰ ਦੇ ਅੱਗੋਂ ਵੀ ਲੰਘਿਆ। ਵਿਹੜੇ 'ਚ ਧੰਤੋ ਦਾ ਅਧਰੰਗ ਦਾ ਮਾਰਿਆ ਪਿਓ ਲੇਟਿਆ ਸੀ। ਆਖਰਕਾਰ ਨਿੰਦਰ ਨੇ ਸੂਹ ਕੱਢ ਹੀ ਲਈ। ਧੰਤੋ ਬਿਮਾਰ ਸੀ ਤੇ ਅੱਜ ਕੱਲ੍ਹ ਆਪਣੀ ਮਾਸੀ ਕੋਲ ਇਲਾਜ ਕਰਾਉਣ ਗਈ ਹੋਈ ਸੀ। ਕਈ ਦਿਨਾਂ ਬਾਅਦ ਉਹਨੇ ਵੇਖਿਆ ਧੰਤੋ ਪੋਲੇ ਉਖੜਦੇ ਕਦਮੀ ਗਲੀ 'ਚੋਂ ਲੰਘ ਰਹੀ ਸੀ। ਪੀਲਾ ਭੂਕ ਰੰਗ, ਮਾਯੂਸ ਤੇ ਉਦਾਸ ਚਿਹਰਾ। ਉਹਨੇ ਨਿੰਦਰ ਨਾਲ ਅੱਖ ਹੀ ਨਾ ਮਿਲਾਈ ਤੇ ਨਜ਼ਰਾਂ ਨੀਵੀਆਂ ਕਰਕੇ ਕੋਲ ਦੀ ਲੰਘ ਗਈ। ਹੁਣ ਉਹ ਬਾਹਰ ਖੇਤਾਂ ਵਿੱਚ ਵੀ ਨਹੀਂ ਸੀ ਜਾਂਦੀ ਤੇ ਘਰੋਂ ਬਾਹਰ ਵੀ ਘੱਟ ਵੱਧ ਹੀ ਨਿਕਲਦੀ। ਨਿੰਦਰ ਦਾ ਮਨ ਉਹਨੂੰ ਵੇਖਣ ਤੇ ਮਿਲਣ ਲਈ ਲੋਚਦਾ ਰਹਿੰਦਾ। ਵਾਢਿਆਂ ਲਈ ਚਾਹ ਧਰੀ ਹੋਈ ਸੀ, ਪਰ ਖੰਡ ਥੁੜ ਗਈ। ਜਸਵੰਤ ਨੇ ਨਿੰਦਰ ਨੂੰ ਪੈਸੇ ਫੜਾਏ ਤੇ 2 ਘਰ ਛੱਡ ਕੇ ਜੰਗੀ ਦੀ ਦੁਕਾਨ ਉੱਤੋਂ ਛੇਤੀ ਛੇਤੀ ਖੰਡ ਲਿਆਉਣ ਲਈ ਕਿਹਾ। ਨਿੰਦਰ ਜੰਗੀ ਦੀ ਦੁਕਾਨ ਤੇ ਨਾ ਰੁਕਿਆ। ਉਹ ਸਿੱਧਾ ਧੰਤੋ ਦੀ ਗਲੀ 'ਚੋਂ ਲੰਘ ਕੇ ਉਹਦੇ ਵਿਹੜੇ 'ਚ ਉਹਨੂੰ ਲੱਭਦੀਆਂ ਨਜ਼ਰਾਂ ਨਾਲ ਵੇਖਦਾ ਉਹਨਾਂ ਦੀ ਗਲੀ ਦੇ ਸਿਰੇ ਤੇ ਬੰਸੀ ਦੀ ਦੁਕਾਨ ਤੇ ਜਾ ਪੁੱਜਾ। ਚਾਹ ਰਿੱਝ ਕਮਲੀ ਹੋਈ ਗਈ। ਉਹ ਵਾਪਸ ਪਰਤਿਆ ਤਾਂ ਪਹਿਲਾਂ ਹੀ ਲਾਏ ਅਨੁਮਾਨ ਅਨੁਸਾਰ ਉਹਨੂੰ ਬਕਾਉਣ ਲਈ ਜਸਵੰਤ ਨੇ ਗੁੱਸੇ ਨਾਲ ਆਖਿਆ, ਉਹ ਤੈਨੂੰ ਤਾਂ ਜੰਗੀ ਦੀ ਹੱਟੀ ਤੇ ਘੱਲਿਆ ਸੀ ਤੇ ਤੂੰ ਖੰਡ ਲੈਣ ਬੰਸੀ ਦੀ ਦੁਕਾਨ ਤੇ ਜਾ ਪੜਿਆ। ਉਹ ਮੁੱਕਰਿਆ ਨਹੀਂ। ਉਹ ਨਾ ਉੱਥੋਂ ਜਾ ਕੇ ਖੰਡ ਤਾਂ ਲਿਆਇਆ ਬਈ ਜੰਗੀ ਹੋਰੀ ਖੰਡ 'ਚ ਮਿੱਠਾ ਘੱਟ ਪਾਉਂਦੇ ਨੇ। ਉਹਦੀ ਵਜ਼ਨਦਾਰ ਦਲੀਲ ਸੁਣ ਕੇ ਜਸਵੰਤ ਨੇ ਆਖਿਆ, ਆਹੋ, ਬੰਸੀ ਦੀ ਦੁਕਾਨ ਤੇ ਖੰਡ 'ਚ ਮਿੱਠਾ ਧੰਤੋ ਜੋ ਪਾ ਜਾਂਦੀ ਹੈ। ਚੋਰੀ ਫੜੀ ਜਾਣ ਤੇ ਉਹ ਆਪ ਹੀ ਸਪਸ਼ਟੀਕਰਨ ਦੇਣ ਲੱਗਾ। ਕੀ ਕਰਾਂ ਚਾਚਾ, ਜਿਵੇਂ ਡੰਗਰ ਤਿਹਾਇਆ ਹੋਵੇ ਤਾਂ ਪਾਣੀ ਵੱਲ ਰੱਸੇ ਤੁੜਾ ਕੇ ਭੱਜ ਉੱਠਦਾ, ਐਂ ਜਦੋਂ ਮੈਨੂੰ ਚੇਤਾ ਆਵੇ ਮੈਂ ਉਹਨੂੰ ਭੱਜ ਉੱਠਦਾ। ਕਣਕਾਂ ਵਢੀਂਦੀਆਂ ਰਹੀਆਂ, ਭਰੀਆਂ ਖਲਵਾੜੇ ਉੱਤੇ ਲੱਗ ਪਈਆਂ। ਉਹ ਉਡੀਕਦਾ ਰਹਿੰਦਾ ਜੇ ਧੰਤੋ ਆ ਜਾਏ ਤਾਂ ਉਹ ਸਾਰਿਆਂ ਤੋਂ ਚੋਰੀ ਉਹਨੂੰ ਸਭ ਤੋਂ ਵੱਡੀ ਭਰੀ ਚੁਕਵਾ ਦੇਵੇ। ਝੋਨਿਆਂ ਦੀ ਚੰਬਾਈ ਵੇਲੇ ਉਹਨੇ ਇੰਝ ਹੀ ਕੀਤਾ ਸੀ। ਜਸਵੰਤ ਹੋਰੀ ਆਖਰੀ ਟਰਾਲੀ ਲੱਦ ਕੇ ਸ਼ਹਿਰ ਤੁਰ ਗਏ ਸਨ ਤਾਂ ਉਹਨੇ ਟੋਈ ਧੰਤੋ ਨੂੰ ਹੁੰਝਵਾ ਦਿੱਤੀ ਸੀ। ਛਿੰਨੋ ਨੇ ਪਿੱਛੋਂ ਆ ਕੇ ਬੜਾ ਕਲੇਸ਼ ਪਾਇਆ। ਕਲੇਸ਼ ਪੈਂਦਾ ਤਾਂ ਪਵੇ, ਪਰ ਉਹ ਆਵੇ ਤਾਂ ਸਹੀ। ਪਰ ਉਹ ਨਹੀਂ ਆਈ, ਸਗੋਂ ਚਲੀ ਗਈ ਦੂਰ, ਬਹੁਤ ਦੂਰ, ਸਦਾ ਲਈ ਨਾ ਆਉਣ ਵਾਸਤੇ। ਉਹਦੀ ਮੌਤ ਉੱਤੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਈਆਂ। ਉਹ ਸੁਣਦਾ ਤਾਂ ਉਹਦਾ ਜੀਅ ਕਰਦਾ ਗਰਨੇਡ ਚਲਾ ਕੇ ਸਾਰੀ ਦੁਨੀਆ ਨੂੰ ਭਸਮ ਕਰ ਸੁੱਟੇ। 2 ਦਿਨ ਉਹ ਕੰਮ ਉੱਤੇ ਨਾ ਗਿਆ। ਜਸਵੰਤ ਉਹਦਾ ਪਤਾ ਕਰਨ ਉਹਦੇ ਘਰ ਗਿਆ। ਉਹ ਉਦਾਸ ਤੇ ਨਿੰਮੋ ਝੂਣਾ ਬੈਠਾ ਹੋਇਆ ਸੀ, ਚੌਂਤਰੇ ਦੀ ਕੰਧ ਨਾਲ ਢੋ ਲਾ ਕੇ। ਛਿੰਨੋ ਰੋਟੀਆਂ ਪਕਾ ਰਹੀ ਸੀ ਤੇ ਉਹਦੇ ਲਾਗੇ ਚੌਂਤਰੇ 'ਚ ਬੈਠਾ ਭਿੱਲੀ ਅੰਬ ਦੇ ਅਚਾਰ ਨਾਲ ਬੁਰਕੀਆਂ ਵਲੇਟ ਕੇ ਅੰਦਰ ਸੁੱਟ ਰਿਹਾ ਸੀ। ਛਿੰਨੋ ਖਿਝ ਕੇ ਬੋਲੀ, ਵੇ ਬੱਸ ਵੀ ਕਰ,
ਤੇਰਾ ਢਿੱਡਾ ਕੱਖੂ, ਤੂੰ ਰੱਜਦਾ ਹੀ ਨਹੀਂ। ਬਾਕੀਆਂ ਨੇ ਵੀ ਤਾਂ ਰੋਟੀ ਖਾਣੀ ਆ। ਆਈ ਕਾਹ ਬੈਠਾ ਹੀ ਘਰ, ਦੱਸ ਇਹਦੇ ਵੇਲੇ ਦੇ ਕਿੱਥੋਂ ਤੋਸਾ ਮੱਥੇ ਮਾਰੀਏ। ਪੈਸਾ ਧੇਲਾ ਦੇਣਾ ਕੋਈ ਨਹੀਂ, ਜੋ ਮਿਲਣਾ ਉਹਦਾ ਗੰਦਮੰਦ ਖਾ ਛੱਡਣਾ, ਸ਼ਕੀਨੀਆਂ ਲਾ ਛੱਡਣੀਆਂ। ਉਹਦਾ ਭਾਸ਼ਣ ਪਤਾ ਨਹੀਂ ਕਿੰਨਾ ਕੁ ਚਿਰ ਚੱਲਦਾ ਜੇ ਨੈਤਾ ਜਸਵੰਤ ਨੂੰ ਨਾ ਵੇਖ ਲੈਂਦਾ। ਉਹਨੇ ਨਿੰਦਰ ਨੂੰ ਸੁਚੇਤ ਕੀਤਾ, ਜਾ ਓਏ ਉੱਠ ਕੇ। ਉਹ ਆ ਗਈ ਸਾਈ ਤੇਰੇ। ਮੈਂ ਇਹਨੂੰ ਆਖਿਆ, ਕੰਜਰ ਦੇ ਅੱਗੇ 13ਵਾਂ ਮਹੀਨਾ ਅਸੀਂ ਸਿੱਟੇ ਕੁੱਟ ਕੇ ਰੋਟੀ ਦਾ ਡੰਗ ਤੋਰਦੇ ਹਾਂ, ਤੈਨੂੰ ਕਿੱਥੋਂ ਟੁੱਕ ਦੇਈਏ। ਇਹ ਪਰਸੋਂ ਦਾ ਉੱਠਦਾ ਹੀ ਨਹੀਂ, ਘੂਆਂ ਜਿਹਾ ਬਣਿਆ ਬੈਠਾ। ਬਾਬਾ ਇਹਦਾ ਵਿਆਹ ਕਰ ਦਿਓ, ਸਭ ਠੀਕ ਠਾਕ ਹੋ ਜੂ, ਜਸਵੰਤ ਨੇ ਸੁਝਾਅ ਦਿੱਤਾ। ਉਹ ਮੈਂ ਤਾਂ ਜੀ ਵਿਆਹ ਕਰਦਾ ਸੀ ਇਹਦਾ ਜਦੋਂ ਸ਼ੀਰੋ ਦਾ ਕੀਤਾ। ਇਹ ਮਾਂ ਚੋਂ ਆਖੇ ਮੈਂ ਤਾਂ ਬੰਬਈ 'ਚ ਢੁੱਕਣਾ, ਮੈਂ ਫਿਰ ਤੁਹਾਡੇ ਸਾਹਮਣੇ ਕੁੜੀ ਦਾ ਵਿਆਹ ਕਰਤਾ। ਸਰਦਾਰ ਜੀ, ਧੀਆਂ ਦਾ ਬੜਾ ਗਾਲ ਉਲਾਮਾ ਹੁੰਦਾ। ਤੂੰ ਮੈਨੂੰ ਪੁੱਛ, ਮੈਂ ਜੀ ਵਿਆਹ ਕੇ ਕੁੜੀ ਆਪਣੇ ਘਰ ਘਲਾਈ। ਅੱਜ ਕੱਲ੍ਹ ਜੀ ਜ਼ਮਾਨਾ ਬੜਾ ਖਰਾਬ ਹੈ, ਕੁੜੀਆਂ ਮੁੰਡੇ ਤਾਂ ਅੱਖਾਂ ਨਾਲ ਗੱਲਾਂ ਕਰਦੇ ਨੇ। ਸਾਰੀ ਗੱਲ ਤੂੰ ਮੈਨੂੰ ਪੁੱਛ, ਸਾਡੇ ਆ ਗੁਆਂਢ ਵੇਖ ਲਾ, ਉਹ ਗੱਜਣ ਦੀ ਕੁੜੀ। ਚੱਲ ਛੱਡ, ਛਿੰਨੂ ਨੇ ਨੈਤੇ ਨੂੰ ਟੋਕਿਆ। ਭਾਜੀ ਧੀਆਂ ਭੈਣਾਂ ਵਾਲਿਆਂ ਸੱਚਾ ਪਾਤਸ਼ਾਹ ਸਭ ਦੀਆਂ ਇੱਜ਼ਤਾਂ ਰੱਖੇ। ਫਿਰ ਉਹ ਨਿੰਦਰ ਵੱਲ ਹੋਈ, ਚੱਲ ਵੇ ਉੱਠ ਕੇ ਤੁਰ ਪਓ ਭਾਜੀ ਨਾਲ, ਬੰਦੇ ਦਾ ਪੁੱਤ ਬਣ ਕੇ। ਦਿੰਦਾ ਤੂੰ ਸਾਨੂੰ ਦਵਾਨੀ ਨਹੀਂ, ਰੋਟੀਆਂ ਸਾਡੀਆਂ ਤੋੜਦਾ। ਅਸੀਂ ਇਹਨੂੰ ਆਖਿਆ ਜਿਹੜੇ ਇਸ ਮਹੀਨੇ ਭਾਜੀ ਤੋਂ ਪੈਸੇ ਲੈਣੇ ਆ ਸਾਨੂੰ ਦੇ, ਇੱਕ ਮੰਜਾ ਹੀ ਬਣਾ ਲਈਏ। 4 ਜੀਆਂ ਤੇ 2 ਮੰਜੇ, ਭੁੰਜੇ ਸੌਂ ਜਾਂਦਾ। ਜੇ ਆਖੀਏ ਮੰਜੇ ਲਈ ਤਾਂ ਅੱਗੋਂ ਆਖੂ ਮੈਂ ਤਾਂ ਹੋਰ ਮਹੀਨੇ ਨੂੰ ਪਲੰਘਾਂ ਤੇ ਸੌਂਇਆ ਕਰਨਾ, ਤੁਹਾਡੇ ਮੰਜੇ ਲਈ ਪੈਸੇ ਕਿਉਂ ਖਰਚਾਂ। ਲੈ ਸੁਣ ਲੈ ਇਹਦੀਆਂ, ਸਾਨੂੰ ਤਾਂ ਇਹਨੇ ਪਾਗਲ ਕੀਤਾ ਹੋਇਆ। ਤੁਸੀਂ ਉਹ ਗਾਡਰ ਦਿੱਤਾ ਸੀ ਨਾ ਪਿਛਲੀ ਕੋਠੜੀ ਛੱਤਣ ਨੂੰ, ਉਹ ਆਪੇ ਚੁੱਕ ਕੇ ਲੈ ਗਿਆ। ਆਖੇ ਚਾਚੇ ਨੇ ਗਾਡਰ ਦੇ ਪੈਸੇ ਕੱਟ ਲੈਣੇ ਨੇ। ਛਿੰਨੂ ਪਤਾ ਨਹੀਂ ਕਿੰਨਾ ਕੁ ਚਿਰ ਬੋਲਦੀ ਰਹਿੰਦੀ, ਪਰ ਉਹ ਚੁੱਪਚਾਪ ਉੱਠਿਆ ਤੇ ਜਸਵੰਤ ਨਾਲ ਤੁਰ ਆਇਆ। ਜਸਵੰਤ ਦੀ ਪਤਨੀ ਰੋਟੀ ਲੈ ਕੇ ਆਈ ਤਾਂ ਆਖਣ ਲੱਗਾ, ਚਾਚੀ ਅੱਜ ਰੋਟੀ ਰਹਿਣ ਹੀ ਦੇਈਏ, ਭੁੱਖ ਹੀ ਨਹੀਂ ਲੱਗਦੀ। ਤੇ ਫੜ ਗਾਂ, ਰੋਟੀ ਬਿਨਾਂ ਗੁਜ਼ਾਰਾ ਹੁੰਦਾ ਕਿਤੇ। ਸਿਆਣੇ ਆਂਦੇ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਜਸਵੰਤ ਦੀ ਪਤਨੀ ਦੀ ਮਿੱਠੀ ਜਿਹੀ ਝਿੜਕ ਸੁਣ ਕੇ ਉਹ ਗੈਰ ਗੰਭੀਰ ਹੋ ਗਿਆ। ਚਾਚੀ, ਜੇ ਸੱਚਮੁੱਚ ਕਿਤੇ ਰੋਟੀ ਬਿਨਾਂ ਗੁਜ਼ਾਰਾ ਹੋਣ ਲੱਗ ਪਏ ਤਾਂ ਕਿਆ ਕਹਿਣਾ। ਸਾਡੇ ਸੱਜਣ ਨੂੰ ਰੋਟੀ ਮਾਰ ਗਈ। ਗੱਲ ਉਹਦੀ ਕੁਝ ਹੱਦ ਤੱਕ ਠੀਕ ਹੀ ਸੀ। ਮਹੀਨਾ ਭਰ ਮਿਆਦੀ ਬੁਖਾਰ ਦਾ ਭੰਨਿਆ ਸੱਜਣ ਰਾਜੀ ਹੋ ਕੇ ਜਦੋਂ ਸੁਖਨਾਲਾ ਨੂੰ ਗੁਰੂਸਰ ਦੀ ਮੱਸਿਆ ਗਿਆ ਤਾਂ ਸਾਹਮਣੇ ਲੰਗਰ ਵਰਤਦਾ ਵੇਖ ਕੇ ਉਹ ਤੁਰਿਆ ਨਾ ਗਿਆ। ਚਮਕਦੀ ਭੁੱਖ ਨੂੰ ਸ਼ਾਂਤ ਕਰਨ ਲਈ ਆਖਣ ਲੱਗਾ, ਆਏ ਆ ਤਾਂ ਗੁਰੂ ਕੇ ਲੰਗਰ 'ਚ ਵੀ ਹਾਜ਼ਰੀ ਲਵਾਈ ਚੱਲੀਏ। ਫਿਰ ਮਾਂ ਦੀ ਦਾਲ ਨਾਲ ਲੇੜ ਕੇ ਰੋਟੀਆਂ ਖਾਧੀਆਂ। ਮਹੀਨੇ ਦੀ ਭੁੱਖ ਜਿਵੇਂ ਅੱਜ ਹੀ ਮਿਟਾ ਲੈਣੀ ਹੋਵੇ। ਵਾਪਸੀ ਤੇ ਆਉਂਦਿਆਂ ਰਾਹ 'ਚ ਹੀ ਐਸਾ ਸੂਲ ਉੱਠਿਆ ਕਿ ਜਾਨ ਹੀ ਲੈ ਕੇ ਗਿਆ। ਉਸ ਮਾਸੂਮ ਚਿੜੀ ਦੀ ਮੌਤ ਉੱਤੇ ਕਿਸੇ ਨੇ ਹੱਸ ਕੇ ਆਖਿਆ ਸੀ, ਗੁਰੂ ਕੇ ਲੰਗਰ 'ਚ ਹਾਜ਼ਰੀ ਲਵਾਉਂਦਾ ਸੱਜਣ ਗੁਰੂ ਘਰ ਹੀ ਪਹੁੰਚ ਗਿਆ। ਰੋਟੀ ਹੱਥ ਉੱਤੇ ਰਖਵਾ ਕੇ ਨਿੰਦਰ ਕੁਝ ਸਹਿਜ ਹੋਇਆ। ਹੁਣ ਸਾਡੇ ਭਿੱਲੀ ਵੱਲ ਵੇਖੋ, ਰੋਟੀਆਂ ਨਾਲ ਰੱਜਦਾ ਹੀ ਨਹੀਂ, 14 ਰੋਟੀਆਂ ਤੋਂ ਘੱਟ ਮਰੋੜਦਾ ਹੀ ਨਹੀਂ। ਰੋਟੀ ਵੱਲੋਂ ਵਿਹਲਾ ਹੋਇਆ ਤਾਂ ਜਸਵੰਤ ਨਾਲ ਸਲਾਈ ਪੈ ਗਿਆ। ਆਪਣੇ ਹਸਪਤਾਲ ਨਵਾਂ ਡਾਕਟਰ ਆਇਆ, ਸੁਣਿਆ ਬੜਾ ਸਿਆਣਾ, ਆਂਦੇ ਆਪਰੇਸ਼ਨ ਕਰਕੇ ਮਿਹਦੇ ਵੀ ਬਦਲ ਦਿੰਦਾ। ਮੇਰੀ ਸਲਾਹ ਵੀ ਭਿੱਲੀ ਨਾਲ ਆਪਣਾ ਮਿਹਦਾ ਬਦਲ ਲਵਾਂ, ਆਪਣਾ 4 ਰੋਟੀਆਂ ਵਾਲਾ ਉਹਨੂੰ ਪਵਾ ਦਿਆਂ ਤੇ ਉਹਦਾ 14 ਰੋਟੀਆਂ ਵਾਲਾ ਆਪ ਪਵਾ ਲਵਾਂ। ਨਾਲੇ ਮੈਨੂੰ ਭੁੱਖ ਲੱਗਣ ਲੱਗ ਪਊ, ਨਾਲੇ ਉੱਧਰ ਛਿੰਨੋਂ ਦਾ ਆਟਾ ਬਚੂ। ਐਵੇਂ ਚੀਕਦੀ ਰਹਿੰਦੀ ਹੈ, ਮੈਂ ਦਿੰਦਾ ਕੁਝ ਨਹੀਂ। ਜਿਹੜਾ ਆਟਾ ਇਸ ਤਰ੍ਹਾਂ ਭਿੱਲੀ ਦਾ ਬਚਿਆ ਕਰੂ, ਉਹ ਇੱਕ ਤਰ੍ਹਾਂ ਮੈਂ ਹੀ ਦਿੱਤਾ ਹੋਇਆ। ਮੇਰਾ ਕੀ ਹੈ, ਮੈਂ ਤਾਂ ਤੁਹਾਡੇ ਵੱਲੋਂ ਹੀ ਰੋਟੀ ਖਾ ਲੈਣੀ ਹੈ। ਚਾਚੀ ਕੋਲ ਆਟਾ ਬਥੇਰਾ। ਜਸਵੰਤ ਉਹਦੀ ਅਜਿਹੀ ਸਮਝਦਾਰੀ ਉੱਤੇ ਮੁਸਕਰਾਇਆ। ਕੰਜਰਾ, ਐਵੇਂ ਤੈਨੂੰ ਲੋਕ ਸ਼ਦਾਈ ਆਖਦੇ ਨੇ, ਤੂੰ ਸ਼ਦਾਈ ਕਿੱਥੇ ਹੈ, ਤੂੰ ਤੇ ਵਾਕਈ 100 ਦਾਈ ਹੈ। ਨਿੰਦਰ ਦੇ ਚਿਹਰੇ ਉੱਤੇ ਲਾਲੀ ਫਿਰ ਗਈ ਤੇ ਉਹਨੇ ਬੜੇ ਉਤਸ਼ਾਹ ਨਾਲ ਆਖਿਆ, ਸ਼ੁਦਾਈ ਵਾਲਾ ਗੀਤ ਸੁਣਾਵਾਂ, ਅਜੇ ਰਾਤੀ ਟੀਵੀ ਉੱਤੇ ਸੁਣਾ ਕੇ ਆਇਆ। ਉਹਨੇ ਗੀਤ ਛੋਹ ਲਿਆ। ਸਾਨੂੰ ਲੋਕ ਸ਼ੁਦਾਈ ਆਂਦੇ, ਸਾਡੇ ਦੁੱਖ ਦੇ ਵੱਲ ਨਹੀਂ ਜਾਂਦੇ। ਕਾਹਦਾ ਦੁਨੀਆ ਉੱਤੇ ਜੀਣਾ, ਸਾਡਾ ਲੰਘਦਾ ਨਹੀਂ ਮਹੀਨਾ, ਤੂੰ ਸਾਡੇ ਕੋਲ ਨਹੀਂ ਰਹਿਣਾ, ਸਦਾ ਮਿੰਟੂ ਨੇ ਰੋਂਦੇ ਰਹਿਣਾ। ਤੇਰੇ ਵਿਛੋੜੇ 'ਚ ਦੱਸ ਸੋਹਣੀਏ ਨੀ ਮੈਂ ਕੀ ਕਰਾਂ, ਹਾਏ ਮੈਂ ਕੀ ਕਰਾਂ, ਪੱਠੇ ਵੱਢਾਂ ਜਾਂ ਦਾਤਰੀ ਢਿੱਡ ਵਿੱਚ ਖੋਭ ਕੇ ਮਰਾਂ। ਉਹਨੇ ਹੌਕਿਆਂ ਭਰੀ ਦਰਦਮੰਦ ਆਵਾਜ਼ 'ਚ ਗੀਤ ਗਾਇਆ ਤੇ ਉਹਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਜਸਵੰਤ ਨੇ ਉਹਨੂੰ ਹੌਸਲਾ ਦਿੱਤਾ, ਪੁੱਤਰਾ ਸਾਰੀ ਉਮਰ ਕਿਉਂ ਰੋਂਦੇ ਰਹਿਣਾ ਹੋਇਆ, ਸੁੱਖ ਨਾਲ ਤੇਰੇ ਰਿਸ਼ਤੇ ਦੀ ਸਾਰੀ ਗੱਲ ਤੈਅ ਹੋ ਚੁੱਕੀ ਆ। ਹੁਣ ਤਾਂ ਸਤਨਾਮ ਆਇਆ ਤਾਂ ਤੇਰੇ ਮਾਪਿਓ ਨਾਲ ਮਿਲ ਕੇ ਵਿਆਹ ਦਾ ਸਾਹਾ ਪੱਕਾ ਕਰਨਾ ਹੀ ਬਾਕੀ ਰਹਿ ਗਿਆ।
ਉੱਠ ਕੰਮ ਧੰਦਾ ਕਰੀਏ, ਰੋਣਾ ਕੋਈ ਮਰਦਾਂ ਦਾ ਕੰਮ ਹੈ। ਜਸਵੰਤ ਦੀ ਹੱਲਾਸ਼ੇਰੀ ਨਾਲ ਉਹਦਾ ਮਨ ਸਗੋਂ ਹੋਰ ਪਿਘਲ ਗਿਆ। ਚਾਚਾ, ਮੈਂ ਤੈਨੂੰ ਸੱਚੀ ਦੱਸਾਂ, ਮੈਂ ਤੇਰੇ ਸਾਹਮਣੇ ਨਹੀਂ ਰੋਂਦਾ, ਮਾਂ ਪਿਓ ਅੱਗੇ ਵੀ ਨਹੀਂ ਰੋਂਦਾ, ਪਰ ਕੀ ਕਰਾਂ, ਜਦੋਂ ਇਕੱਲਾ ਹੋਵਾਂ ਤਾਂ ਪੱਠੇ ਵੱਢਦਿਆਂ ਮੇਰੇ ਗਲੇਡੂ ਟੱਕ 'ਚੋਂ ਡਿੱਗਦੇ ਰਹਿੰਦੇ ਨੇ। ਉਹਨੇ ਡੂੰਘਾ ਹੌਕਾ ਲਿਆ ਤੇ ਫਿਰ ਅਚਨਚੇਤ ਉਹਦੇ ਮੂੰਹ ਨਿਕਲ ਗਿਆ, ਚਾਚਾ ਉਹ ਧੰਤੋ ਸੀ ਨਾ ਰੋਂਦਲ ਜਿਹੀ। ਉਹ ਧੌਣ ਖੁਰਕਣ ਲੱਗ ਪਿਆ। ਜਸਵੰਤ ਨੇ ਅੱਗੋਂ ਗੱਲ ਸੁਣਨ ਲਈ ਹੁੰਗਾਰਾ ਭਰਿਆ, ਉਹ ਰੋਣ ਮਾਰ ਗਈ। ਗੱਲ ਕਰਕੇ ਉਹਨੇ ਜਸਵੰਤ ਤੋਂ ਨਜ਼ਰਾਂ ਚੁਰਾ ਲਈਆਂ ਤੇ ਹੋਰ ਪਾਸੇ ਵੇਖਣ ਲੱਗ ਪਿਆ। ਖੇਤਾਂ ਨੂੰ ਤੁਰੇ ਜਾਂਦਿਆਂ ਜਸਵੰਤ ਉਹਨੂੰ ਸਮਝਾ ਰਿਹਾ ਸੀ ਕਿ ਹੁਣ ਕੰਮ ਦੇ ਦਿਨ ਨੇ ਤੇ ਉਹ ਕੋਈ ਨਾਗਾ ਨਾ ਪਾਵੇ। ਇਹਨਾਂ ਦਿਨਾਂ ਵਿੱਚ ਹੀ ਸ਼ਾਇਦ ਸਤਨਾਮ ਸਾਹੀ ਚਿੱਠੀ ਲੈ ਕੇ ਆ ਜਾਏ। ਕਣਕਾਂ ਵੱਢਣ ਤੋਂ ਪਿੱਛੋਂ ਉਹਦਾ ਵਿਆਹ ਹੋਣਾ ਨਿਸ਼ਚਿਤ ਹੈ, ਇਸ ਲਈ ਉਹ ਇਹਨਾਂ ਦਿਨਾਂ 'ਚ ਟਿਕ ਕੇ ਕੰਮ ਕਰਾਵੇ। ਲੋਡੇ ਵੇਲੇ ਥ੍ਰੈਸ਼ਰ ਚਾਲੂ ਹੋ ਗਿਆ ਸੀ, ਪਰ ਅਚਨਚੇਤ ਟਰਾਂਸਫਾਰਮਰ ਤੋਂ ਬੱਤੀ 'ਚੋਂ ਕੋਈ ਨੁਕਸ ਪੈ ਗਿਆ ਸੀ। ਹੁਣ ਬੱਤੀ ਰਾਤ ਨੂੰ ਕਿਸੇ ਵੀ ਵੇਲੇ ਆ ਸਕਦੀ ਸੀ, ਇਸ ਲਈ ਨਿੰਦਰ ਰਾਤ ਨੂੰ ਘਰ ਨਹੀਂ ਗਿਆ। ਉੱਥੇ ਖਲਵਾੜੇ ਕੋਲ ਹੀ ਪੈ ਗਿਆ। ਉਹਦੇ ਨਾਲ ਹੀ ਦੂਜੀ ਮੰਜੀ ਉੱਤੇ ਤੁਲਸਾ ਖੁੰਘ ਲੇਟਿਆ ਹੋਇਆ ਸੀ। ਕੰਮ ਦਾ ਜ਼ੋਰ ਹੋਣ ਕਰਕੇ ਜਸਵੰਤ ਨੇ ਉਹਨੂੰ 15-20 ਦਿਨਾਂ ਲਈ ਪੱਕਾ ਹੀ ਦਿਹਾੜੀ 'ਤੇ ਲਾਇਆ ਹੋਇਆ ਸੀ। ਅਸਮਾਨ ਦੇ ਤਾਰਿਆਂ ਵੱਲ ਚੁੱਪਚਾਪ ਨਜ਼ਰਾਂ ਗੱਡੀ ਪਏ ਨਿੰਦਰ ਨਾਲ ਉਹਨੇ ਗੱਲ ਛੇੜਨੀ ਚਾਹੀ। ਨਿੰਦਰਾ, ਓਏ ਨਿੰਦਰਾ, ਹੋ। ਨਿੰਦਰ ਜਿਵੇਂ ਨੀਂਦ ਵੱਲੋਂ ਜਾਗਿਆ। ਸੁਣਿਆ ਤੈਨੂੰ ਵੇਖਣ ਵਾਲੇ ਆਏ ਸੀ। ਆਏ ਹੋਣੇ ਨੇ, ਮੈਂ ਤਾਂ ਵੇਖੇ ਨਹੀਂ। ਨਿੰਦਰ ਗੱਲ ਕਰਨ ਦੇ ਰੌਣ 'ਚ ਨਹੀਂ ਸੀ। ਉਹ ਤੇਰੀ ਵੀ ਧੰਤੋ ਨਾਲ ਕੋਈ ਗੱਲਬਾਤ ਹੈਗੀ ਸੀ? ਮੁੱਕ ਗਈ ਗੱਲਬਾਤ, ਉਹ ਜਿਵੇਂ ਖੂਹ 'ਚੋਂ ਬੋਲਿਆ। ਫਿਰ ਉਹਨੂੰ ਜਸਵੰਤ ਦੀ ਸਾਹੀ ਚਿੱਠੀ ਵਾਲੀ ਗੱਲ ਚੇਤੇ ਆਈ। ਉਹਨੇ ਤੁਲਸੇ ਨੂੰ ਦਾਵਤ ਦਿੱਤੀ, ਤੂੰ ਕੱਪੜੇ ਸਵਾ ਛੱਡ, ਤੈਨੂੰ ਅਗਲੇ ਮਹੀਨੇ ਜੰਜੇ ਲੈ ਕੇ ਜਾਵਾਂਗੇ, ਵਿਆਹ ਹੈ ਆਪਣਾ। ਆਹੋ, ਮੈਨੂੰ ਪਤਾ ਤੇਰਾ ਵਿਆਹ 40ਵੇਂ ਹਾੜ ਦਾ ਹੈ, ਤੁਲਸੇ ਨੇ ਬਿਆਨ ਕੀਤਾ। ਤੈਨੂੰ ਕਿਵੇਂ ਪਤਾ? ਨਿੰਦਰ ਉੱਠ ਕੇ ਮੰਜੀ 'ਤੇ ਬੈਠ ਗਿਆ। ਉਹ ਖੋਤਿਆਂ ਦੇ ਸਿਰਾਂ 'ਤੇ ਕਿਤੇ ਸਿੰਘ ਹੁੰਦੇ ਨੇ। ਜੱਟਾਂ ਨੇ ਕਿਹਾ ਇਹਨੂੰ ਹੱਥਾਂ ਉੱਤੇ ਪਾਇਆ ਹੋਇਆ। ਤੈਨੂੰ ਹੇਮਾ ਮਾਲਿਨੀ ਦਾ ਸਾਕ ਕਰਾ ਦਾਂਗੇ, ਫਲਾਣੀ ਦਾ ਕਰਾ ਦਿਆਂਗੇ। ਇਹ ਖੋਤੇ ਦਾ ਖੁਰ ਖਿਆਲਾਂ ਦੇ ਘੋੜੇ ਭਜਾਈ ਫਿਰਦਾ ਰਹਿੰਦਾ। ਕਦੀ ਫਿਲਮਾਂ ਦਾ ਹੀਰੋ ਬਣ ਗਿਆ, ਕਦੀ ਟੀਵੀ ਦਾ ਕਲਾਕਾਰ ਬਣ ਗਿਆ, ਆਪਣੇ ਹੀ ਸੁਪਨਿਆਂ 'ਚ ਗੁਆਚਾ ਰਹਿੰਦਾ ਹੈ, ਉੱਲੂ ਕਿਸੇ ਥਾਂ ਦਾ। ਤੁਲਸੀ ਖਿੱਚ ਕੇ ਆਪਣੇ ਆਪ ਨਾਲ ਹੀ ਗੱਲਾਂ ਕਰਨ ਲੱਗ ਪਿਆ। ਫਿਰ ਹਕਾਰਤ ਨਾਲ ਆਖਿਆ, ਆਖੂ ਮੈਨੂੰ ਤਨਖਾਹ ਮਿਲਦੀ ਹੈ। ਕਿੱਡਾ ਨੈਬ ਸੂਬੇਦਾਰ ਲੱਗਾ ਹੁੰਦਾ। ਤਨਖਾਹ ਤੈਨੂੰ ਦਿੰਦੇ ਆ ਮਹੀਨੇ ਦੀ 400-500 ਤੇ ਮੈਂ 100 ਰੁਪਏ ਦਿਹਾੜੀ ਲੈਂਦਾ ਟੁਣਕਾ ਕੇ। 20 ਦਿਨਾਂ ਦੇ ਪੂਰੇ 2000। ਉਹਨਾਂ ਨੂੰ ਮੁਫਤ ਦਾ ਬੰਦਾ ਲੱਭਾ ਹੋਇਆ। ਤੇਰੀਆਂ ਯਾਵੀਆਂ ਸੁਣ ਛੱਡਦੇ ਆ, ਤੈਨੂੰ ਫਲਾ ਛੱਡਦੇ ਆ। ਤੂੰ ਝੂਠੀ ਮੁੱਠੀ ਸੁਪਨਿਆਂ ਦੇ ਮਹਿਲ ਬਣਾਈ ਜਾਇਆ ਕਰ। ਉਹਦੀ ਝਿੜਕ ਸੁਣ ਕੇ ਨਿੰਦਰ ਛਾਬੜ ਗਿਆ ਤੇ ਕਿੰਨਾ ਚਿਰ ਉਹਨੂੰ ਕੋਈ ਗੱਲ ਨਾ ਔੜੀ। ਤੁਲਸੇ ਦੀ ਸੁਪਨਿਆਂ ਵਾਲੀ ਗੱਲ ਉਹਨੂੰ ਚੰਗੀ ਨਾ ਲੱਗੀ। ਉਹਨੇ ਤੁਲਸੇ ਦੇ ਅਲਪ ਗਿਆਨ ਨੂੰ ਨਿਸ਼ਾਨਾ ਬਣਾਇਆ। ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ? ਹੁਣ ਤੂੰ ਇੱਥੇ ਬੈਠੇ ਨਾ, ਉਹਨੇ ਸਵਾਲ ਕੀਤਾ। ਜਵਾਬ ਉਡੀਕਣ ਤੋਂ ਬਿਨਾਂ ਹੀ ਉਹਨੇ ਗੱਲ ਜਾਰੀ ਰੱਖੀ। ਐਵੇਂ ਸੁਪਨੇ ਆਖੀ ਜਾਣਾ। ਤੂੰ ਇੱਥੇ ਬੈਠਾ ਹੈ ਨਾ ਤੇ ਤੈਨੂੰ ਕੁਝ ਵੀ ਪਤਾ ਨਹੀਂ। ਇਸ ਵੇਲੇ ਮੇਰੀ ਬੀਬੀ ਮੇਰੀ ਮੰਜੀ ਉੱਤੇ ਮੇਰੇ ਕੋਲ ਬੈਠੀ ਹੋਈ ਆ। ਤੁਲਸੀ ਨੇ ਹੱਸ ਕੇ ਉਹਨੂੰ ਸੂਚਨਾ ਦਿੱਤੀ, ਪਤਾ ਨਹੀਂ ਕਿਉਂ ਮੇਰੀ ਮੰਜੀ ਉੱਤੋਂ ਉੱਠ ਕੇ ਹੀ ਤਾਂ ਤੇਰੇ ਕੋਲ ਗਈ ਆ। ਨਿੰਦਰ ਨੂੰ ਉਹਦਾ ਇਹ ਮਜ਼ਾਕ ਪਸੰਦ ਨਹੀਂ ਆਇਆ। ਉਹ ਪਾਸਾ ਮੁੜ ਕੇ ਲੰਮਾ ਪੈ ਗਿਆ। ਦਿਨੇ ਜਸਵੰਤ ਚਾਹ ਲੈ ਕੇ ਪੁੱਜਾ। ਬੱਤੀ ਤਾਂ ਸਾਰੀ ਰਾਤ ਆਈ ਨਹੀਂ ਸੀ ਤੇ ਜਾਗ ਕੇ ਕਰਨ ਵਾਲਾ ਕੋਈ ਕੰਮ ਨਹੀਂ ਸੀ, ਪਰ ਨਿੰਦਰ ਦੀਆਂ ਅੱਖਾਂ ਨੀਂਦਰੇ ਨਾਲ ਭਾਰੀ ਤੇ ਲਾਲ ਸਨ, ਮਲ ਕੇ ਸੁੱਜੀਆਂ ਹੋਈਆਂ। ਜਸਵੰਤ ਨੇ ਕਾਰਨ ਪੁੱਛਿਆ ਤਾਂ ਦੱਸਣ ਲੱਗਾ, ਇੱਕ ਵਾਰ ਨੀਂਦ ਉਖੜ ਗਈ, ਫਿਰ ਆਈ ਨਹੀਂ। ਉਹਨੇ ਕੰਮ ਹੀ ਖਰਾਬ ਕਰਤਾ। ਕੀ ਨਹੀਂ? ਉਹ ਚੰਗਾ ਭਲਾ ਬੀਬੀ ਦੀ ਹਿੱਕ 'ਤੇ ਸਿਰ ਰੱਖ ਕੇ ਸੁੱਤਾ ਸਾਂ। ਛਿੰਨੋ ਦੇ ਕਿਉਂ ਮਖੌਲ ਕਰਦੇ ਹੋ? ਆਪਣੀ ਬੀਬੀ ਪ੍ਰਕਾਸ਼ ਕੌਰ ਦੇ। ਉਹ ਮੇਰੇ ਵਾਲਾਂ 'ਚ ਹੱਥ ਫੇਰਨ ਡਈ ਸੀ। ਆਖੇ ਸੌਂ ਜਾ ਮੇਰਾ ਲਾਲ, ਮੇਰਾ ਸੋਹਣਾ ਪੁੱਤ, ਕੰਮ ਕਰਕੇ ਥੱਕ ਗਿਆ ਹੋਏਗਾ। ਮੈਨੂੰ ਹੌਲੀ ਹੌਲੀ ਗੂੜੀ ਨੀਂਦ ਆ ਗਈ। ਤਾਈਓਂ ਖੌਰੇ ਇੱਕ ਲਾਲੇ ਨੇ ਆਵਾਜ਼ ਮਾਰ ਕੇ ਜਗਾਤਾ। ਆਖੇ ਤੇਰੀ ਜਿਹੜੀ 100 ਕਿੱਲੇ ਦੀ ਤੂੜੀ ਪਈ ਆ, ਉਹ ਕੰਡਾ ਲਗਾ ਕੇ ਸਾਨੂੰ ਚੁਕਵਾ ਦੇ। ਕੱਲ੍ਹ ਟਰੱਕ ਲੱਗ ਜਾਣਗੇ ਤੇ ਆਹ ਫੜ 5 ਲੱਖ ਰੁਪਈਆ। ਕਿਸੇ ਹੋਰ ਨੂੰ ਹਾਂ ਨਾ ਕਹੀ। ਮੈਂ ਆਖਿਆ ਮੈਂ ਸਾਰੀ ਤੂੜੀ ਨਹੀਂ ਵੇਚਣੀ, 500-700 ਪੰਡਾ ਆਪ ਵੀ ਰੱਖਣੀਆਂ, ਕਿਸੇ ਭੈਣ ਭਰਾ ਨੂੰ ਲੋੜ ਪੈ ਜਾਂਦੀ ਹੈ। ਉਹ ਅੱਗੋਂ ਆਖੇ, ਸਰਦਾਰ ਜੀ ਤੈਨੂੰ ਕਿਸੇ ਨੇ ਹੱਥਾਂ 'ਤੇ ਪਾਇਆ ਲੱਗਦਾ, ਜਿਹੜਾ ਤੂੰ ਮੰਨਦਾ ਨਹੀਂ। ਜਿਹੜਾ ਭਾਅ ਅਸੀਂ ਲਾਉਣ ਡਏ ਹਾਂ ਉਹ ਫੇਰ ਨਹੀਂ ਲੱਗਣਾ। ਮੇਰੇ ਨਾ ਕਰਦਿਆਂ ਪੈਸੇ ਸੁੱਟ ਕੇ ਹੋ ਗਿਆ। ਮੈਂ ਬਥੇਰਾ ਆਖਿਆ, ਉਹ ਮੇਰੀ ਗੱਲ ਤਾਂ ਸੁਣ। ਉਹਨੇ ਆਪਣੇ ਲਾਗੇ ਪਈ ਲੱਕੜ ਨੂੰ ਛੋਹਿਆ। ਇਹੋ ਲੱਕੜ ਮੇਰੇ ਉੱਤੇ
ਪਵੇ ਜੇ ਮੈਂ ਝੂਠ ਬੋਲਾਂ ਤਾਂ। ਫਿਰ ਨੀਂਦ ਪਈ ਨਹੀਂ। ਇੱਕ ਤਾਂ ਇਹੋ ਡਰ ਕਿ ਜੇ ਕਿਤੇ ਕਾਲੇ ਕੱਛਿਆਂ ਵਾਲੇ ਆ ਗਏ ਤਾਂ ਜਾਨ ਵੀ ਗਈ ਤੇ ਪੈਸੇ ਵੀ। ਉਂਝ ਬੀਬੀ ਨੇ ਬਥੇਰਾ ਹੌਸਲਾ ਦਿੱਤਾ, ਕੋਈ ਨਹੀਂ ਪੁੱਤ, ਤੂੰ ਪੈਸੇ ਮੇਰੇ ਸਿਰਹਾਣੇ ਰੱਖ ਦੇ ਤੇ ਆਰਾਮ ਨਾਲ ਸੌਂ ਜਾ, ਫਿਕਰ ਨਾ ਕਰ। ਬਾਹਰ ਗੋਰਖਾ ਬੰਦੂਕ ਲੈ ਕੇ ਬੈਠਾ, ਭਾਪੇ ਤੇਰੇ ਕੋਲ ਵੀ ਅਮਰੀਕਨ ਪਿਸਤੌਲ ਆ। ਅਗਲੇ ਦਿਨਾਂ 'ਚ ਥ੍ਰੈਸ਼ਰ ਉੱਤੇ ਕਣਕ ਕਢੀਂਦੀ ਰਹੀ, ਬੰਦੇ ਕੰਮ ਉੱਤੇ ਲੱਗੇ ਰਹੇ, ਨਿੰਦਰ ਨਾਲ ਛੇੜਛਾੜ ਹੁੰਦੀ ਰਹੀ। ਉਹਦਾ ਵਿਆਹ ਦਾ ਸਾਹਾ 40 ਹਾੜਦਾਰ ਹੋਣ ਕਰਕੇ ਹਾਸਾ ਮੱਚਦਾ ਰਿਹਾ। ਇੱਕ ਦਿਨ ਕਿਸੇ ਨੇ ਪੁੱਛਿਆ, ਵਿਆਹ ਕਰਵਾ ਕੇ ਉਹਨੂੰ ਰੱਖੇਂਗਾ ਕਿੱਥੇ ਓਏ? ਕੋਠਾ ਤੁਹਾਡਾ ਇੱਕੋ, ਮੰਜੇ ਤੁਹਾਡੇ ਘਰ 2, ਉਹਨੂੰ ਸਵਾਏਂਗਾ ਕਿੱਥੇ? ਉਹਨੇ ਛੇਤੀ ਸੋਚ ਲਿਆ, ਆਪਣੀ ਕੋਠੀ ਆ ਸ਼ਹਿਰ 5 ਕਿੱਲਿਆਂ 'ਚ ਬਣੀ ਹੋਈ, 5 ਟੈਲੀਫੋਨ ਲੱਗੇ, 5 ਗਨਮੈਨ, 5 ਹੀ ਵੱਡੇ ਵੱਡੇ ਕੁੱਤੇ, 3 ਕੋਠੀਆਂ ਹੋਰ ਵੀ ਨੇ ਕਿਰਾਏ ਉੱਤੇ ਦਿੱਤੀਆਂ। ਇੱਕ ਵੱਡੀ ਹਵੇਲੀ ਆ ਹਾਲ ਬਾਜ਼ਾਰ 'ਚ, 100 ਡੰਗਰ ਵੱਜਿਆ ਉਹਦੇ 'ਚ। ਰਿਹਾ ਕਰੂ ਉੱਥੇ ਵੱਡੀ ਕੋਠੀ 'ਚ ਹੀ, ਉੱਥੇ ਹੀ ਰਹਿਣਾ ਪੈਣਾ ਹੁਣ ਤਾਂ। ਨਿੱਕੇ ਨਿਆਣੇ ਵੀ ਤਾਂ ਕੱਲ ਕਲੋਤਰ ਨੂੰ ਸ਼ਹਿਰ 'ਚ ਹੀ ਅੰਗਰੇਜ਼ੀ ਸਕੂਲ 'ਚ ਪਾਉਣੇ ਪੈਣੇ ਆ। ਅੱਜ ਕੱਲ੍ਹ ਪਿੰਡਾਂ 'ਚੋਂ ਪੜ੍ਹਾਈਆਂ ਤਾਂ ਰਹਿ ਨਹੀਂ ਗਈਆਂ ਜਿਹੜੀਆਂ ਆਪਣੇ ਵੇਲਿਆਂ 'ਚ ਹੁੰਦੀਆਂ ਸਨ। ਸਾਰੇ ਉਹਦੀਆਂ ਗੱਲਾਂ ਸੁਣ ਕੇ ਹੱਸਦੇ ਰਹਿੰਦੇ, ਖੁਸ਼ ਹੁੰਦੇ ਰਹਿੰਦੇ। ਕਿਸੇ ਨੇ ਜਾਣਨਾ ਚਾਹਿਆ ਕਿ ਜੇ ਉਹ ਸ਼ਹਿਰ 'ਚ ਰਹਿਣ ਲੱਗ ਪਿਆ ਤਾਂ ਪਿੱਛੋਂ ਨੈਤੇ ਤੇ ਛਿੰਨੇ ਹੋਰਾਂ ਦਾ ਕੀ ਬਣੇਗਾ? ਉਹ ਖਿਝਿਆ ਤੇ ਆਖਣ ਲੱਗਾ, ਇਹ ਭੁਗਤਣ ਆਪਣੀ ਜੂਨ। ਉਹਨੂੰ ਇਤਰਾਜ਼ ਸੀ ਕਿ ਜਦੋਂ ਧਰਮਿੰਦਰ ਨੇ ਉਹਨੂੰ ਕੁੱਟ ਕੇ ਘਰੋਂ ਕੱਢਿਆ ਸੀ ਤਾਂ ਨੈਤੇ ਨੇ ਉਹਦੇ ਕੜੇ ਛਾਪਾਂ ਲਾ ਲਏ ਤੇ ਪੈਸੇ ਨੱਪ ਲਏ ਸਨ। ਉਹਨੇ ਆਖਿਆ, ਹੋਰ ਤੇ ਹੋਰ, ਚਲੋ ਮੈਂ ਤਾਂ ਹੀ ਆਣਾ ਸੀ, ਮੇਰੇ ਪਿਓ ਨੇ ਮੇਰੀ ਗਲਤੀ ਤੋਂ ਮੈਨੂੰ ਕੁੱਟਿਆ ਤੇ ਘਰੋਂ ਕੱਢ ਦਿੱਤਾ। ਇਹਦਾ ਸਿਆਣੇ ਬਿਆਣੇ ਦਾ ਫਰਜ਼ ਸੀ ਕਿ ਮੈਨੂੰ ਉਹਦੇ ਕੋਲ ਛੱਡ ਆਉਂਦਾ, ਪਰ ਇਹਨੇ ਅੱਗੋਂ ਜੱਟਾਂ ਦੇ ਡੰਗਰ ਚਾਰਨ ਤੇ ਰੱਖ ਲਿਆ। ਫਿਰ ਆਪ ਹੀ ਉਹਨੇ ਆਪਣੇ ਫੈਸਲੇ ਤੇ ਪੁਨਰ ਵਿਚਾਰ ਕੀਤਾ ਤਾਂ ਉਹਨਾਂ ਉੱਤੇ ਰਹਿਮ ਆ ਗਿਆ। ਇਹਨਾਂ ਦਾ ਐਂ ਕਰਾਂਗੇ, ਇਹਨਾਂ ਨੂੰ 10-12 ਬੱਸਾਂ ਪਵਾ ਦਿਆਂਗੇ, 2 ਵੀਡੀਓ ਕੋਚਾਂ ਲੈ ਦਿਆਂਗੇ, ਆਪ ਮੈਂ ਸਵੇਰੇ ਆ ਜਾਇਆ ਕਰੂੰ। ਚਾਚੇ ਦਾ ਪੱਠਾ ਜੱਥਾ ਪਵਾ ਗਿਆ, ਉਹਨਾਂ ਨੂੰ ਮਿਲ ਗਿਲ ਗਿਆ, ਬੱਸਾਂ ਦੇ ਟਾਇਰ ਦੀ ਹਵਾ ਹੁਵਾ ਵੇਖ ਗਿਆ, ਡਰਾਈਵਰਾਂ ਕੰਡਕਟਰਾਂ ਨੂੰ ਤਨਖਾਹ ਦੇ ਗਿਆ, ਦਬਕਾ ਸ਼ਬਕਾ ਚਲਾ ਗਿਆ। ਰਾਤ ਨੂੰ ਜਾਣ ਲੱਗਾ ਦੁੱਧ ਦਾ ਡੋਲੂ ਲੈ ਗਿਆ ਚਾਹ ਬਣਾਉਣ ਲਈ। ਉਹਨੇ ਸਾਰੀ ਯੋਜਨਾਬੰਦੀ ਦਾ ਵਿਸਥਾਰ ਦੇ ਦਿੱਤਾ। ਹਾੜ ਵੀ ਲੰਘ ਗਿਆ, ਫਿਰ ਸੌਣ ਵੀ। ਹੋਰ ਮਹੀਨੇ ਲੰਘਦੇ ਗਏ। ਅੱਜ ਕੱਲ੍ਹ ਨਿੰਦਰ ਨੂੰ ਡੂੰਘੀ ਉਦਾਸੀ ਤੇ ਭੁੱਖ ਨਾ ਲੱਗਣ ਦਾ ਦੌਰਾ ਪਿਆ ਹੋਇਆ ਸੀ। ਜਦੋਂ ਵੀ ਇਹੋ ਜਿਹਾ ਦੌਰਾ ਪੈਂਦਾ ਤਾਂ ਕੰਮ ਤੋਂ ਹਟ ਜਾਂਦਾ। ਕੰਮ ਤੋਂ ਤਾਂ ਉਹ ਉਦੋਂ ਵੀ ਕਦੀ ਹਟ ਜਾਂਦਾ ਸੀ ਜਦੋਂ ਭਾਰਾ ਕੰਮ ਕਰਨਾ ਪਵੇ। ਇੱਕ ਵਾਰ ਮਹੀਨਾ ਭਰ ਛੱਡਣ ਤੋਂ ਪਿੱਛੋਂ ਆਪ ਹੀ ਕੰਮ ਤੇ ਆ ਗਿਆ। ਕਾਰਨ ਪੁੱਛਣ ਤੇ ਉਹਨੇ ਦੱਸਿਆ ਕਿ ਤੁਹਾਡੀ ਚਰੀ ਬੜੀ ਕਰੜੀ ਸੀ, ਟੋਕੇ ਤੇ ਕੁਤਰਦਿਆਂ ਚੰਗਰਾਂ ਨਿਕਲ ਨੂੰ ਕਰਦੀਆਂ ਸਨ। ਕੱਲ ਮੈਂ ਵੇਖ ਆਇਆ, ਪੈਲੀ 'ਚ ਜਾ ਕੇ ਚਰੀ ਮੁੱਕ ਗਈ ਆ ਤੇ ਆਪਾਂ ਵੀ ਆ ਗਏ ਹਾਂ। ਆਪਣੀ ਇਹੋ ਜਿਹੀ ਚੁਸਤੀ ਉੱਤੇ ਹੀ ਉਹ ਆਪਣੇ ਆਪ ਨੂੰ 100 ਦਾਈ ਆਖ ਕੇ ਵਡਿਆਉਂਦਾ ਹੁੰਦਾ ਸੀ। ਪਿਛਲੇ ਦਿਨਾਂ ਤੋਂ ਕੰਮ ਉੱਤੇ ਆਉਣ ਦੀ ਥਾਂ ਉਹ ਪੈਨ ਪਚਰ ਕੇ GT ਰੋਡ ਤੇ ਜਾ ਖਲੋਂਦਾ ਸੀ। ਆਉਂਦੀਆਂ ਜਾਂਦੀਆਂ ਬੱਸਾਂ ਤੇ ਕਾਰਾਂ ਵੱਲ ਉੱਲਰ ਕੇ ਝਾਤੀਆਂ ਮਾਰਦਾ, ਜਿਵੇਂ ਕਿਸੇ ਨੂੰ ਲੱਭ ਰਿਹਾ ਹੋਵੇ। ਪਹਿਲਾਂ ਤਾਂ ਉਹਦੇ ਬਣਦੇ ਫੱਬਦੇ ਕੱਪੜੇ ਤੇ ਡੀਲ ਡੋਲ ਵੇਖ ਕੇ ਬੱਸ ਵਾਲੇ ਉਹਨੂੰ ਸਵਾਰੀ ਸਮਝ ਕੇ ਬੱਸ ਵੀ ਰੋਕ ਲੈਂਦੇ, ਪਰ ਛੇਤੀ ਉਹਨਾਂ ਨੂੰ ਪਤਾ ਲੱਗਾ ਕਿ ਉਹ ਆਪਣੀ ਮੰਗੇਤਰ ਤੇ ਵਿਛੜੇ ਹੋਏ ਮਾਂ ਪਿਓ ਨੂੰ ਲੱਭ ਰਿਹਾ। ਇੱਕ ਦਿਨ ਉਹ ਸੜਕ ਦੇ ਕਿਨਾਰੇ ਆਪਣੇ ਪਿੰਡ ਦੇ ਅੱਡੇ ਉੱਤੇ ਖੜੋਤਾ ਬੱਸਾਂ ਗੱਡੀਆਂ ਨੂੰ ਵੇਖ ਰਿਹਾ ਸੀ ਕਿ ਉਹਦੇ ਕੋਲ ਇੱਕ ਰੇਹੜਾ ਆ ਕੇ ਰੁਕਿਆ। ਰੇਹੜੇ ਵਾਲੇ ਨੇ ਅੱਗੋਂ ਜਾਣਾ ਸੀ ਤੇ ਉਹਦੇ ਕੋਲ ਹੋਰ ਸਮਾਨ ਵੀ ਸੀ, ਪਰ ਰੇਹੜੇ ਉੱਤੇ ਪਈਆਂ ਸੂਰਤੀ ਮੈਂਬਰ ਦੀਆਂ 10 ਬੋਰੀਆਂ ਸੀਮੈਂਟ ਲਾ ਕੇ ਉਹਨੇ ਲਛਮਣ ਚਾਹ ਵਾਲੇ ਦੀ ਦੁਕਾਨ ਉੱਤੇ ਰੱਖਣੀਆਂ ਸਨ। ਰੇਹੜੇ ਵਾਲੇ ਨੇ ਜੈਂਟਲਮੈਨ ਬਣੇ ਨਿੰਦਰ ਨੂੰ ਆਖਿਆ, ਸਰਦਾਰ ਜੀ, ਆ ਜ਼ਰਾ ਸੀਮੈਂਟ ਦੀ ਬੋਰੀ ਨੂੰ ਹੱਥ ਪਵਾਇਓ। ਉਹਨੂੰ ਝਿਜਕ ਵੀ ਸੀ ਕਿ ਸੋਹਣੇ ਕੱਪੜਿਆਂ ਵਾਲਾ ਬਣਦਾ ਤੰਦਾ ਜਵਾਨ ਕਿਤੇ ਕੱਪੜੇ ਲਿਬੜਨ ਦੇ ਡਰੋਂ ਉਹਨੂੰ ਨਾ ਹੀ ਨਾ ਕਰ ਦੇਵੇ। ਨਿੰਦਰ ਨੇ ਉਹਨੂੰ ਬੜੇ ਉਤਸ਼ਾਹ ਨਾਲ ਸੀਮੈਂਟ ਦੀ ਬੋਰੀ ਚੁਕਵਾਈ ਤੇ ਉਹਦੇ ਸਿਰ ਤੇ ਰੱਖਤੀ। ਲਛਮਣ ਦੀ ਦੁਕਾਨ ਉੱਤੇ ਰੇਹੜੇ ਵਾਲਾ ਬੋਰੀ ਰੱਖ ਕੇ ਪਰਤਿਆ ਤਾਂ ਉਹਨੇ ਫੇਰ ਹੱਥ ਜੋੜੇ, ਸਰਦਾਰ ਜੀ, ਕਰਵਾਇਓ ਖੇਚਲ। ਨਿੰਦਰ ਨੇ ਬੋਰੀ ਉਹਦੇ ਸਿਰ ਤੇ ਰੱਖਦਿਆਂ ਗੱਲ ਛੇੜ ਲਈ, ਮੈਨੂੰ ਭਾਪੇ ਧਰਮਿੰਦਰ ਨੇ ਆਖਿਆ ਕਿ ਮੈਂ ਤੇਰੇ ਲਈ 10 ਟਰੱਕ ਸੀਮੈਂਟ ਦੇ ਲਦਾ ਦਿੱਤੇ ਨੇ। ਉਹਦੇ ਨਾਲ ਇੱਕ ਤਾਂ ਛਿੰਨੋ ਹੋਰਾਂ ਦਾ ਠੱਠਾ ਹੋਇਆ ਕੱਚਾ ਕੋਠਾ ਦੁਬਾਰਾ ਛੱਤ ਦੇ ਤੇ ਇੱਕ ਵਿਚਾਰੇ ਮਜਬੀਆਂ ਦਾ ਗੁਰਦੁਆਰਾ ਬਣਵਾ ਦੇ। ਆਪਾਂ ਜਿਹੜੇ ਜੱਟ ਆ ਨਾ, ਮਜਬੀਆਂ ਦੇ ਕੀਤੇ ਦਾ ਮੁੱਲ ਨਹੀਂ ਪਾਉਂਦੇ, ਉਹਨਾਂ ਦੇ ਸਿਰ ਉੱਤੇ ਭਾਰੀ ਪਾਂਡੀ ਚੁਕਾਉਂਦੇ ਆ। ਰੇਹੜੇ ਵਾਲੇ ਨੇ ਹੈਰਾਨੀ ਨਾਲ ਉਸ ਵੱਲ ਵੇਖਿਆ। ਉਹਨੂੰ ਗੱਲਾਂ ਦੀ ਕੋਈ ਸਮਝ ਨਾ ਪਈ। ਉਹ ਬੋਰੀ ਰੱਖ ਕੇ ਮੁੜਿਆ ਤਾਂ ਉਹਨੂੰ ਆਪਣੇ ਵੱਲ ਆਉਂਦਾ ਵੇਖ ਕੇ ਨਿੰਦਰ ਨੇ ਦੂਰੋਂ ਹੀ ਗੱਲ ਕਰਨੀ ਸ਼ੁਰੂ ਕਰ ਲਈ। ਭਾਪੇ ਧਰਮਿੰਦਰ ਨੇ ਫੋਨ ਤੇ ਆਖਿਆ, ਇੱਥੇ ਪੱਠੇ ਹੀ ਨਾ ਵੱਢਦਾ ਰਹਿ, ਅੰਬਰਸਰ ਵਾਲੀ ਆਪਣੀ ਕੋਠੀ ਨੂੰ ਵੀ ਪਲਸਤਰ ਕਰਾ ਲੈ।
ਮੈਂ ਆਖਿਆ ਪਹਿਲਾਂ ਅੱਜ ਵਾਲੇ 10 ਟਰੱਕ ਤਾਂ ਲਵਾ ਜਾਵਾਂ, ਮੈਂ ਵੀ ਸੀਮਟ ਹੀ ਉਡੀਕਣ ਡਿਆ। ਉਹਦੀਆਂ ਗੱਲਾਂ ਸੁਣ ਕੇ ਰੇੜੇ ਵਾਲਾ ਉਹਦੇ ਬਾਰੇ ਸਭ ਕੁਝ ਸਮਝ ਗਿਆ। ਅਗਲੀ ਬੋਰੀ ਚੁੱਕਣ ਲੱਗੇ ਤਾਂ ਰੇੜੇ ਵਾਲੇ ਨੇ ਆਪਣੇ ਸਿਰ ਉੱਤੇ ਰੱਖਣ ਦੀ ਥਾਂ ਨਿੰਦਰ ਦੇ ਸਿਰ ਤੇ ਟਿਕਾਤੀ ਤੇ ਹੱਸ ਕੇ ਕਿਹਾ, ਜਾ ਦੁਕਾਨ ਤੇ ਰੱਖਾ, ਇਹ ਤੁਹਾਡਾ ਹੀ ਸੀਮੈਂਟ ਆ। 10 ਟਰੱਕਾਂ 'ਚੋਂ ਜਿਹੜਾ ਵੱਧ ਗਿਆ ਸੀ ਉਹਨੇ ਰੇੜੇ ਤੇ ਲਦਾ ਦਿੱਤਾ। ਅਗਲੀਆਂ ਬੋਰੀਆਂ ਉਹਨੇ ਆਪ ਹੀ ਭੱਜ ਭੱਜ ਕੇ ਲਛਮਣ ਦੀ ਦੁਕਾਨ ਤੇ ਰੱਖੀਆਂ ਤੇ ਰੇੜੇ ਵਾਲਾ ਮੁੱਛਾਂ 'ਚ ਹੱਸਦਾ ਰੇੜੇ ਕੋਲ ਖਲੋਤਾ ਰਿਹਾ। ਰੇੜੇ ਵਾਲਾ ਤੁਰ ਗਿਆ ਤਾਂ ਨਿੰਦਰ ਨੇ ਸਿਰ ਉੱਤੇ ਸੀਮੈਂਟ ਨਾਲ ਲਿਬੜੀ ਪੱਗ ਲਾ ਕੇ ਸੀਮੈਂਟ ਝਾੜਦਿਆਂ ਲਛਮਣ ਨੂੰ ਆਖਿਆ, ਲਛਮਣ ਸਿਆ, ਆ ਬੋਰੀਆਂ ਪਈਆਂ ਆਪਣੀਆਂ ਸੀਮੈਂਟ ਦੀਆਂ, ਧਿਆਨ ਰੱਖੀ, ਟਰੱਕ ਆਉਂਦੇ ਆ ਤਾਂ ਉਹਨਾਂ ਤੇ ਰੱਖ ਲਾਂਗੇ। ਪੱਗ ਦਾ ਸੀਮੈਂਟ ਆਪ ਕਿਉਂ ਝਾੜਨ ਡਿਆ? ਹੁਣੇ ਸੂਰਤੀ ਮੈਂਬਰ ਨੇ ਆ ਜਾਣਾ, ਉਹਨੇ ਹੀ 4 ਛਿੱਤਰ ਮਾਰ ਕੇ ਝਾੜ ਦੇਣਾ। ਆ ਗਿਆ ਵੱਡਾ ਸੀਮੈਂਟ ਦਾ ਮਾਲਕ। ਲਛਮਣ ਨੇ ਚਾਹ ਪੁਣ ਕੇ ਪੌਣੀ ਵਿਚਲਾ ਪੱਤੀ ਦਾ ਫੋਗ ਇੱਕ ਪਾਸੇ ਰੱਖ ਸੁੱਟਿਆ ਤਾਂ ਨਿੰਦਰ ਨੇ ਰੋਸੇ ਨਾਲ ਆਖਿਆ, ਸਾਨੂੰ ਤਾਂ ਤੁਸੀਂ ਯਾਰ ਫੋਗ ਹੀ ਸਮਝਦੇ ਜੇ, ਭਾਰ ਲੱਦੀ ਜੋ ਸਾਡੇ ਸਿਰ ਤੇ, ਦਿਓ ਕੁਝ ਨਾ ਸਾਨੂੰ। ਉਹ ਬੁੜ ਕਰਦਾ ਪਰਾਂ ਨੂੰ ਤੁਰ ਗਿਆ। ਇੱਕ ਤਾਂ ਉਹ ਪੰਡ ਸਿਰ ਤੇ ਰੱਖ ਗਈ ਤੂੜੀ ਦੀ, ਇੱਕ ਸੀਮੈਂਟ ਦਾ ਭਾਰ। ਉਧਰ ਚਾਚਾ ਸਤਨਾਮ ਵੀ ਭਾਰ ਪਾ ਗਿਆ, ਮੁੜਦਾ ਹੀ ਨਹੀਂ। ਸਿਰ ਤੇ ਮਨ ਉੱਤੇ ਕਿੰਨੇ ਹੀ ਭਾਰ ਚੁੱਕੀ ਉਹ ਦੁਖੀ ਤੇ ਪਰੇਸ਼ਾਨ ਹੋਇਆ ਘੁੰਮਦਾ ਰਹਿੰਦਾ। ਉਹਦੇ ਮਾਪਿਓ ਨੂੰ ਵੱਖਰਾ ਦੁੱਖ ਸੀ, ਇੱਕ ਪੁੱਤ ਮਰ ਗਿਆ ਸੀ, ਦੂਜਾ ਸਿੱਧੜ ਸੀ, ਤੀਜਾ ਇਹ ਕਮਲਾ ਹੋਇਆ ਫਿਰਦਾ ਸੀ। ਕੰਮ ਨਾ ਕਰਨ ਕਰਕੇ ਪਰਿਵਾਰ ਤੇ ਬੋਝ ਸੀ। ਸਾਡੀਆਂ ਕਿਹੜੀਆਂ ਮਿੱਲਾਂ ਚੱਲਦੀਆਂ ਨੇ, ਉਹ ਕਮਾਉਣਾ ਉਹ ਖਾਣਾ, ਚਿੰਨੋ ਆਖਦੀ। ਉਹ ਦੋਵੇਂ ਪਿਓ ਪੁੱਤ ਦਿਹਾੜੀਆਂ ਕਰਦੇ ਨੇ ਤੇ ਕੱਪੜੇ ਪਾ ਕੇ ਗਲੀਆਂ ਤੇ ਸੜਕਾਂ ਦੇ ਗੇੜੇ ਕੱਢਦਾ ਰਹਿੰਦਾ। ਚੰਗਾ ਭਲਾ ਹੁੰਦਾ ਸੀ, ਇਹਨੂੰ ਜ਼ਰੂਰ ਕਿਸੇ ਨੇ ਕੁਝ ਖਵਾਤਾ। ਉਹਦਾ ਹੌਕਾ ਨਿਕਲ ਜਾਂਦਾ। ਅਣਿਆ ਜੇ ਸੱਜਣ ਵੀ ਜਿਉਂਦਾ ਹੁੰਦਾ ਤੇ ਤਿੰਨੇ ਭਰਾ ਵਿਆਹੇ ਹੁੰਦੇ ਤੇ ਘੱਟੋ ਘੱਟ 9-10 ਨਿਆਣੇ ਹੁਣ ਤੱਕ ਸਾਡੇ ਘਰ ਖੇਡਦੇ ਹੁੰਦੇ। ਹੋਰ 2 ਸਾਲਾਂ ਨੂੰ ਹੱਥ ਪੜੱਥੀ ਪਵਾਉਂਦੇ। ਉਸ ਬੁੱਢੇ ਦੀ ਹੁਣ ਕਿਤੇ ਕੰਮ ਕਰਨ ਦੀ ਉਮਰ। ਅਗਲੇ ਦਿਨ ਹੀ ਪਤਾ ਚੱਲਿਆ ਕਿ ਛਿੰਨੋ ਭਿੱਲੀ ਤੇ ਨਿੰਦਰ ਨੂੰ ਨਾਲ ਲੈ ਕੇ ਨਾਲ ਦੇ ਪਿੰਡ ਪੁੱਛਾਂ ਦੇ ਉੱਤਰ ਦੇਣ ਤੇ ਜਾਦੂ ਤਵੀਤ ਕੱਢਣ ਵਾਲੇ ਇੱਕ ਸਿਆਣੇ ਕੋਲ ਗਈ ਹੈ। ਭਾਜੀ, ਉਹ ਤਾਂ ਬਹੁਤ ਹੀ ਸਿਆਣਾ ਹੈ। ਉੱਥੇ ਕੋਈ ਮੁਲਕ ਢੁੱਕਦਾ, ਮਾਰ 100 ਕੋਹ ਤੋਂ ਲੋਕ ਆਉਂਦੇ ਨੇ, ਮਨ ਦੀਆਂ ਬੁੱਝ ਲੈਂਦਾ, ਲੋਭੀ ਵੀ ਨਹੀਂ ਬਹੁਤਾ। ਜਸਵੰਤ ਹੋਰਾਂ ਦਾ ਗੋਹਾ ਕੂੜਾ ਕਰਦੀ ਉਹ ਸਿਆਣੇ ਦੀ ਸ਼ੋਭਾ ਕਰ ਰਹੀ ਸੀ। ਨਿੰਦਰ ਬਾਰੇ ਉਸ ਦੱਸਿਆ ਕਿ ਇਹਨੂੰ ਕਿਸੇ ਨੇ 2.5 ਤਵੀਤ ਪਾਏ ਆ, ਛਾਇਆ ਵੀ ਹੈ ਇਹਨੂੰ। ਉਹਨੇ ਆਖਿਆ 6 ਮਹੀਨੇ ਐਤਵਾਰ ਦੇ ਐਤਵਾਰ ਚੌਕੀ ਭਰਨ ਆਇਆ ਕਰੋ, ਇਹ 9x9 ਹੋ ਜੂ। ਉਹਨੇ ਇਹ ਵੀ ਆਖਿਆ 6 ਮਹੀਨੇ ਕਿਸੇ ਦੇ ਘਰ ਦਾ ਕੁਝ ਨਹੀਂ ਖਾਣਾ, ਉੱਥੇ ਐਵੇਂ ਜੂਠਾ ਮਿੱਠਾ ਖਾਧਾ ਜਾਂਦਾ ਹੈ, ਇੰਨੇ ਮਹੀਨੇ ਜੂਠ ਨਹੀਂ ਖਾਣੀ ਕਿਸੇ ਦੀ। ਕਹਿਣਾ ਤਾਂ ਇਹ ਵੀ ਚਾਹੁੰਦੀ ਸੀ ਕਿ ਖਵਾਇਆ ਇਹਨੂੰ ਕਿਸੇ ਨੇ ਇਸ ਕਰਕੇ ਹੀ ਹੈ ਕਿ ਆਪਣੇ ਹੱਥਾਂ ਤੇ ਪਾਈ ਰੱਖੇ, ਪਰ ਇਹ ਗੱਲ ਜਾਣਬੁੱਝ ਕੇ ਘੁੱਟ ਗਈ। ਇੱਕ ਦਿਨ ਗਲੀ 'ਚ ਤੁਰੇ ਆਉਂਦਿਆਂ ਨਿੰਦਰ ਜਸਵੰਤ ਨੂੰ ਟੱਕਰ ਗਿਆ। ਜਸਵੰਤ ਨੂੰ ਅੰਦਰੋਂ ਅੰਦਰ ਗੁੱਸਾ ਸੀ ਕਿ ਹੱਥਾਂ ਉੱਤੇ ਪਾਉਣ ਤੇ ਕੁਝ ਖਵਾਉਣ ਦਾ ਕੁਝ ਇਸ਼ਾਰਾ ਉਹਨਾਂ ਵੱਲ ਸੀ। ਉਹਦਾ ਤਾਂ ਸਗੋਂ ਇਹ ਖਿਆਲ ਸੀ ਕਿ ਇਹੋ ਜਿਹਾ ਸ਼ੁਦਾਈ ਨੂੰ ਕਿਸੇ ਤੋਂ ਬਿਨਾਂ ਕੰਮ ਉੱਤੇ ਹੋਰ ਰੱਖਦਾ ਕੌਣ ਹੈ, ਇਸ ਲਈ ਉਹ ਨਿੰਦਰ ਨੂੰ ਬਿਨਾਂ ਬੁਲਾਏ ਲੰਘ ਗਿਆ। ਪਰ ਨਿੰਦਰ ਉਹਦੇ ਪਿੱਛੇ ਪਿੱਛੇ ਤੁਰ ਪਿਆ। ਇੱਕ ਤਰ੍ਹਾਂ ਸਪਸ਼ਟੀਕਰਨ ਦੇਣ ਲੱਗਾ, ਇਹ ਆਂਦੇ ਆ ਤੇਰਾ ਵਿਆਹ ਕਰਨਾ ਹੈ, ਪਰ ਤੇਰੇ 'ਚ ਕੋਈ ਨੁਕਸ ਆ, ਤੇਰੇ 'ਚ ਕੋਈ ਬਾਬਾ ਵੜਿਆ। ਇਸੇ ਭੱਜ ਮੈਂ ਵੀ ਜੁੱਤੀ ਪਾਲਿਸ਼ ਕਰਵਾ ਕੇ ਤੁਰਿਆ ਫਿਰਦਾ। ਜਸਵੰਤ ਨੇ ਕੋਈ ਹੁੰਗਾਰਾ ਨਾ ਭਰਿਆ, ਪਰ ਨਿੰਦਰ ਉਹਦੇ ਪਿੱਛੇ ਪਿੱਛੇ ਤੁਰਦਾ ਉਹਨਾਂ ਦੇ ਘਰ ਆ ਗਿਆ। ਉਂਝ ਹੈ ਮੇਰੇ 'ਚ ਕੁਝ ਨਹੀਂ, ਵਿਆਹ ਜਿਹੜਾ ਆਂਦੇ ਆ ਕੋਈ ਟੌਪ ਦੀ ਕੁੜੀ ਲੱਭੇ ਤਾਂ ਹੀ ਕਰਾਵਾਂ, ਕਿਸੇ ਮਾੜੀ ਮੋਟੀ ਨਾਲ ਕਿਵੇਂ ਕਰਵਾ ਲਵਾਂ? ਐਵੇਂ ਕੋਈ ਉਹੋ ਜਿਹੀ ਵਾੜ ਦੇਣਗੇ ਮੇਰੇ ਘਰ, ਇੱਕ ਛਿੱਤਰ ਆਪ ਖਾਵਾਂ ਤੇ ਇੱਕ ਉਹਦੇ ਸਿਰ 'ਚ। ਉਹਨੂੰ ਘਰ ਆਇਆ ਵੇਖ ਜਸਵੰਤ ਥੋੜ੍ਹਾ ਨਰਮ ਪੈ ਗਿਆ ਤੇ ਸਿਆਣੇ ਵੱਲੋਂ ਕੀਤੇ ਜਾਂਦੇ ਉਹਦੇ ਇਲਾਜ ਦੀ ਤਫਸੀਲ ਪੁੱਛੀ। ਉਹਨੇ ਸੱਚੋ ਸੱਚ ਦੱਸਦਿਆਂ ਕਿਹਾ, ਇਲਾਜ ਕਾਹਦਾ ਜੀ, ਮੈਂ ਤਾਂ ਉੱਥੇ ਸੋਹਣੀਆਂ ਕੁੜੀਆਂ ਵੇਖਣ ਜਾਣਾ। ਸੰਗਤ ਬਥੇਰੀ ਆਉਂਦੀ ਹੈ, ਚਾਹ ਪਾਣੀ ਦੀ ਸੇਵਾ ਚੱਲਦੀ ਰਹਿੰਦੀ ਹੈ, ਆਪਾਂ ਵੀ ਬਾਲਟੀ ਫੜ ਕੇ ਸੰਗਤਾਂ ਨੂੰ ਜਲ ਛਕਾ ਦਿੰਦੇ ਹਾਂ। ਜਦੋਂ ਕੁੜੀਆਂ ਤੁਰ ਜਾਂਦੀਆਂ ਨੇ ਆਪਾਂ ਵੀ ਘਰ ਨੂੰ ਮੁੜ ਪੈਂਦੇ ਹਾਂ, ਆਪਣਾ ਤਾਂ ਚੰਗਾ ਦਾਬ ਫੱਬਿਆ। ਫਿਰ ਉਹਨੇ ਭੇਤ ਭਰੇ ਢੰਗ ਨਾਲ ਹੌਲੀ ਜਿਹੀ ਆਖਿਆ, ਇੱਕ ਨਾ ਕੁੜੀ ਆਉਂਦੀ ਆ ਉੱਥੇ। ਕੁੜੀ ਦਾ ਜ਼ਿਕਰ ਕਰਦੀ ਦ੍ਰਿਸ਼ ਉਹਦੀਆਂ ਅੱਖਾਂ ਅੱਗੇ ਸਾਕਾਰ ਹੋ ਗਿਆ। ਕੁੜੀ ਆਪਣੀ ਮਾਂ ਨਾਲ ਆਉਂਦੀ ਸੀ। ਉਹਨੂੰ ਕਿਸੇ ਪੀਰ ਫਕੀਰ ਦੀ ਛਾਇਆ ਸੀ, ਇਕੱਲੀ ਚੰਗੀ ਭਲੀ ਬੈਠੀ ਉਹਨੂੰ ਦੰਦਣ ਪੈ ਕੇ ਬੇਹੋਸ਼ ਹੋ ਜਾਣ ਦੀ ਬਿਮਾਰੀ ਸੀ। ਇੱਕ ਦਿਨ ਚਾਹ ਦਾ ਜੱਗ ਫੜੀ ਖਲੋਤੇ ਇੱਕ ਸੇਵਾਦਾਰ ਨੇ ਬੀਬੀਆਂ ਦੀ ਭੇਟ 'ਚ ਵੜ ਕੇ ਚਾਹ ਵਰਤਾਉਣ ਦੀ ਥਾਂ ਕਿਸੇ ਬੀਬੀ ਨੂੰ ਹੀ ਇਹ ਸੇਵਾ ਕਰਨ ਲਈ ਆਖਿਆ ਤਾਂ ਕੁੜੀ ਦੀ ਮਾਂ ਨੇ ਆਖਿਆ ਸੀ, ਧੀਏ ਉੱਠ ਕੇ ਸੰਗਤ 'ਚ ਚਾਹ ਵਰਤਾ ਦੇ। ਉਸ ਦਿਨ ਤੋਂ ਪਿੱਛੋਂ ਕੁੜੀ ਰਸੋਈ 'ਚ ਵੀ ਚਲੀ ਜਾਂਦੀ ਹੈ, ਚਾਹ ਬਣਾਉਂਦੀ ਵਰਤਾਉਂਦੀ, ਪਾਣੀ ਦੀ ਸੇਵਾ ਕਰਦਾ। ਨਿੰਦਰ ਜਦੋਂ ਉਹਦੇ ਚਿਹਰੇ ਨੂੰ ਯਾਦ
ਭਰ ਕੇ ਤੱਕਦਾ, ਉਹਦੇ ਚਿਹਰੇ ਨੂੰ ਨਜ਼ਰ ਭਰ ਕੇ ਤੱਕਦਾ ਤਾਂ ਉਹਦੇ ਨੱਕ 'ਚ ਪਿਆ ਕੋਕਾ ਲਿਸ਼ਕਦਾ। ਉਹਨੂੰ ਗੁਰਮੀਤ ਭੈਣ ਜੀ ਦੀ ਯਾਦ ਆ ਗਈ। ਫਿਰ ਉਹ ਬਾਰ-ਬਾਰ ਉਸ ਵੱਲ ਵੇਖਣ ਲੱਗਾ। ਕੀ ਸੀ ਉਹਦੇ ਚਿਹਰੇ 'ਚ ਜਿਹੜਾ ਉਹਨੂੰ ਖਿੱਚ ਰਿਹਾ ਸੀ? ਕੀ ਉਹਦਾ ਕੁਝ ਸਿਰੀ ਦੇਵੀ ਨਾਲ ਮਿਲਦਾ ਸੀ, ਧੰਤੋ ਨਾਲ ਮਿਲਦਾ ਸੀ, ਜਾਂ ਗੁਰਮੀਤ ਭੈਣ ਜੀ ਨਾਲ? ਉਹਨੂੰ ਸਮਝ ਨਹੀਂ ਸੀ ਪੈਂਦੀ। ਸਮਝ ਪੈ ਹੀ ਜਾਵੇ ਇਸ ਲਈ ਉਹ ਉਹਨੂੰ ਆਉਂਦੀ ਜਾਂਦੀ ਨੂੰ ਨਜ਼ਰਾਂ ਟਿਕਾ ਕੇ ਤਾਂ ਵੇਖਦਾ ਹੀ ਰਹਿੰਦਾ ਸੀ। ਪਰ ਜਦੋਂ ਇੱਕ ਵਾਰ ਉਹਦੀਆਂ ਨਜ਼ਰਾਂ ਸੀਤੋ ਨਾਲ ਮਿਲੀਆਂ ਤਾਂ ਉਹ ਉਹਨਾਂ ਵੱਲ ਵੇਖਦਾ ਹੀ ਰਿਹਾ। ਸੀਤੋ ਹੈਰਾਨ ਸੀ ਕਿ ਉਹਦੇ ਚਿਹਰੇ ਵਿੱਚੋਂ ਕੀ ਲੱਭਦਾ ਪਿਆ। ਹਾਰ ਕੇ ਸੀਤੋ ਨੇ ਨਜ਼ਰਾਂ ਚੁਰਾ ਲਈਆਂ, ਪਰ ਇੱਕ ਮੁਸਕਣੀ ਬਦੋ-ਬਦੀ ਉਹਦੀਆਂ ਹੋਠਾਂ 'ਤੇ ਫੈਲ ਗਈ। ਫਿਰ ਉਹ ਸੇਵਾ ਕਰਦੇ ਇੱਕ ਦੂਜੇ ਦੇ ਨੇੜੇ-ਨੇੜੇ ਰਹਿਣ ਲੱਗੇ। ਗੱਲਾਂ 'ਚ ਇੱਕ ਦੂਜੇ ਦਾ ਹੁੰਗਾਰਾ ਵੀ ਭਰਨ ਲੱਗੇ। ਇੱਕ ਦਿਨ ਸੰਗਤ ਦੇ ਚਾਹ ਦੇ ਜੂਠੇ ਗਲਾਸ ਧੋ ਕੇ ਉਹ ਰਸੋਈ 'ਚ ਛੱਡਣ ਗਿਆ ਤਾਂ ਉਹ ਇਕੱਲੀ ਸੀ। ਗਲਾਸ ਰੱਖ ਕੇ ਵੀ ਜਦੋਂ ਉੱਥੇ ਹੀ ਖੜੋਤਾ ਰਿਹਾ ਤਾਂ ਸੀਤੋ ਨੇ ਜੱਗ 'ਚੋਂ 2 ਗਲਾਸਾਂ 'ਚ ਚਾਹ ਪਾਈ। ਇੱਕ ਗਲਾਸ ਨਿੰਦਰ ਵੱਲ ਵਧਾਤਾ। ਨਿੰਦਰ ਕਹਿਣਾ ਚਾਹੁੰਦਾ ਸੀ ਕਿ ਉਹ ਚਾਹ ਪੀ ਬੈਠਾ ਹੈ, ਪਰ ਉਹ ਤੋਂ ਨਾ ਹੋਈ। ਕੋਸੀ ਚਾਹ ਦੇ ਵੱਡੇ-ਵੱਡੇ ਘੁੱਟ ਭਰਦਿਆਂ ਉਹ ਸੀਤੋ ਦੇ ਚਿਹਰੇ ਵੱਲ ਵੇਖੀ ਗਿਆ। ਸੀਤੋ ਦਾ ਚਾਹ ਦਾ ਗਲਾਸ ਬੰਨੀ 'ਤੇ ਰੱਖਿਆ ਪਿਆ ਸੀ, ਪਰ ਉਹਦਾ ਧਿਆਨ ਉੱਧਰ ਨਹੀਂ ਸੀ। ਉਹ ਪਤਾ ਨਹੀਂ ਕਿਹੜੀਆਂ ਸੋਚਾਂ 'ਚ ਡੁੱਬੀ ਸੀ। ਬੇਧਿਆਨੀ 'ਚ ਹੀ ਉਹਦਾ ਹੱਥ ਗਲਾਸ ਨੂੰ ਵੱਜਾ ਤੇ ਸਾਰੀ ਚਾਹ ਸ਼ੈਲਫ 'ਤੇ ਡੁੱਲ ਗਈ। ਹੁਣ ਕੱਪੜਾ ਲੈ ਕੇ ਸ਼ੈਲਫ ਸਾਫ਼ ਕਰਦੀ ਸੀਤੋ ਵੱਲ ਵੇਖ ਕੇ ਨਿੰਦਰ ਨੇ ਮੂੰਹ ਇੰਨਾ ਹੀ ਨਿਕਲਿਆ। ਸੀਤੋ ਉਹਦਾ ਭਾਵ ਸਮਝ ਕੇ ਮੁਸਕਰਾਈ ਤੇ ਉਹਦੀਆਂ ਅੱਖਾਂ 'ਚ ਅੱਖਾਂ ਪਾ ਦਿੱਤੀਆਂ। ਹੁਣ ਹੈਸੇ ਨੂੰ ਵੰਡ ਵਰਤ ਕੇ ਪੀ ਲੈਂਦੇ ਆ। ਉਹਨੇ ਨਿੰਦਰ ਦੇ ਹੱਥ 'ਚ ਫੜੇ ਗਲਾਸ ਵੱਲ ਇਸ਼ਾਰਾ ਕੀਤਾ। ਉਹ ਘਬਰਾ ਗਿਆ ਤਾਂ ਉਹਨੂੰ ਸੁੱਝੀ ਨਾ ਕਿ ਅੱਗੋਂ ਉਹਨੂੰ ਕੀ ਆਖੇ। ਸੀਤੋ ਨੇ ਹੱਥ ਵਧਾ ਕੇ ਉਹਦੇ ਹੱਥੋਂ ਗਲਾਸ ਫੜ ਲਿਆ। ਗਲਾਸ ਵੀ ਉਹਨੇ ਇੰਝ ਫੜਿਆ ਜਿਵੇਂ ਛੇਤੀ ਉਹਦੇ ਹੱਥੋਂ ਖੋਹ ਲੈਣਾ ਚਾਹੁੰਦੀ ਹੋਵੇ। ਗਲਾਸ 'ਚ ਮਸਾਂ 2 ਘੁੱਟ ਚਾਹ ਬਾਕੀ ਸੀ। ਉਹਨੇ ਵੱਡੇ ਘੁੱਟ ਛੇਤੀ ਭਰੇ ਤੇ ਗਲਾਸ ਖਾਲੀ ਕਰਕੇ ਬਿਨਾਂ ਨਿੰਦਰ ਨਾਲ ਨਜ਼ਰ ਮਿਲਾਏ ਰਸੋਈ 'ਚੋਂ ਬਾਹਰ ਨਿਕਲ ਗਈ। ਉਹਨੂੰ ਜਾਂਦੀ ਨੂੰ ਹੈਰਾਨ ਹੋਇਆ ਨਿੰਦਰ ਵੇਖਦਾ ਰਿਹਾ। ਉਹਦੀ ਪਿੱਠ ਉੱਤੇ ਹਿਲਦੀ ਗੁੱਤ ਵਾਂਗ ਉਹਨੂੰ ਆਪਣੇ ਪੈਰਾਂ ਹੇਠੋਂ ਧਰਤੀ ਹਿਲਦੀ ਜਾਪੀ। ਚਾਚਾ, ਉਹਨੇ ਮੇਰੀ ਜੂਠੀ ਚਾਹ ਪੀ ਲਈ। ਜਸਵੰਤ ਨੂੰ ਸਾਰੀ ਗੱਲ ਸੁਣਾ ਕੇ ਉਹ ਅਜੇ ਵੀ ਹੈਰਾਨੀ 'ਚ ਨਹੀਂ ਸੀ ਨਿਕਲ ਰਿਹਾ। ਫਿਰ ਕੀ ਆ, ਤੇਰੀ ਜੂਠੀ ਸੀ? ਕਿਹੜੇ ਕਿਸੇ ਕੁੱਤੇ ਦੀ ਜੂਠੀ ਸੀ? ਜਸਵੰਤ ਨੇ ਉਂਝ ਹੀ ਛੇੜਿਆ। ਨਿੰਦਰ ਦੀ ਇਸ ਗੱਲ ਨਾਲ ਤਸੱਲੀ ਨਾ ਹੋਈ। ਉਹਦੇ ਮਨ ਦੀ ਪਰੇਸ਼ਾਨੀ ਅਜੇ ਵੀ ਬੋਲਦੀ ਪਈ ਸੀ। ਨਹੀਂ ਚਾਚਾ, ਅੱਜ ਐਵੇਂ ਹਾਸੇ 'ਚ ਗੱਲ ਨਾ ਗਵਾ। ਮੈਨੂੰ ਤਾਂ ਐਂ ਲੱਗਦਾ ਜਿਵੇਂ ਉਹ ਜੱਟਾਂ ਦੀ ਕੁੜੀ ਹੋਵੇ ਤੇ ਮੈਂ ਫਿਰ ਵੀ ਉਹ ਚਾਹ ਪੀ ਗਈ। ਨਾਲੇ ਬਾਬਾ ਵੀ ਆਂਦਾ ਹੈ ਕਿਸੇ ਦਾ ਜੂਠਾ ਨਹੀਂ ਖਾਣਾ। ਉਸ ਦਿਨ ਤੋਂ ਪਿੱਛੋਂ ਉਹਦਾ ਦਿਲ ਕਰਦਾ ਸਾਰੀ ਵਾਰ ਹੀ ਐਤਵਾਰ ਹੋ ਜਾਣ ਤੇ ਉੱਡ ਕੇ ਸੀਤੋ ਕੋਲ ਪਹੁੰਚ ਜਾਏ। ਐਤਵਾਰ ਵਾਲੇ ਦਿਨ ਉਹ ਆਪ ਸਵੇਰੇ ਸਵਖਤੇ ਉੱਠ ਪੈਂਦਾ, ਨਹਾ ਧੋ ਕੇ ਧੋਤੇ ਕੱਪੜੇ ਪਾ ਕੇ ਪੋਚ ਕੇ ਪੱਗ ਬੰਨ੍ਹਦਾ ਤੇ ਪਿੱਲੀ ਨੂੰ ਛੇਤੀ ਘਰੋਂ ਨਿਕਲਣ ਲਈ ਲਲਕਾਰੇ ਮਾਰਦਾ। ਛਿੰਨੋ ਅੱਜ ਕੱਲ੍ਹ ਉਹਨਾਂ ਦੇ ਨਾਲ ਨਹੀਂ ਸੀ ਜਾਂਦੀ। ਦੋਵੇਂ ਭਰਾਈ ਬੜੀ ਜ਼ਿੰਮੇਵਾਰੀ ਨਾਲ ਜਾਣ ਲੱਗ ਪਏ ਸਨ। ਘਰ ਦੇ ਖੁਸ਼ ਸਨ ਕਿ ਉਹ ਰਾਜੀ ਹੋ ਰਿਹਾ ਸੀ। ਜਿਸ ਦਿਨ ਦੀ ਮੈਂ ਤੇਰੇ ਗਲਾਸ 'ਚੋਂ ਚਾਹ ਪੀਤੀ ਏ, ਮੈਨੂੰ ਕਦੀ ਦੰਦੜ ਨਹੀਂ ਪਈ। ਇੱਕ ਦਿਨ ਮੌਕਾ ਪਾ ਕੇ ਸੀਤੋ ਨੇ ਨਿੰਦਰ ਨੂੰ ਦੱਸਿਆ ਤਾਂ ਨਿੰਦਰ ਦੇ ਅੰਗ 'ਚ ਝਰਨਾਟਾਂ ਛਿੜ ਪਈਆਂ। ਭਿੱਜੀਆਂ ਹੋਈਆਂ ਮਸਤ ਅੱਖਾਂ ਨਾਲ ਉਹ ਸੀਤੋ ਵੱਲ ਵੇਖਦਾ ਹੋਇਆ ਆਖਣ ਲੱਗਾ, ਮੈਂ ਤੈਨੂੰ ਇੱਕ ਸੁਪਨਾ ਸੁਣਾਵਾਂ? ਸੁਣਾ। ਸੀਤੋ ਦੀ ਮੁਸਕਰਾਹਟ ਕਹਿ ਰਹੀ ਸੀ। ਸੁਪਨੇ 'ਚ ਨਾ ਆਪਾਂ ਦੋਵੇਂ ਹੱਥ ਪਾ ਕੇ ਰੇਲ ਦੀ ਲਾਈਨ ਦੇ ਨਾਲ ਤੁਰੇ ਜਾਂਦੇ ਹਾਂ। ਤੂੰ ਜਿੱਦ ਕਰਕੇ ਆਖਦੀ ਹੈ ਮੈਂ ਲਾਈਨ ਦੇ ਗਾਡਰ 'ਤੇ ਤੁਰਨਾ। ਮੈਂ ਆਖਦਾ ਡਿੱਗ ਪਏਂਗੀ। ਤੂੰ ਆਖਦੀ ਹੈ ਤੂੰ ਜੋ ਮੇਰੇ ਨਾਲ ਹੈ। ਫਿਰ ਵੀ ਡਿੱਗ ਪਊ। ਤੂੰ ਹਟਦੀ ਨਹੀਂ। ਤੂੰ ਸੰਭਲ ਕੇ ਲਾਈਨ 'ਤੇ ਪੈਰ ਰੱਖਦੀ ਹੈ। ਮੈਂ ਤੇਰੇ ਨਾਲ ਹਾਂ। ਤੂੰ ਕਦੀ ਇੱਕ ਪਾਸੇ ਉਲਰਦੀ ਹੈ, ਕਦੀ ਦੂਜੇ ਪਾਸੇ। ਮੈਂ ਤੈਨੂੰ ਹਰ ਵਾਰ ਸੰਭਾਲ ਲੈਂਦਾ ਤੇ ਫਿਰ ਤੂੰ ਤੁਰਨ ਲੱਗਦੀ ਹੈ। ਉੱਧਰੋਂ ਸਾਹਮਣਿਓਂ ਗੱਡੀ ਦੀ ਚੀਕ ਸੁਣਾਈ ਦਿੰਦੀ ਹੈ ਤਾਂ ਤੂੰ ਤਿਲਕ ਕੇ ਡਿੱਗਦੀ ਚੀਕ ਮਾਰਦੀ ਹੈ। ਮੈਂ ਤੈਨੂੰ ਡਿੱਗਦੀ ਨੂੰ ਬੋਝ ਕੇ ਬਾਹਾਂ 'ਚ ਚੁੱਕ ਲੈਂਦਾ ਤੇ ਗਲ ਨਾਲ ਘੁੱਟ ਲੈਂਦਾ। ਤੂੰ ਆਖਿਆ ਆਪਾਂ ਨੂੰ ਐਂ ਹੀ ਗੱਡੀ ਹੇਠਾਂ ਆ ਜਾਣ ਦੇਣਾ ਸੀ। ਮੈਂ ਤੈਨੂੰ ਫਿਰ ਹਿੱਕ ਨਾਲ ਘੁੱਟ ਲੈਂਦਾ ਤੇ ਅੱਗੋਂ ਕਹਿੰਦਾ ਸ਼ਰਮਾ ਗਿਆ। ਉਹ ਮੁਸਕਰਾ ਕੇ ਅੱਧ ਮੀਟੀਆਂ ਅੱਖਾਂ ਨਾਲ ਨਿੰਦਰ ਵੱਲ ਵੇਖੀ ਜਾ ਰਹੀ ਸੀ ਤੇ ਮੂੰਹ 'ਚ ਫੋਲੇ ਕਿਸੇ ਚੀਜ਼ ਨੂੰ ਪਪੋਲ ਰਹੀ ਸੀ। ਤੈਨੂੰ ਤਾਂ ਬੜਾ ਵਧੀਆ ਸੁਪਨਾ ਆਇਆ। ਨਿੰਦਰ ਨੇ ਤੁਰੰਤ ਉਹਦੇ ਲਫ਼ਜ਼ਾਂ 'ਚ ਸੋਧ ਕੀਤੀ। ਆਇਆ ਨਹੀਂ, ਮੈਂ ਆਪ ਲਿਆ। ਉਹ ਅੱਗੋਂ ਕੁਝ ਨਹੀਂ ਬੋਲੀ, ਉਂਝ ਹੀ ਮੁਸਕਰਾਉਂਦੀ ਰਹੀ ਤੇ ਸੁਪਨਈਆਂ ਅੱਖਾਂ ਨਾਲ ਉਸ ਵੱਲ ਵੇਖਦੀ, ਮੂੰਹ 'ਚ ਪਾਇਆ ਕੁਝ ਹੌਲੀ ਚਿੱਥਦੀ ਰਹੀ। ਕੀ ਖਾਂਦੀ ਹੈ? ਇਲਾਇਚੀ। ਬਾਬਾ ਜੀ ਨੇ ਪ੍ਰਸ਼ਾਦ ਦਿੱਤਾ ਸੀ, ਖਾਣੀ ਹੋ? ਉਹਨੇ ਮੋਹ 'ਚ ਭਿੱਜ ਕੇ ਨਿੰਦਰ ਨੂੰ ਆਖਿਆ। ਨਿੰਦਰ ਦੇ ਹੋਠ ਹਿੱਲੇ ਨਹੀਂ। ਪਲਕਾਂ ਮੁੰਦ ਕੇ ਹਾਂ 'ਚ ਸਿਰ ਹਿਲਾਇਆ। ਸੀਤੋ ਨੇ ਆਪਣੇ ਮੂੰਹ 'ਚ ਚਿੱਥੀ ਹੋਈ ਇਲਾਇਚੀ ਦੇ ਫੋਗ ਨੂੰ ਜੀਭ ਦੀ ਨੋਕ ਉੱਤੇ ਇਕੱਠਾ ਕੀਤਾ।
ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਉਹ ਫੋਗ ਚੁੱਕ ਕੇ ਨਿੰਦਰ ਦੀ ਤਲੀ ਤੇ ਰੱਖ ਦਿੱਤਾ। ਨਿੰਦਰ ਨੇ ਤਲੀ ਨੂੰ ਚਿਹਰੇ ਸਾਹਮਣੇ ਕੀਤਾ ਤੇ ਆਪਣੀ ਜੀਭ ਦੀ ਨੋਕ ਨਾਲ ਤਲੀ ਤੇ ਤੋਂ ਫੋਗ ਚੁੱਕ ਲਿਆ ਤੇ ਦੰਦਾਂ ਵਿੱਚ ਲੈ ਕੇ ਚਿੱਤਦਾ ਹੋਇਆ ਸੀਤੋ ਦੇ ਸਿੱਲੇ ਬੁੱਲਾਂ ਵੱਲ ਵੇਖਣ ਲੱਗਾ। ਉਸ ਸ਼ਾਮ ਨੂੰ ਉਹ ਬੜਾ ਖੁਸ਼ੀ ਜਸਵੰਤ ਵੱਲ ਗਿਆ। ਜਸਵੰਤ ਨੂੰ ਆਪਣੀ ਗੱਲ ਦਿਲ ਦੇ ਭੇਤੀ ਵਾਂਗ ਸੁਣਾ ਸਕਦਾ ਸੀ। ਅੱਗੇ ਜਾਂਦਿਆਂ ਨੂੰ ਸਤਨਾਮ ਆਇਆ ਬੈਠਾ ਸੀ। ਉਹ ਜਸਵੰਤ ਕੋਲੋਂ ਨਿੰਦਰ ਵਿੱਚ ਆ ਰਹੀ ਤਬਦੀਲੀ ਬਾਰੇ ਸੁਣ ਚੁੱਕਾ ਸੀ। ਉਹਨੇ ਸ਼ਰਾਰਤ ਨਾਲ ਪੁੱਛਿਆ, ਲੈ ਵੀ ਨਿੰਦਰ ਸਿਆਂ, ਮੈਂ ਤਾਂ ਸਾਹੀ ਚਿੱਠੇ ਲੈ ਕੇ ਆ ਗਿਆ, ਵਿਆਹ ਦੀਆਂ ਤਿਆਰੀਆਂ ਕਰੋ। ਉਹਦੇ ਘਰ ਦੇ ਤਾਂ ਅਜੇ ਵੀ ਮਹੀਨਾ ਹੋਰ ਉਡੀਕਣ ਨੂੰ ਆਖਦੇ ਨੇ, ਪਰ ਸ੍ਰੀ ਦੇਵੀ ਨੇ ਆਪ ਹੀ ਘਰਦਿਆਂ ਨੂੰ ਜ਼ੋਰ ਦੇ ਕੇ ਆਖਿਆ ਹੈ ਕਿ ਮੈਨੂੰ ਬੁੱਢੀ ਕਰਕੇ ਵਿਆਹਣਾ ਜੇ। ਉਧਰੋਂ ਜੇ ਮੁੰਡਾ ਹੱਥੋਂ ਨਿਕਲ ਗਿਆ। ਨਿੰਦਰ ਨੇ ਉਹਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ। ਸਤਨਾਮ ਨੇ ਦੁਬਾਰਾ ਜ਼ੋਰ ਪਾ ਕੇ ਪੁੱਛਿਆ, ਬੋਲਦਾ ਕਿਉਂ ਨਹੀਂ ਓਏ? ਚਾਚਾ, ਮੁੰਡਾ ਤੂੰ ਹੱਥਾਂ ਚੋਂ ਨਿਕਲ ਗਿਆ ਹੀ ਸਮਝ। ਉਹਨੇ ਹੱਥ ਤੇ ਹੱਥ ਮਾਰ ਕੇ ਤਾੜੀ ਵਜਾਈ। ਸਤਨਾਮ ਨੂੰ ਬਨੌਟੀ ਗੁੱਸਾ ਕੀਤਾ। ਵੇਖ ਲੈ ਭਾਈ, ਤੇਰੇ ਲਈ ਮਾੜੀ ਗੱਲ ਹੈ। ਇੰਨੇ ਚਿਰ ਦਾ ਤੂੰ ਮੈਨੂੰ ਵਿਚੋਲਗਿਰੀ ਲਈ ਆਖਿਆ ਹੋਇਆ, ਹੁਣ ਮੈਨੂੰ ਝੂਠਾ ਨਾ ਪਵਾ। ਉਹਦੇ ਨਾਲ ਤਾਂ ਤੈਨੂੰ ਵਿਆਹ ਕਰਾਉਣਾ ਹੀ ਪੈਣਾ। ਨਿੰਦਰ ਨੇ ਬੜੀ ਸਹਿਜਤਾ ਨਾਲ ਆਖਿਆ, ਕੋਈ ਨਹੀਂ, ਉਹਦੇ ਨਾਲ ਵੀ ਵਿਆਹ ਕਰਵਾ ਲਾਂਗੇ। ਉਹ ਰੋਟੀ ਟੁੱਕ ਤੇ ਘਰ ਦਾ ਕੰਮ ਕਰ ਛੱਡਿਆ ਕਰੂ। ਐਤਕੀ ਨਿੰਦਰ ਦੇ ਬੋਲਾਂ 'ਚੋਂ ਸ਼ਰਾਰਤ ਸਾਫ਼ ਝਲਕਦੀ ਦਿਸ ਰਹੀ ਸੀ। ਚੌਂਕੀ ਭਰਨ ਜਾਣ ਦੇ ਨਿਸ਼ਚਿਤ ਕੀਤੇ 6 ਮਹੀਨਿਆਂ 'ਚ ਅਜੇ 4 ਮਹੀਨੇ ਗੁਜ਼ਰੇ ਸਨ ਕਿ ਉਹ ਆਪਣੇ ਆਪ ਜਸਵੰਤ ਹੋਰਾਂ ਦੇ ਘਰ ਕੰਮ ਉੱਤੇ ਆ ਗਿਆ। ਮਾਂ ਪਿਓ ਤੋਂ ਪੁੱਛ ਲੈਣਾ ਸੀ, ਬਗਾਨੇ ਘਰੋਂ ਖਾਧਾ ਤੇਰੇ ਅੰਦਰ ਭੂਤ ਨਾ ਬਣ ਜਾਏ। ਜਸਵੰਤ ਦੇ ਗਿਲੇ ਦੇ ਜਵਾਬ 'ਚ ਉਹਨੇ ਆਖਿਆ, ਚਾਚਾ, ਨਿੱਕੇ ਹੁੰਦਿਆਂ ਤੋਂ ਇਸ ਘਰ ਦੀ ਰੋਟੀ ਖਾਧੀ ਹੈ। ਚਾਚੀ ਠੀਕ ਆਖਦੀ ਹੈ, ਬਿਨਾਂ ਰੋਟੀ ਗੁਜ਼ਾਰਾ ਨਹੀਂ। ਛਿੰਨੋ ਫਿਰ ਚੀਕਣ ਲੱਗ ਪਈ। ਹੁਣ ਆਖਦੀ ਏ, ਵੇ ਤੂੰ ਵੀ ਭਿੱਲੀ ਜਿੰਨੀਆਂ ਰੋਟੀਆਂ ਖਾਣ ਲੱਗ ਪਿਆ। ਮੈਂ ਵੀ ਸੋਚਿਆ ਵਿਆਹ ਉਸ ਕੁੜੀ ਨਾਲ ਹੋ ਜਾਣਾ ਮੇਰਾ, ਵਿਆਹ ਉੱਤੇ ਖਰਚਾ ਵੀ ਆਉਣਾ, ਫਿਰ ਪਿੱਛੋਂ ਰੋਟੀ ਵੀ ਤਾਂ ਉਹਨੂੰ ਖਵਾਉਣੀ ਆ। ਕਮਾਈ ਕਰੂੰ ਤਦ ਹੀ ਕੁਝ ਬਣੂ। ਪਰ ਚਾਚਾ, ਇੱਕ ਸ਼ਰਤ ਹੈ। ਜਸਵੰਤ ਨੇ ਅੱਖਾਂ ਨਾਲ ਸ਼ਰਤ ਜਾਣਨ ਲਈ ਹੁੰਗਾਰਾ ਭਰਿਆ। ਜਿੰਨਾ ਚਿਰ ਵਿਆਹ ਦੀ ਗੱਲ ਸਿਰੇ ਨਹੀਂ ਚੜ੍ਹਦੀ, ਮੈਨੂੰ ਐਤਵਾਰ ਦੀ ਛੁੱਟੀ ਚਾਹੀਦੀ ਹੈ, ਬਾਬੇ ਕੋਲ ਜਾਣ ਵਾਸਤੇ। ਅੱਗੇ ਪਿੱਛੇ ਬੇਸ਼ੱਕ ਕੰਮ ਕਰਵਾ ਲਈ। ਬਾਬੇ ਕੋਲ ਜਾਣ ਵਾਸਤੇ ਕਿ ਬੀਬੀ ਕੋਲ ਜਾਣ ਵਾਸਤੇ? ਜਸਵੰਤ ਨੇ ਛੇੜਿਆ। ਚੱਲ ਇੰਝ ਹੀ ਸਹੀ। ਉਹਨੂੰ ਕੋਈ ਉਜਰ ਨਹੀਂ ਸੀ। ਸ਼ਾਮ ਨੂੰ ਘਰ ਜਾਣ ਲੱਗਾ, ਕੰਧ ਨਾਲ ਇੱਕ ਪਾਸੇ ਲੱਗਾ ਛੋਟਾ ਗਾਡਰ ਵੇਖ ਕੇ ਆਖਣ ਲੱਗਾ, ਆਹ ਗਾਡਰ ਮੈਂ ਫਿਰ ਲੈ ਜਾਣਾ, ਪਿਛਲਾ ਕੋਠਾ ਛੱਤਾਂਗੇ। ਸ਼ਨਿਚਰਵਾਰ ਨੂੰ ਆਪਣੀ ਧੋਤੀ ਹੋਈ ਪੈਂਟ ਕਮੀਜ਼ ਹੱਥ 'ਚ ਫੜੀ ਆਇਆ ਤੇ ਜਸਵੰਤ ਦੀ ਘਰ ਵਾਲੀ ਨੂੰ ਕਹਿਣ ਲੱਗਾ, ਚਾਚੀ, ਆਪਣੀ ਪ੍ਰੈਸ ਲਾ ਦੇ, ਮੈਂ ਲੀੜੇ ਪ੍ਰੈਸ ਕਰ ਲਵਾਂ। ਸਵੇਰੇ ਐਤਵਾਰ ਹੈ ਨਾ? ਜਸਵੰਤ ਦੀ ਪਤਨੀ ਮੁਸਕਰਾਈ। ਨਹੀਂ ਚਾਚੀ, ਸਵੇਰੇ ਵਾਰ ਨਹੀਂ, ਸਵੇਰੇ ਤਾਂ ਮੇਲਾ ਹੈ। ਉਹਦੇ ਠਾਕੇ 'ਚ ਸ਼ਰਾਰਤ ਸੀ। ਸੋਮਵਾਰ ਕੰਮ ਉੱਤੇ ਆਇਆ ਤਾਂ ਬੁਝਿਆ ਸੀ। ਕੱਲ੍ਹ ਵਾਲੀ ਪ੍ਰੈਸ ਕੀਤੀ ਪੈਂਟ ਕਮੀਜ਼ ਉਹਨੇ ਕੰਮ ਉੱਤੇ ਵੀ ਪਾਈ ਹੋਈ ਸੀ। ਕੱਪੜਿਆਂ ਨੂੰ ਵੱਟ ਪੈਣ ਜਾਂ ਮੈਲੇ ਹੋਣ ਦਾ ਉਹਨੂੰ ਕੋਈ ਫਿਕਰ ਨਹੀਂ ਸੀ। ਜਸਵੰਤ ਹੋਰਾਂ ਨੇ ਬਾਰ-ਬਾਰ ਉਹਦੀ ਉਦਾਸੀ ਦਾ ਕਾਰਨ ਪੁੱਛਿਆ, ਪਰ ਉਹ ਆਪਣੇ ਧਿਆਨ ਕੰਮ ਕਰਨ 'ਚ ਲੱਗਾ ਰਿਹਾ। ਕੱਲ੍ਹ ਸੀਤੋ ਦੀ ਮਾਂ ਨੇ ਉਹਨੂੰ ਰੋਕ ਕੇ ਇੱਕ ਪਾਸੇ ਲਿਜਾ ਕੇ ਇਕੱਲੇ ਨੂੰ ਬੜੇ ਮੋਹ ਨਾਲ ਪੁੱਛਿਆ ਸੀ, ਪੁੱਤ ਨਿੰਦਰ ਸਿਆਂ, ਤੁਹਾਡੀ ਜਾਤ ਬਰਾਦਰੀ ਭਲਾ ਕਿਹੜੀ ਆ? ਨਿੰਦਰ ਉਹਦੇ ਚਿਹਰੇ ਵੱਲ ਪੁੱਛਦੀਆਂ ਨਜ਼ਰਾਂ ਤੇ ਧੜਕਦੇ ਦਿਲ ਨਾਲ ਵੇਖਦਾ ਰਿਹਾ। ਮੇਰਾ ਮਤਲਬ ਹੈ ਤੁਸੀਂ ਜੱਟ ਹੀ ਹੋ ਨਾ? ਸੀਤੋ ਪਰੇ ਸੰਗਤ 'ਚ ਬੈਠੀ ਇੱਧਰ ਹੀ ਵੇਖ ਰਹੀ ਸੀ। ਨਿੰਦਰ ਦੇ ਮਨ ਉੱਤੇ ਸਾਰਾ ਕੁਝ ਲਿਖਿਆ ਹੋਇਆ ਇੱਕ ਹੀ ਪੂੰਝੇ ਨਾਲ ਮਿਟ ਗਿਆ ਸੀ। ਉਹਨੇ ਜਵਾਬ ਨਾ ਦਿੱਤਾ ਤਾਂ ਸੀਤੋ ਦੀ ਮਾਂ ਨੇ ਆਪਣਾ ਸਵਾਲ ਫੇਰ ਦੁਹਰਾਇਆ। ਸੀਤੋ ਵੱਲ ਵੇਖ ਕੇ ਉਹਨੇ ਟੁੱਟਵੇਂ ਬੋਲਾਂ ਨਾਲ ਐਤਕੀ ਕਹਿ ਹੀ ਦਿੱਤਾ, ਜੱਟ ਹਾਂ ਅਸੀਂ ਤੇ ਗੋਤ ਹੈ ਸਾਡਾ ਦਿਓ। ਮੈਂ ਉਹਦੀ ਜ਼ਬਾਨ ਕੰਬਣ ਲੱਗ ਪਈ ਤੇ ਮੈਂ ਮਿੰਟੂ ਦਿਓਲਾਂ ਕਹਿਣ ਤੋਂ ਆਖੀ ਹੋਈ ਜ਼ਬਾਨ ਖੁਸ਼ਕ ਹੋ ਕੇ ਉਹਦੇ ਤਾਲੂ ਨਾਲ ਜਾ ਲੱਗੀ। ਕੀ ਰੋਣਾ ਜਿਹਾ ਮੂੰਹ ਬਣਾਇਆ? ਐਤਕੀ ਜਸਵੰਤ ਨੇ ਉਹਨੂੰ ਲਾਡ ਨਾਲ ਝਿੜਕਿਆ ਤਾਂ ਉਹ ਜਿਵੇਂ ਡੂੰਘੇ ਖੋਹ 'ਚੋਂ ਬੋਲਿਆ, ਚਾਚਾ, ਰੋਂਦ ਵੱਜ ਗਿਆ। ਕਿਵੇਂ? ਕਿਹਨੇ ਮਾਰਿਆ ਰੋਂਦ? ਰੱਬ ਨੇ ਮਾਰਿਆ, ਜਿਹੜੇ ਨੈਤੇ ਤੇ ਛਿੰਨੋ ਦੇ ਘਰ ਜੰਮ ਪਏ। ਇੰਨੀ ਆ ਕੇ ਉਹ ਫੁੱਟ ਕੇ ਰੋਣ ਲੱਗ ਪਿਆ। ਅਗਲੇ ਐਤਵਾਰ ਉਹਨੇ ਛੁੱਟੀ ਨਹੀਂ ਕੀਤੀ, ਸਿੱਧਾ ਕੰਮ ਉੱਤੇ ਆ ਗਿਆ। ਧੰਨਵਾਦ।